ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰਾਈਮ ਫੋਕਸ ਦੇ ਵਿੱਚ ਅਸੀਂ ਆਪ ਜੀ ਦੀ ਮੁਲਾਕਾਤ ਕਰਵਾਉਂਦੇ ਹਾਂ ਖਾਸ ਸ਼ਖਸੀਅਤਾਂ ਦੇ ਨਾਲ, ਖਾਸ ਕਰਕੇ ਰਾਜਨੀਤੀ ਦੇ ਨਾਲ ਸੰਬੰਧਿਤ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਉਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ ਜਿਹੜੇ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਦਾ ਚੱਕ ਦੇਣ। ਅੱਜ ਕੱਲ੍ਹ ਜੇ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੇ ਸੰਬੰਧ 'ਚ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਤੁਹਾਡੇ ਜ਼ਹਿਨ 'ਚ ਹੋਣਗੇ ਕਿ ਇਹ ਇੱਦਾਂ ਕਿਉਂ ਹੈ, ਇੱਦਾਂ ਕਿਉਂ ਨਹੀਂ ਹੈ, ਆਹ ਫਿਰ ਗੱਲ ਕਿਉਂ ਹੈ। ਉਹ ਸਾਰੀਆਂ ਗੱਲਾਂ ਤੋਂ ਹੋ ਸਕਦਾ ਕਿ ਅੱਜ ਆਪਾਂ ਪਰਦਾ ਚੱਕੀਏ। ਅੱਜ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਸਾਂਝਾ ਕਰਨ ਦੇ ਲਈ ਤੁਹਾਡੇ ਨਾਲ ਕਾਂਗਰਸ ਪ੍ਰੈਜ਼ੀਡੈਂਟ ਸੁਨੀਲ ਜਾਖੜ ਹੋਰਾਂ ਨੂੰ ਆਪਾਂ ਸੱਦਾ ਦਿੱਤਾ। ਆਪਣੇ ਨਾਲ ਨੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜਾਖੜ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਬਹੁਤ ਮਿਹਰਬਾਨੀ। ਤੁਹਾਡਾ ਸ਼ੋਅ 'ਚ ਆਉਣ ਦਾ ਅੱਜ ਪਹਿਲੀ ਵਾਰੀ ਮੌਕਾ ਮਿਲਿਆ, ਬਟ ਆਮ ਅ ਵੈਰੀ ਬਿਗ ਫੈਨ ਆਫ ਯੋਰ ਸ਼ੋਅ। ਬਹੁਤ ਖਾਸ ਕਰਕੇ ਪੰਨੂ ਸਾਹਿਬ ਦਾ ਜਦੋਂ ਤੁਸੀਂ ਬੈਠ ਕੇ ਗੱਲਬਾਤ ਕਰਦੇ ਹੋ, ਮੈਂ ਉਹਨਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਬਹੁਤ ਮਿਹਰਬਾਨੀ ਜਾਖੜ ਸਾਹਿਬ। ਜਾਖੜ ਸਾਹਿਬ ਪਹਿਲਾਂ ਤਾਂ ਸਿਹਤ ਸੁਣਾਓ ਕਿੱਦਾਂ ਜੀ, ਕਿਉਂਕਿ ਅੱਜ ਕੱਲ੍ਹ ਰੌਲਾ ਰੱਪਾ ਬੜਾ ਕਰੋਨੇ ਵਾਲਾ ਤੇ ਤੁਹਾਡੀ ਪਾਰਟੀ ਦੇ ਵੀ 2-3 ਬੰਦੇ ਇਸ ਜਦ 'ਚ ਆ ਗਏ ਆ, ਧਿਆਨ ਤਿਉਂ ਰੱਖਦੇ ਅੱਜ ਤਾਈਂ ਤਾਂ ਮਾਲਕ ਦੀ ਮਿਹਰ ਹੈ, ਪਰ ਮੈਂ ਸਮਝਦਾ ਵੀ ਜਿੱਥੇ ਮਾਲਕ ਨਹੀਂ ਵੀ ਆਪਾਂ ਹਮੇਸ਼ਾ ਉਹਨਾਂ ਦੀ ਮਿਹਰ ਭਰੇ ਹੱਥ ਦੀ ਆਪਾਂ ਅਰਦਾਸ ਕਰਦੇ ਹਾਂ, ਉੱਥੇ ਨਾਲ ਨਾਲ ਆਪਾਂ ਨੂੰ ਵੀ ਹਰੇਕ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ। ਸਰਕਾਰ ਹੀ ਸਾਰਾ ਕੁਛ ਨਹੀਂ ਕਰ ਸਕਦੀ। ਬਿਲਕੁਲ। ਸੈਨੀਟੇਸ਼ਨ, ਆਪਣੀ ਪਰਸਨਲ ਹਾਈਜੀਨ, ਮਾਸਕ ਪਾ ਕੇ ਰੱਖਣ ਵਾਲਾ, ਇਹ ਸਾਰੇ ਕੰਮ ਆਪਣੀ ਜ਼ਿੰਮੇਵਾਰੀ ਵੀ ਹੈ। ਨਾ ਸਿਰਫ ਆਪਣੀ ਜਾਨ ਕਰਕੇ ਬਲਕਿ ਆਪਣੇ ਪਰਿਵਾਰ ਅਤੇ ਦੂਜੇ ਸਮਾਜ ਕੰਨੀ ਵੀ ਸਾਡਾ ਜਿਹੜਾ ਫਰਜ਼ ਬਣਦਾ ਹੈ ਉਹ ਆਪਾਂ ਸਾਰੇ ਮਿਲ ਕੇ ਨਿਭਾਵਾਂਗੇ। ਅਤੇ ਮੈਂ ਸਮਝਦਾ ਹੁਣ ਤਾਂ ਹੀ ਸਰਕਾਰ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ। ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਸਾਡੇ ਹੈਲਥ ਡਿਪਾਰਟਮੈਂਟ ਨੇ, ਜਿੰਨੇ ਡਾਕਟਰ ਸਾਹਿਬਾਨ ਹੈ, ਸਾਡੇ ਜਿਹੜੇ ਹੈਲਥ ਵਰਕਰ ਹੈ, ਚਾਹੇ ਨਰਸਿਸ ਹੈ, ਸਟਾਫ ਹੈ, ਬਾਕੀ ਸਾਰੇ ਜੋ ਲੋਕ ਕੰਮ ਕਰ ਰਹੇ ਹੈ, ਈਵਨ ਐਡਮਿਨਿਸਟ੍ਰੇਸ਼ਨ, ਪੁਲਿਸ ਵਾਲੇ ਵੀ, ਸਾਰਿਆਂ ਨੇ ਮਿਲ ਕੇ ਇੱਕ ਉਪਰਾਲਾ ਕੀਤਾ ਹੈ। ਉਸ 'ਚ ਆਪਾਂ ਨੂੰ ਬਹੁਤ ਵੱਡੀ ਸਫਲਤਾ ਵੀ ਮਿਲੀ ਹੈ। ਪਰ ਹੁਣ ਫਿਰ ਦੁਬਾਰਾ ਮੇ ਬੀ ਇਟਸ ਸੈਕਿੰਡ ਵੇਵ ਜਾਂ ਕਹੀ ਹੈ, ਟਰਮੀਨੋਲੋਜੀ ਬਦਲ ਜਾਂਦੀ ਹੈ, ਜੇ ਸੈਕਿੰਡ ਵੇਵ ਆ ਗਈ, ਕਿਹੜੀ ਵੇਵ ਆ ਗਈ, ਬਟ ਆ ਜਿਹੜਾ ਭੂਤ ਅੱਜ ਗਿਆ ਨਹੀਂ, ਇੱਥੇ ਹੀ ਹੈ। ਅਤੇ ਆਪਾਂ ਨੂੰ ਇਹਦੇ ਵਾਸਤੇ ਪੂਰੀ ਜਾਗਰੂਕ ਆ ਜਿਹੜਾ ਆਪਣੇ ਨੇ ਕੀ ਫਰਕ ਪੈਂਦਾ, ਮੇਰੇ ਕੀ ਕਰ ਦੂਗਾ। ਬਿਲਕੁਲ। ਇਸਨੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ, ਸਾਰਿਆਂ ਨੂੰ ਬਰਾਬਰ ਲਪੇਟ 'ਚ ਲਊਗਾ। ਸੋ ਮੈਂ ਸਮਝਦਾ ਵੀ ਆਪਣੀ ਜਾਨ ਮਾਲ ਦੀ ਕਹਿੰਦਾ ਉਹ ਸਵਾਰੀ ਆਪਣੇ ਸਮਾਨ ਕੀ ਖੁਦ ਜ਼ਿੰਮੇਵਾਰ ਹੈ, ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਅੱਛਾ, ਕੇਂਦਰ ਸਰਕਾਰ ਵਾਲੇ ਪਾਸਿਓਂ ਸਪੋਰਟ ਕਿੰਨੀ ਕੁ ਰਹੀ ਹੈ ਸਾਰੇ ਦੇ ਦੌਰਾਨ? ਦੇਖੋ, ਸਾਨੂੰ ਜਿੱਥੇ ਤਾਈਂ ਉਹਨਾਂ ਨੇ ਹਮੇਸ਼ਾ ਕੋਈ ਨਾ ਕੋਈ ਗਾਈਡਲਾਈਨ 'ਤੇ ਇਸ਼ੂ ਆ ਜਾਂਦੀ ਹੈ। ਕੇਂਦਰ ਸਰਕਾਰ ਨੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਗੂ ਕਰਕੇ ਜਦੋਂ ਕੀਤਾ, ਬੇਸਿਕਲੀ ਸਾਰੇ ਅਧਿਕਾਰ ਉਹਨਾਂ ਨੇ ਲੈ ਲਏ। ਇਨੀਸ਼ੀਅਲੀ ਜਿਹੜੇ ਪਹਿਲਾਂ ਉਹਨਾਂ ਨੇ ਸਟੈਪ ਲਏ, ਜਦੋਂ ਲੋਕਡਾਊਨ 1 ਕੀਤਾ, ਕਰਫਿਊ ਲਾਇਆ, ਪਹਿਲਾਂ ਜਨਤਾ ਕਰਫਿਊ ਕੀਤਾ, ਫਿਰ ਉਹਨਾਂ ਨੇ ਲੋਕਡਾਊਨ ਲਾਇਆ। ਉਸ ਸਮੇਂ ਦੇ ਵਿੱਚ ਇਹਨਾਂ ਨੇ ਸਟੇਟਸ ਨੂੰ ਨਹੀਂ ਕੋਆਰਡੀਨੇਟ ਕੀਤਾ, ਉਹਨਾਂ ਨਾਲ ਗੱਲ ਨਹੀਂ ਕੀਤਾ। ਪਰ ਜਦੋਂ ਆਹ ਮਸਲਾ ਹੱਥੋਂ ਬਾਹਰ ਹੋ ਗਿਆ ਅਤੇ ਲੋਕਾਂ ਨੇ ਦੇਖਿਆ ਵੀ ਪਹਿਲੀ ਦਫਾ ਉਹ ਮੰਜ਼ਰ ਜਿਹੜੇ ਮੈਂ ਸਮਝਦਾ ਵੀ ਬਜ਼ੁਰਗਾਂ ਨੇ ਕਿਤੇ ਦੇਖਿਆ ਸੀ 47 ਦਾ, ਜਦੋਂ ਲੱਖਾਂ ਲੋਕ ਪਾਕਿਸਤਾਨ 'ਚੋਂ ਇੱਧਰ ਆਈ ਜਾਂਦੇ ਸੀ, ਇੱਥੋਂ ਲੋਕ ਪਾਕਿਸਤਾਨ ਜਾ ਰਹੇ ਸੀ ਸੜਕਾਂ ਦੇ ਉੱਤੇ ਪਰਿਵਾਰ ਨੂੰ, ਟੱਬਰ ਨੂੰ ਲੈ ਕੇ। ਉਹ ਮੰਜ਼ਰ ਜਦੋਂ ਦੇਖਿਆ, ਮੈਂ ਸਮਝਦਾ ਉਦੋਂ ਕੇਂਦਰ ਸਰਕਾਰ ਦੀਆਂ ਚੂੜਾਂ ਵੀ ਹਿੱਲ ਗਈਆਂ ਕਿਤੇ ਨਾ ਕਿਤੇ। ਉਹਨਾਂ ਨੇ ਇਸ ਨੂੰ ਆਪਣੀ ਗਲਤੀ ਮੰਨਿਆ ਤਾਂ ਨਹੀਂ ਅੱਜ ਤਾਈਂ, ਪਰ ਮੈਂ ਸਮਝਦਾ ਗਲਤੀ ਦਾ ਅਹਿਸਾਸ ਕਿਤੇ ਨਾ ਕਿਤੇ ਹੋਇਆ ਵੀ ਬਹੁਤ ਵੱਡੀ ਇੱਕ ਭੂਲ ਉਹਨਾਂ ਨੇ ਕਰ ਲਈ। ਅਤੇ ਉਹਦੇ ਕਰਕੇ ਚਾਹੇ ਇੰਨੇ ਗਰੀਬ ਲੋਕਾਂ ਦੇ ਉੱਤੇ ਬਹੁਤ ਵੱਡੀ ਮਾਰ ਪਈ। ਹੁਣ ਮੈਂ ਕਹਿ ਤਾਂ ਬੈਠਾ ਵੀ ਇਹਨੇ ਕਿਸੇ ਨਾਲ ਫਰਕ ਨਹੀਂ ਕਰਨਾ ਕਰੋਨਾ ਵਾਇਰਸ ਨੇ, ਪਰ ਉਦੋਂ ਲੱਗਿਆ ਵੀ ਆਹ ਜਿਹੜਾ ਕਰੋਨਾ ਹੈ ਗਰੀਬਾਂ ਦੇ ਉੱਤੇ ਬੜੀ ਕੋਝੀ ਮਾਰ ਪਈ ਹੈ। ਉਹ ਸਰਕਾਰ ਦੀ ਗਲਤ ਨੀਤੀਆਂ ਕਰਕੇ, ਜੇ ਮਾੜੀ ਮੋਟੀ ਪਲੈਨਿੰਗ ਕਰ ਲੈਂਦੇ ਵੀ ਇਹ ਗਰੀਬ ਕਿੱਥੇ ਜਾਣਗੇ, ਇਹਨਾਂ ਦਾ ਇੰਤਜ਼ਾਮ ਕਰ ਦਈਏ। ਕਿਉਂ? ਦੇਖੋ, ਉਹ ਜਿਹੜੇ ਚੱਲ ਕੇ ਆਏ ਸੀ ਇੱਥੇ ਕੋਈ ਸੈਰ ਸਪਾਟੇ ਵਾਸਤੇ ਸੈਲਾਨੀ ਨਹੀਂ ਸੀ ਆਏ, ਰੁਜ਼ਗਾਰ ਨੂੰ ਆਏ ਸੀਗੇ। ਅਤੇ ਰੁਜ਼ਗਾਰ ਬੰਦ ਹੋ ਗਿਆ, ਤੁਸੀਂ ਉਹਨੂੰ ਕਹੋ ਵੀ 3 ਮਹੀਨੇ ਇੱਥੇ ਬੈਠਾ ਰਹੇ, ਉਹਦਾ ਕੋਈ ਨਾ ਕੋਈ ਪ੍ਰਬੰਧ ਅਗਰ ਹੋ ਜਾਂਦਾ ਤਾਂ ਉਹ ਮੰਜ਼ਰ ਨਹੀਂ ਸੀ ਦੇਖਣੇ ਮਿਲਦੇ। ਵੀ ਇੱਕ ਬੱਚੀ ਜਿਹੜੀ ਜੋਤੀ ਅਜੇ ਵੀ ਮੇਰੇ ਦਿਮਾਗ 'ਚ, ਮੈਂ ਤਾਂ ਆਹ ਵੀ ਲਿਖਿਆ ਸੀ, ਕਿਉਂਕਿ ਦੇਖੋ ਮੈਂ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦਾ, ਉਹਦਾ ਰਾਜਨੀਤਿਕ ਤੌਰ 'ਤੇ ਜਦੋਂ ਤਾਈਂ ਲੋਕਾਂ 'ਚ ਚੇਤਨਾ ਨਹੀਂ ਹੋਊਗੀ, ਇੱਕ ਬੱਚੀ 14 ਸਾਲ ਦੀ ਜੋਤੀ ਜਿਹੜੀ ਹੈ, ਗੁੜਗਾਵਾਂ ਤੋਂ ਲੈ ਕੇ ਦਰਭੰਗਾ 1200 ਕਿਲੋਮੀਟਰ ਟੁੱਟੀ ਸਾਈਕਲ 500 ਰੁਪਈਆਂ 'ਚ ਖਰੀਦੀ ਉਹਨੇ। ਉਹ ਜਦੋਂ ਉਹਨੂੰ ਆਪਣੇ ਪਿਤਾ ਨੂੰ ਲੈ ਕੇ ਜਾਣਾ ਪਿਆ, ਉਹ ਸਭ ਐਵੇਂ ਹੁਣ ਕਰੀ ਜਾਂਦੇ, ਕਹਿੰਦੇ ਜੀ ਬੜੀ ਸਾਈਕਲਿਸਟ ਆ, ਉਹਨੂੰ ਨਵੀਂ ਸਾਈਕਲ ਦੇ ਤੀ ਸਪੋਰਟਸ ਮਿਨਿਸਟਰ ਨੇ। ਯਾਰ, ਮੈਂ ਗਰੀਬੀ ਨਾਲ ਕੋਝਾ ਮਜ਼ਾਕ ਕੀਤਾ। ਪਰ ਹੁਣ ਮੈਂ ਸਮਝਦਾ ਵੀ ਸਟੇਟਸ ਨੂੰ ਇਨਵੋਲਵ ਕੀਤਾ ਕੇਂਦਰ ਸਰਕਾਰ ਨੇ, ਪਰ ਜਿਹੜੀ ਬੇਸਿਕ ਡੈਫੀਸ਼ੀਐਂਸੀਜ਼ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਗੁਰਪ੍ਰੀਤ ਜੀ ਵੀ ਅੱਜ ਦੇ ਸਰਚਾਰਜਡ ਪੋਲੀਟੀਕਲ ਐਟਮੋਸਫੀਅਰ 'ਚ ਤੁਸੀਂ
ਜਿਹੜੀ ਫੰਡਾਮੈਂਟਲ ਗੱਲ ਕੀਤੀ ਹੈ ਵੀ ਅੱਜ ਸਾਡੇ ਪੰਜਾਬ 'ਚ ਵੀ ਪੂਰੇ ਹਿੰਦੁਸਤਾਨ 'ਚ ਮੈਡੀਕਲ ਫੈਸਿਲਿਟੀਜ਼ ਦੀ ਬੜੀ ਭਾਰੀ ਘਾਟ ਹੈ ਸਾਹਿਬ। ਲੈਟਸ ਬੀ ਓਨੈਸਟ, ਐਵੇਂ ਮੈਂ ਕਹੀ ਜਾਵਾਂ ਜੀ ਅਸੀਂ ਇੰਨੇ ਪਲਾਂਘਾਂ ਮਾਰ ਲਈਆਂ, ਬਹੁਤ ਵੱਡੀ ਘਾਟ ਹੈ। ਉਹਦੇ ਵਾਸਤੇ ਮੈਂ ਸਮਝਦਾ ਵੀ ਕੈਪਟਨ ਸਾਹਿਬ ਨੇ ਬੜਾ ਸਹੀ, ਮੁੱਖ ਮੰਤਰੀ ਸਾਹਿਬ ਨੇ ਜਿਹੜੀ ਵਾਇਰੋਲੋਜੀ ਇੰਸਟੀਚਿਊਟ ਵਾਸਤੇ ਮੰਗ ਕੀਤੀ, ਮੈਂ ਆਭਾਰੀ ਹਾਂ ਪ੍ਰਧਾਨ ਮੰਤਰੀ ਸਾਹਿਬ ਦਾ ਵੀ, ਉਹਨਾਂ ਨੇ ਗੱਲ ਮੰਨੀ ਹੈ। ਤੇ 500 ਕਰੋੜ ਰੁਪਏ ਦਾ ਜਿਹੜਾ ਵਾਇਰੋਲੋਜੀ ਇੰਸਟੀਚਿਊਟ ਇੱਥੇ ਆਊਗਾ, ਉਹਦੇ ਨਾਲ ਜਿੱਥੇ ਰਿਸਰਚ ਅਲਾਈਡ ਜਿਹੜੀ ਉਹਦੇ ਵਿੱਚ ਮੈਡੀਕਲ ਹੈਗੀ, ਉਹਦਾ ਮੈਂ ਸਮਝਦਾ ਇਟਸ ਅ ਗੁੱਡ ਸਟੈਪ ਇਨ ਦ ਰਾਈਟ ਡਾਇਰੈਕਸ਼ਨ। ਬਟ ਆਹ ਅਹਿਸਾਸ ਮੈਨੂੰ ਲੱਗਦਾ ਵੀ ਇਕੱਲੇ ਪੰਜਾਬ ਨੂੰ ਨਹੀਂ, ਸਾਰੇ ਦੇਸ਼ ਨੂੰ, ਦੇਸ਼ ਦੀ ਸਮੇਂ ਦੀ ਸਰਕਾਰਾਂ ਨੂੰ, ਪੋਲੀਟੀਸ਼ੀਅਨਸ ਨੂੰ, ਐਡਮਿਨਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਲੈਟਸ ਜਿਹੜਾ ਫੰਡਾਮੈਂਟਲ ਇਸ਼ੂਜ਼ ਹੈ, ਹੈਲਥ, ਐਜੂਕੇਸ਼ਨ, ਉਹਦੇ ਵਾਸਤੇ ਕਰੀਏ ਸਾਹਿਬ। ਨਹੀਂ ਤਾਂ ਸਾਰੀ, ਚਾਹੇ ਆਪਾਂ GDP ਦੇ ਆંકੜੇ ਦੇ ਹੀ ਜਾਈਏ ਵੀ ਇੰਨੇ ਵੱਧ ਗਿਆ ਜੀ, ਘਟ ਗਿਆ ਜੀ, ਕੋਈ ਮਾਇਨੇ ਨਹੀਂ ਸਾਹਿਬ, ਜਦ ਤਾਈਂ ਆਪਣਾ ਜੀਵਨ ਸੁਰੱਖਿਅਤ ਨਹੀਂ, ਆਪਾਂ ਉਹਨਾਂ ਨੂੰ ਬੇਸਿਕ ਮੈਡੀਕਲ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਕਰ ਸਕਦੇ। ਇੱਕ ਡਾਕਟਰ ਸਾਹਿਬ, ਆ ਵਾਇਰੋਲੋਜੀ ਜਿਹੜਾ ਇੰਸਟੀਚਿਊਟ ਹੈ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ, ਕਿਉਂਕਿ ਕੁਝ ਲੋਕ ਇਹਦੇ ਲਈ ਖਦਸ਼ਾ ਇਹ ਪ੍ਰਗਟ ਕਰ ਰਹੇ ਕਿ ਜਿਵੇਂ ਵੁਹਾਨ ਸ਼ਹਿਰ ਦੇ ਵਿੱਚੋਂ ਸੇਮ ਜਗ੍ਹਾ ਉਹੀ ਚੀਜ਼ ਆ, ਤੇ ਉੱਥੋਂ ਜੇ ਚਾਈਨਾ 'ਚ ਸਾਰਾ ਕੁਝ ਹੋ ਸਕਦਾ ਤੇ ਫਿਰ ਪੰਜਾਬ ਨੂੰ ਇਹਦੇ ਲਈ ਕਿਉਂ ਚੁਣਿਆ ਗਿਆ। ਇਹ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਚੱਲ ਗਈ, ਜਿੱਦਾਂ ਪਹਿਲਾਂ ਸੀ ਕਿ ਨਿਊਕਲੀਅਰ ਪਲਾਂਟ ਲਾਉਣ ਦੀ ਚਰਚਾ ਚੱਲੀ ਸੀ ਪੰਜਾਬ ਦੇ ਵਿੱਚ, ਉਹਦਾ ਵਿਰੋਧ ਕੀਤਾ ਹੈਗਾ ਲੋਕਾਂ ਵੱਲੋਂ। ਹੁਣ ਇਹ ਤੁਹਾਨੂੰ ਲੱਗਦਾ ਕਿ ਵੀ ਇਹ ਪੰਜਾਬ ਉਹਦੇ ਲਈ ਸੂਟੇਬਲ ਜਗ੍ਹਾ, ਜਾਂ ਵਾਕਈ ਉਹਦੇ ਆਉਣ ਦਾ ਕੋਈ ਫਾਇਦਾ ਹੋਊਗਾ? ਜਾਂ ਉਸ ਦਿਨ ਵੀ ਅਸੀਂ ਗੱਲ ਕਰ ਰਹੇ ਸੀ ਇਸੇ ਪ੍ਰੋਗਰਾਮ 'ਚ, ਤੇ ਮੇਰੇ ਦਿਮਾਗ ਸੀ ਕਿ ਜ਼ਰੂਰ ਕੋਈ ਨਾ ਕੋਈ ਬੰਦਾ ਇਹਦੇ 'ਤੇ ਗੱਲ ਕਹੇਗਾ, ਤੇ ਅੱਜ ਕੁਦਰਤੀ ਤੁਸੀਂ ਗੱਲ ਛੇੜੀ। ਨਹੀਂ, ਬਿਲਕੁਲ ਮੈਂ ਸਮਝਦਾ ਸਭ। ਦੇਖੋ ਖਦਸ਼ੇ ਜਿਹੜੇ, ਮੈਂ ਇਨਫੈਕਟ ਮੈਨੂੰ ਬੜਾ ਚੰਗੀ ਤਰ੍ਹਾਂ ਯਾਦ ਹੈ, ਉਦੋਂ ਮੈਂ ਪਹਿਲੀ ਵਾਰੀ ਕਿਸੇ ਅਕਾਲੀ ਲੀਡਰ ਨੂੰ ਸਿਆਣੀ ਗੱਲ ਕਰਦੇ ਸੁਣਿਆ ਸੀਗਾ ਪਾਰਲੀਮੈਂਟ 'ਚ, ਚਾਹੇ ਸਾਡੇ ਰਾਜਨੀਤਿਕ ਵਿਰੋਧ ਹੈ ਪਰ ਚੰਗੀ ਗੱਲ ਨੂੰ ਸਹੀ ਕਹਿਣਾ। ਉਦੋਂ ਮਿਸਿਸ ਬਾਦਲ ਨੇ ਉੱਥੇ ਬੋਲਦੇ ਕਿਹਾ ਸੀ ਵੀ ਹਿੰਦੁਸਤਾਨ 'ਚ ਅਜੇ ਤਾਈਂ ਸਾਡੇ ਕੋਲ ਫਾਇਰ ਬ੍ਰਿਗੇਡ ਤਾਂ ਹੈ ਨਹੀਂ, ਕਿਸੇ ਮੰਡੀ 'ਚ ਅੱਗ ਲੱਗ ਜੇ ਉਹਨੂੰ ਬੁਝਾਉਣ ਵਾਸਤੇ, ਜੇ ਕਿਤੇ ਨਿਊਕਲੀਅਰ ਹਾਦਸਾ ਹੋ ਗਿਆ ਉਹਨੂੰ ਕਿਸ ਤਰ੍ਹਾਂ ਸੰਭਾਲਿਆ ਜਾਊਗਾ। ਬਟ ਐਟ ਦ ਸੇਮ ਟਾਈਮ ਦੂਜੇ ਪਾਸੇ ਖਦਸ਼ਾ ਸੀ ਵੀ ਪੰਜਾਬ ਦੇ ਅੰਦਰ ਅਗਰ ਆ ਕੇ ਲੱਗਦਾ ਹੈ ਤੇ ਆਪਾਂ ਇਹਨਾਂ ਦੀ ਜਦ 'ਚ ਬੈਠੇ ਹਾਂ, ਪਾਕਿਸਤਾਨ ਦੇ ਕਿਤੇ ਨਾ ਕਿਤੇ ਕੋਈ ਟੈਰਰਿਸਟ ਇਸ ਕਿਸਮ ਦਾ ਕਰ ਜੇ। ਇਨਫੈਕਟ ਉਦੋਂ ਇੱਕ ਡੈਲੀਗੇਸ਼ਨ ਆਇਆ ਸੀਗਾ ਉਹਨਾਂ ਦੇ ਆਰਮਡ ਫੋਰਸਿਸ, ਰਿਟਾਇਰਡ ਆਰਮਡ ਫੋਰਸਿਸ ਜਿਹੜੇ ਸੀਗੇ ਪਾਕਿਸਤਾਨ ਦੇ, ਤੇ ਸਪੀਕਰ ਸਾਹਿਬ ਸੀਗੇ, ਉਹਨਾਂ ਨੇ ਸਾਰੇ ਆਲ ਪਾਰਟੀ, ਨੈਚੁਰਲੀ ਅਕਾਲੀ ਅਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਮੈਨੂੰ ਵੀ ਬੁਲਾਇਆ ਸੀਗਾ। ਤੇ ਉੱਥੇ ਮੈਂ ਗੱਲ ਇੱਕ ਪ੍ਰਪੋਜ਼ ਕੀਤਾ ਸੀ, ਮੈਂ ਕਿਹਾ ਮੈਂ ਪ੍ਰਪੋਜ਼ ਕਰਦਾ ਵੀ ਆਹ ਜਿਹੜਾ ਪੰਜਾਬ 'ਚ ਲੱਗਣਾ ਚਾਹੀਦਾ ਪਲਾਂਟ ਜਿਹੜਾ, ਤੇ ਲੱਗਣਾ ਅੰਮ੍ਰਿਤਸਰ ਦੇ ਕੋਲ ਚਾਹੀਦਾ, ਬਾਰਡਰ ਤੇ ਲੱਗੂਗਾ, ਤੇ ਨਾ ਤਾਂ ਪਾਕਿਸਤਾਨ ਨੇ ਇਹਦੇ ਨਾਲ ਛੇੜਛਾੜ ਕਰਨੀ, ਨਾ ਅਸੀਂ ਕਰਨੀ, ਕਿਉਂਕਿ ਜੇ ਕਿਤੇ ਉਹਦੇ 'ਚ ਲੀਕ ਹੋ ਗਈ ਤਾਂ ਲਾਹੌਰ ਨੂੰ ਵੀ ਉਨੀ ਜਦ ਚਿਆਣਾ ਜਿੰਨਾ ਇਹਦੇ 'ਚ ਆਊਗਾ। ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਸਾਹਿਬ, ਵੈਦਰ ਇਟ ਵਾਜ਼ ਅ ਲੀਕ ਉੱਥੇ ਵੁਹਾਨ ਦੇ ਅੰਦਰ ਜਾਂ ਇਹ ਪ੍ਰੀ ਮੈਡੀਟੇਟਿਡ, ਕਿਉਂਕਿ ਇਹਦੇ ਬਹੁਤ ਸਾਰੀ ਥਿਊਰੀਜ਼ ਚੱਲ ਰਹੀਆਂ। ਕਈ ਜਿਹੜੇ ਕਹਿ ਰਹੇ ਜਿਹੜੇ ਬਣਾ ਰਹੇ ਹੈ ਵੈਕਸੀਨ ਬਣਾ ਰਹੇ ਹੈ, ਵੈਕਸੀਨ ਨੂੰ ਲੈ ਕੇ ਵੀ ਤੁਸੀਂ ਅਗਰ ਵੈਬ ਖੋਲੋਗੇ ਤੇ ਇਹਦੇ ਵਿੱਚ ਵੀ ਬਹੁਤ ਕੁਝ ਆ ਰਿਹਾ, ਬਹੁਤ ਵੱਡਾ ਵੈਕਸੀਨ ਦਾ। ਇਹਨਾਂ ਨੇ ਪਹਿਲਾਂ ਸਵਾਈਨ ਫਲੂ ਆ ਗਿਆ, ਫਿਰ ਇਬੋਲਾ ਆ ਗਿਆ, ਹਰੇਕ ਚੀਜ਼ ਦਾ ਕੱਢੀ ਜਾਂਦੇ ਆ। ਇਨਫੈਕਟ ਮੈਨੂੰ ਅਜੇ ਵੀ ਇਸ ਗੱਲ ਤੇ ਆਮ ਨੋਟ ਅ ਮੈਡੀਕਲ ਸਪੈਸ਼ਲਿਸਟ, ਕਹਿੰਦੇ ਨੇ ਮੈਂ ਐਵੇਂ ਆਪਣੇ ਆਪ ਨੂੰ ਗਿਆਨੀ ਕਰ, ਪਰ ਮੇਰਾ ਮੰਨਣਾ ਹੈ ਸਿੰਸ ਇੱਕ ਪਾਸੇ ਕਹੀ ਜਾਂਦੇ ਆ ਵੀ ਆਹ ਜਿਹੜਾ ਵਾਇਰਸ ਹੈ ਇਟ ਮਿਊਟੇਟਸ, ਬੜਾ ਕਹਿੰਦੇ ਇਹਦੇ ਵੀ ਕਈ ਵੈਰਾਈਟੀਆਂ ਆ ਗਈਆਂ, ਵੁਹਾਨ ਤੋਂ ਚੱਲਿਆ ਸੀ, ਵੁਹਾਨ 1 2 3 ਕਈ ਕੁਛ ਹੋ ਗਿਆ ਇਹਦੇ ਵਿੱਚ, ਜਿਵੇਂ ਆ COVID-19, ਇਸ ਤੋਂ ਪਹਿਲਾਂ COVID-18 ਵੀ ਕੋਈ ਹੋਣਾ ਹੈ, ਜਿਹੜਾ 19 ਹੋ ਗਿਆ, ਫਿਰ ਮਿਊਟੇਟ ਕਰਦਾ ਹੈ। ਇੱਥੇ ਜਿਹੜੀ ਸਟ੍ਰੇਨ ਹੈ ਹਿੰਦੁਸਤਾਨ 'ਚ ਉਹ ਕੋਈ ਹੋਰ ਸਟ੍ਰੇਨ ਹੈ। ਸੋ ਹਾਊ ਕੈਨ ਦੇਅਰ ਬੀ ਵਨ ਵੈਕਸੀਨ ਫॉर ਐਵਰੀਥਿੰਗ? ਜਿਵੇਂ ਪੈਨਸਲੀਨ ਪਹਿਲਾਂ ਲਾ ਦਿੰਦੇ ਸੀ, ਹੁਣ ਪਤਾ ਲੱਗਿਆ ਵੀ ਪੈਨਸਲੀਨ ਹਰੇਕ ਵਾਸਤੇ ਕੰਮ ਨਹੀਂ ਕਰਦੀ। ਸੋ ਦੇਅਰ ਆਰ ਬਿਗ ਕੁਐਸਚਨਸ, ਬਟ ਅਗਰ ਪ੍ਰੋਪਰ ਇਸ ਤਰੀਕੇ ਨਾਲ ਕਰਾਂਗੇ ਇਸ ਤਰ੍ਹਾਂ ਤਾਂ ਹਰੇਕ ਐਨੀ ਇੰਡਸਟਰੀਅਲ ਵੈਂਚਰ ਇਜ਼ ਅ ਡੇਂਜਰ ਸਾਹਿਬ। ਪਰ ਮੈਂ ਸਮਝਦਾ ਪ੍ਰੋਪਰ ਪ੍ਰੀਕਾਸ਼ਨਸ ਦੇ ਨਾਲ ਅੱਜ ਜੇ ਆਪਾਂ ਮੰਗਲ ਗ੍ਰਹਿ 'ਤੇ ਜਾਣ ਦੀਆਂ ਗੱਲਾਂ ਕਰੀ ਜਾਂਦੇ ਹਾਂ, ਤਾਂ ਦੂਜੇ ਪਾਸੇ ਆਪਾਂ ਕਹਿ ਦਈਏ ਵੀ ਅਸੀਂ ਇਹਨੂੰ ਸੇਫ ਇਨਵਾਇਰਮੈਂਟ 'ਚ ਕੋਈ ਐਕਸਪੈਰੀਮੈਂਟ ਨਹੀਂ ਕਰ ਸਕਦੇ, ਫਿਰ ਤਾਂ ਆਪਾਂ ਆਤਮ ਨਿਰਭਰਤਾ ਛੱਡੀਏ ਜੀ, ਫਿਰ ਤਾਂ ਉੱਥੋਂ ਮੰਗਾ ਲਿਆ ਕਹੀਏ ਕਿਸੇ ਤੋਂ, ਜੇ ਕੋਈ ਉਹ ਕੀ ਨਾ ਆਪਣੇ ਦਾ ਮਾਈਕਰੋਸਾਫਟ ਵਾਲੇ ਦਾ ਜੇ ਉਹ ਕੋਈ 2-4 ਪੈਸੇ ਦਾਨ 'ਚ ਦੇ ਉਹਨੇ ਭੇਜ ਦਿੱਤੀਆਂ, ਕਹਿੰਦੇ ਮੈਂ ਲਵਾਉਂਗਾ। ਦੇਖੋ ਬੜੀ ਹੈਰਾਨ ਹੈ ਮੈਂ ਇਸ ਗੱਲ 'ਤੇ ਵੀ, ਉਹ ਮਿਲਿੰਡਾ ਤੇ ਉਹਨਾਂ ਦੇ ਹਸਬੈਂਡ ਬਿਲ ਗੇਟਸ ਕਹਿ ਰਿਹਾ ਵੀ ਅਸੀਂ ਉੱਥੇ ਲਵਾਵਾਂਗੇ, ਟੀਕੇ ਲਵਾਵਾਂਗੇ। ਅੰਬਾਨੀ ਤੇ ਉਹਨਾਂ ਦੀ ਵਾਈਫ ਕਹਿ ਰਹੀ ਹੈ ਨੀਤਾ ਅੰਬਾਨੀ, ਅਸੀਂ ਗਰੀਬਾਂ ਦੇ ਕੰਮ ਤਾਂ ਸਰਕਾਰ ਦੇ ਕਰਨ ਵਾਲੇ। ਗੁਰਪ੍ਰੀਤ ਜੀ ਕਿਹੜੇ ਕੰਮਾਂ 'ਚ ਪੈ ਗਏ? ਆਹ ਮੁਲਕ ਦੇ ਇੱਕ ਪਾਸੇ ਕਹਿੰਦੇ ਅਸੀਂ ਚੀਨ ਨਾਲ ਜੱਫਾ ਪਾਉਣ ਲੱਗੇ ਹਾਂ, ਦੂਜੇ ਪਾਸੇ ਕਹਿੰਦੇ ਅਸੀਂ ਮਿਲਿੰਡਾ ਗੇਟ ਕਨੀ ਝਾਕੀ ਜਾਂਦੇ ਹਾਂ, ਨੀਤਾ ਅੰਬਾਨੀ ਜੀ ਕਨੀ ਝਾਕੀ ਨਾ। ਸੋ ਲੋਕਾਂ ਨੂੰ ਗੁਰਪ੍ਰੀਤ ਜੀ ਐਵੇਂ ਆਪਾਂ ਭਾਵੁਕ ਹੋ ਜਾਂਦੇ ਹਾਂ ਜੀ।
ਘੋਖ ਕੇ ਗੱਲ ਨੂੰ ਫੇਰ ਕਰਨੀ ਚਾਹੀਦੀ ਹੈ। ਹੈਗੇ ਪ੍ਰੋਬਲਮਸ ਹੈਗੀਆਂ ਸਭ, ਕੋਈ ਵੀ ਫੈਕਟਰੀ ਲਾਵਾਂਗੇ ਉਹਦੀ ਕੋਈ ਨਾ ਕੋਈ ਇੱਥੇ ਹੈ, ਕੋਈ ਵੀ ਜਿਹੜੀ ਅਮੋਨੀਆ ਖਾਦ ਹੈ ਜਿਹੜਾ ਬਣਾਈ ਜਾਂਦੇ ਆ ਇਹਦੇ 'ਚ ਬਰੂਚੇ ਹੋ ਗਿਆ, ਫਿਰ ਆਪਾਂ ਖਾਦ ਬਣਾਉਣੀ ਬੰਦ ਕਰ ਦਈਏ। ਬਿਲਕੁਲ, ਚਲੋ ਇਹ ਤਾਂ ਹੁਣ ਸਮਾਂ ਦੱਸੂਗਾ। ਮੈਂ ਤਾਂ ਗੱਲ ਛੇੜੀ ਸੀ ਕਿਉਂਕਿ ਮੈਨੂੰ ਸੀ ਕਿ ਉਹਦਾ ਚਰਚਾ ਹੈ ਤਾਂ ਆਪਾਂ ਉਹਦੇ 'ਤੇ ਵਿਚਾਰ ਕਰ ਲਈਏ। ਆਪਾਂ ਹੁਣ ਜਦੋਂ ਪੰਜਾਬ ਵਾਲੇ ਪਾਸੇ ਆਉਂਦੇ ਹਾਂ ਤਾਂ ਪੰਜਾਬ ਜਿਹੜਾ ਇਸ ਵਕਤ ਹੁਣ ਤਾਂ 2022 ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਜਿੰਨੇ ਵੀ ਲੀਡਰ ਸਾਹਿਬਾਨ ਨੇ ਵੱਖਰੀਆਂ ਪਾਰਟੀਆਂ ਦੇ, ਉਹਨਾਂ ਆਪਣੇ ਵੱਲੋਂ ਤਿਆਰੀ ਸ਼ੁਰੂ ਕਰਤੀ। ਕਾਂਗਰਸ ਪਾਰਟੀ ਦੀ ਤੁਹਾਡੀ ਸਰਕਾਰ ਹੈ ਤੇ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਂ ਸਮਝਦਾ ਵੀ ਸਰਕਾਰ ਨੇ ਜਿੰਨੇ ਵੀ ਜਿਸ ਕਿਸਮ ਦੇ ਹਾਲਾਤ ਸੀ, ਗਿਵਨ ਦਾ ਸਰਕਮਸਟਾਂਸਿਸ, ਜਿਹੜੇ ਹਾਲਾਤਾਂ 'ਚ ਅਸੀਂ ਸਰਕਾਰ ਲਈ 10 ਸਾਲ ਦਾ ਜਿਹੜਾ ਇੱਕ ਸਾਨੂੰ ਲਿਗੇਸੀ ਮਿਲੀ, ਜਿਹੜਾ ਕੰਡੇ ਬੀਜੇ ਸੀ ਜਾਂ ਵਟ ਐਵਰ ਵੀ ਇਨਹੈਰੀਟਿਡ, ਜਿਹਨੂੰ ਲਿਗੇਸੀ ਅਸੀਂ ਕਹਿੰਦੇ ਹਾਂ, ਉਹਨਾਂ ਹਾਲਾਤਾਂ 'ਚ ਸਰਕਾਰ ਹੈਜ਼ ਡਨ ਰਿਮਾਰਕੇਬਲੀ ਵੈਲ। ਤੁਸੀਂ ਇਸ ਗੱਲ ਨੂੰ ਸ਼ਾਇਦ ਨਾ ਮੰਨੋ ਕਿਉਂਕਿ ਇਹਨਾਂ ਦੇ ਵਿੱਚ ਉਹ ਜਿਹੜੇ ਬਿਗ ਟਿਕਟ ਆਈਟਮ ਹੈ ਨਹੀਂ, ਜਿਹੜੇ ਉਹਦੇ ਨਾਲ ਐਗਜ਼ੋਟਿਕ ਉਹ ਬਲੌਕਬਸਟਰ ਟਾਈਪ ਹੈ ਨਹੀਂ। ਹੁਣ ਜੇ ਮੈਂ ਗੱਲ ਕਰਾਂ ਵੀ ਕੱਲ੍ਹ ਕੈਪਟਨ ਸਾਹਿਬ ਨੇ ਕਿਹਾ ਵੀ ਪੜ੍ਹਾਈ 12ਵੀਂ ਤਾਈਂ ਮੁਫਤ ਹੈ ਜੀ, ਮੈਂ ਹੁਣੇ ਕਹਿ ਕੇ ਹਟਾਂ ਵੀ ਐਜੂਕੇਸ਼ਨ ਇਜ਼ ਅ ਪ੍ਰਾਇਮਰੀ ਕੰਸਰਨ। ਉਹ ਕਿਸੇ ਨੇ ਉਹਦਾ ਮੇਰੇ ਖਿਆਲ 'ਚ ਅਖਬਾਰ 'ਚ ਕਿਤੇ ਲੈਣ ਵੀ ਨਹੀਂ ਲੱਗੀ ਵੀ ਪੜ੍ਹਾਈ ਮੁਫਤ ਹੋ ਗਈ। 5 ਲੱਖ ਰੁਪਏ ਤਾਈਂ ਦਾ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਗਰੀਬ ਵਾਸਤੇ, ਮੈਂ ਸਮਝਦਾ ਇੱਕ ਬਹੁਤ ਵੱਡੀ ਜਿਹੜੀ ਮੰਗ ਹੈ। ਇਹਦੇ ਵਿੱਚ ਸੈਂਟਰ ਗੌਰਮੈਂਟ ਤਾਂ ਚਲੋ ਕਹਿੰਦਾ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਵਾਲੀ ਗੱਲ ਹੈ। ਮੋਦੀ ਸਾਹਿਬ ਨੇ ਜਿਹੜਾ ਪ੍ਰੋਗਰਾਮ ਲਿਖਿਆ ਸੀਗਾ ਉਹਦੇ 'ਚ 14 ਲੱਖ ਲੋਕਾਂ ਦੇ ਇੰਸ਼ੋਰੈਂਸ ਹੋਣੀ ਸੀ। ਕੈਪਟਨ ਸਾਹਿਬ ਨੇ ਕਿਹਾ ਨਹੀਂ, ਆਹ ਜਿਹੜੀ ਜ਼ਰੂਰੀ ਰਿਕੁਆਇਰਮੈਂਟ ਹੈ ਹਰੇਕ ਗਰੀਬ ਨੂੰ ਅੱਜ ਦੇ ਦਿਨ ਕਿਤੇ ਕਿਸੇ ਤੇ ਆ ਜਾਂ ਮਾੜਾ ਵਕਤ ਪੈ ਨਾ ਜੇ। ਮੈਂ ਆਈ ਡੋਂਟ ਨੋ ਟਾਈਮ ਕਿੰਨਾ ਕੁ ਆਪਣੇ ਗਰੁੱਪ ਜੀ, ਮੈਂ ਇੱਕ ਇੰਸਟਾਂਸ ਤੁਹਾਨੂੰ ਦੱਸਣਾ ਚਾਹੂੰਗਾ। ਮੈਂ 80 'ਚ ਪਹਿਲੀ ਵਾਰੀ ਅਮਰੀਕਾ ਗਿਆ ਜੀ। ਉੱਥੇ ਮੈਂ ਆਪਣੇ ਦੋਸਤਾਂ ਕੋਲ ਰੁਕਿਆ ਸੀਗਾ ਤੇ ਇੱਕ ਦਿਨ ਉਹ ਮੈਨੂੰ ਕਹਿਣ ਲੱਗੇ, ਕਹਿੰਦਾ ਸੁਨੀਲ ਬਾਕੀ ਕੁਛ ਕਰ ਲਈ, ਕਹਿੰਦਾ ਯਾਰ ਅਮਰੀਕਾ ਹੈ, ਬਿਮਾਰ ਨਾ ਪੈ ਜੀ। ਅੱਛਾ ਜੀ। ਮੈਂ ਆਹ ਕੀ ਗੱਲ ਕਰਤੀ, ਕਿਹੜਾ ਮੇਰੇ ਬਸ 'ਚ ਹੈ ਬਿਮਾਰ ਪੈਣਾ ਨਾ ਪੈਣਾ। ਕਹਿੰਦਾ ਨਹੀਂ ਯਾਰ, ਜੇ ਬਿਮਾਰ ਪੈ ਗਿਆ ਨਾ ਬਿੱਲ ਨਹੀਂ ਦਿੱਤਾ ਜਾਣਾ ਆਪਣੇ ਤੋਂ। ਅੱਛਾ ਜੀ। ਉਹ ਅਮਰੀਕਾ ਦੀ ਗੱਲ 80 ਦੀ ਗੱਲ ਹੈ। ਅੱਜ ਹਿੰਦੁਸਤਾਨ ਦੇ ਅੰਦਰ ਜੇ ਖੁਦਾ ਨਾ ਖਾਸਤਾ ਕਿਸੇ ਨੂੰ ਹਸਪਤਾਲ ਜਾਣਾ ਪੈ ਜੇ, ਗਰੀਬ ਦਾ ਤਾਂ ਕਹਿੰਦੇ ਹੋ ਕੀ ਜੀ, ਮੈਂ ਕਹਿੰਦਾ ਮਿਡਲ ਕਲਾਸ ਫੈਮਿਲੀ ਦੇ ਵੀ ਹੱਥ ਖੜੇ ਕਰਾ ਦਿੰਦੇ ਆ ਜਦੋਂ ਬਿੱਲ ਸਾਹਮਣੇ ਆਉਂਦਾ, ਹਾਰਟ ਅਟੈਕ ਤਿਆਰ ਪਿਆ ਜੀ। ਉਹਨਾਂ ਹਾਲਾਤਾਂ ਦੇ ਵਿੱਚ ਅੱਜ ਆਪਾਂ ਗਰੀਬ ਨੂੰ 5 ਲੱਖ ਰੁਪਏ ਦੀ ਅਗਰ ਦੇ ਰਹੇ ਹਾਂ, 44 ਲੱਖ ਪਰਿਵਾਰਾਂ ਦਾ ਉਹਨਾਂ ਨੇ ਕਰਤਾ। ਉਹਦੇ ਬਾਅਦ ਇਹਨਾਂ ਨੇ ਕਿਹਾ ਵੀ ਨਹੀਂ, ਜਿਹੜੇ ਕਿਸਾਨ ਹੈ ਜੇ ਫਾਰਮ ਜਿਹੜੇ ਲੈਂਦੇ ਆ ਉਹਨਾਂ ਸਾਰਿਆਂ ਦੇ ਵੀ ਕਰੋ, ਇਹਨਾਂ ਦੇ ਵੀ ਕਰੋ। ਆਈਡੀਆ ਇਜ਼ ਵੀ ਗਰੀਬ ਤਾਈਂ ਉਹ ਚੀਜ਼ ਪਹੁੰਚੇ। ਉਹਦੇ ਬਾਅਦ ਤੁਸੀਂ ਦੇਖੋ ਇੱਕ ਬਹੁਤ ਵੱਡਾ ਜਿਹੜੀ ਦੈਟ ਇਜ਼ ਅ ਮੋਰ ਆਫ ਆਈ ਵੁੱਡ ਸੇ, ਜਿਹਨੂੰ ਉਹਨਾਂ ਨੇ ਲੋਕਾਂ ਦੀ ਨਿਗਾਹ 'ਚ ਜ਼ਿਆਦਾ ਸੀ। ਪਿਛਲੇ ਅਸੈਂਬਲੀ ਸੈਸ਼ਨ 'ਚ 3 ਦਿਨ ਉਹਨਾਂ ਨੇ ਖੜਦੂ ਪਾਈ ਰੱਖਿਆ ਉੱਥੇ ਅਸੈਂਬਲੀ ਦੇ ਬਾਹਰ ਲੈ ਕੇ ਮੌਕ ਸਮਾਰਟਫੋਨ ਵਾਲਾ। ਹੁਣ ਕਿਸੇ ਨੇ ਧੰਨਵਾਦ ਨਹੀਂ ਕੀਤਾ। ਹੁਣ ਉਹਦੇ 'ਚ ਨੁਕਸ ਕੱਢੀ ਜਾਂਦੇ ਜੀ, ਇੰਨੇ ਦਿੱਤੇ ਇੰਨੇ ਨਹੀਂ ਦਿੱਤੇ, ਬਟ ਦੇ ਨਹੀਂ ਦਿੱਤੇ। ਮਨੂੰ ਗੁਰਪ੍ਰੀਤ ਜੀ, ਜਿਹੜਾ ਦੇयर ਸ਼ੁੱਡ ਬੀ ਅ ਪੋਲੀਟੀਕਲ ਡਿਸਕੋਰਸ। ਅਸੀਂ ਗਲਤ ਕਰੀ ਜਾਂਦੇ ਹਾਂ, ਸਰਕਾਰ 'ਚ ਬੈਠੀ ਹੈ ਸਾਡੀ ਸਰਕਾਰ, ਸਾਡੀ ਪਾਰਟੀ ਬੈਠੀ ਹੈ, ਸਾਡੀ ਨੁਕਤਾਚੀਨੀ ਹੋਣੀ ਲਾਜ਼ਮੀ, ਉਹਨਾਂ ਦਾ ਫਰਜ਼ ਵੀ ਕਰੇ, ਬਟ ਡਬਲ ਸਟੈਂਡਰਡਸ, ਪਖੰਡ ਨਾ ਕਰਨ ਸਾਹਿਬ। ਆਹ ਜਿਹੜਾ ਡਰਾਮਾ ਕਰਦੇ ਨਾ, ਹਿਪੋਕ੍ਰੇਸੀ, ਉਹਦੇ ਮੈਂ ਖਿਲਾਫ ਹਾਂ। ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਗੁਰਪ੍ਰੀਤ ਜੀ, ਜਦੋਂ ਮੈਂ ਅਪੋਜੀਸ਼ਨ 'ਚ ਬੈਠਾ ਸੀਗਾ, ਲੀਡਰ ਆਫ ਅਪੋਜੀਸ਼ਨ, ਤੇ ਸਾਡੇ ਇਹਨਾਂ ਦੇ ਅਕਾਲੀਆਂ ਦੇ ਐਜੂਕੇਸ਼ਨ ਮੰਤਰੀ ਸੀ ਚੀਮਾ ਸਾਹਿਬ, ਬਹੁਤ ਹੀ ਪੜ੍ਹੇ ਲਿਖੇ ਸੁਲਝੇ ਇਨਸਾਨ ਹੈ। ਉਹਨਾਂ ਨੇ ਖੜੇ ਹੋ ਕੇ ਉਹਨਾਂ ਨੇ ਪਹਿਲਾਂ ਕਿਹਾ ਸੀ ਅਸੀਂ PC ਦੇਵਾਂਗੇ, ਫਿਰ ਉਹਨਾਂ ਨੇ ਕਿਹਾ ਸੀ ਅਸੀਂ ਲੈਪਟਾਪ ਦੇਵਾਂਗੇ, ਫਿਰ ਕਹਿੰਦੇ ਟੈਬਲੇਟ ਦੇਵਾਂਗੇ। ਤੇ ਜਦੋਂ ਟੈਬਲੇਟ, ਇਹਨੂੰ ਆਈਪੈਡ ਨੂੰ ਟੈਬਲੇਟ ਕਹਿ ਕੇ ਉਹਨਾਂ ਨੇ, ਜਦੋਂ ਟੈਬਲੇਟ ਦੀ ਗੱਲ ਆਈ ਫਿਰ ਖੜੇ ਹੋ ਕੇ ਉਹਨਾਂ ਨੇ ਬਿਆਨ ਦਿੱਤਾ ਵੀ ਅਕਾਲੀ ਸਰਕਾਰ, BJP ਸਰਕਾਰ ਨੇ ਫੈਸਲਾ ਕੀਤਾ ਹੈ ਵੀ ਅਸੀਂ ਇਹ ਨਹੀਂ ਦੇਣਾ, ਕਿਉਂਕਿ ਬੱਚੇ ਅਗਰ ਇੰਟਰਨੈਟ ਦੇਖਣ ਲੱਗੇ ਤੇ ਉਹਨਾਂ ਦਾ ਕਰੈਕਟਰ ਜਿਹੜਾ ਚਰਿੱਤਰ ਖਰਾਬ ਹੋ ਜਾਊਗਾ। ਸਭ ਅੱਜ ਕਹਿ ਰਹੇ ਤੁਸੀਂ ਦੇ ਨਹੀਂ ਰਹੇ, ਉਦੋਂ ਜਵਾਕਾਂ ਦਾ ਚਰਿੱਤਰ ਖਰਾਬ ਹੋ ਰਿਹਾ ਸੀਗਾ। ਸੋ ਆਹ ਡਰਾਮਾ ਨਾ ਕਰਨ ਸਾਹਿਬ। ਦੇ ਸ਼ੁੱਡ ਕ੍ਰਿਟੀਸਾਈਜ਼ ਅਸ ਔਨ ਸੋਲਿਡ ਪੁਆਇੰਟਸ। ਮੈਂ ਨਹੀਂ ਕਹਿੰਦਾ ਅਸੀਂ ਸਾਰਾ ਕੁਝ ਕੀਤਾ ਸਹੀ ਹੈ, ਬਹੁਤ ਸਾਰੀ ਗਲਤੀਆਂ ਸਾਡੇ 'ਚ ਹੈ, ਪਰ ਜਿਹੜੀ ਗੱਲ ਕੋਈ ਡਿਨਾਈ ਨਹੀਂ ਕਰ ਸਕਦਾ ਉਹ ਹੈ ਜਦੋਂ ਦੇ ਕੈਪਟਨ ਸਾਹਿਬ ਆਏ। ਦੇਖੋ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਕਿਸੇ ਤੇ। ਆਹੀ ਸਰਕਾਰ ਹੈ, ਆਹੀ ਅਫਸਰ ਹੈ, ਜਿੰਨੀ ਫਸਲਾਂ ਆਈਆਂ ਤੁਸੀਂ ਦੇਖ ਲਓ ਵੀ ਕਿਸਾਨ ਨੂੰ। ਹੁਣ ਕੋਵਿਡ 'ਚ ਕਹਿੰਦੇ ਸੀ ਜੀ ਇੰਨੀਆਂ ਬਣਾਤੀਆਂ ਜੀ, ਇੰਨੀ ਉਹ ਪਾਸ ਲੈਣਾ ਪੈਂਦਾ ਹੈ ਜੀ, 1 ਟਰਾਲੀ ਦਾ ਪਾਸ ਹੈ ਜੀ, 2 ਟਰਾਲੀ ਦਾ ਪਾਸ ਹੈ ਜੀ। ਕਿਤੇ ਕੋਈ ਪ੍ਰੋਬਲਮ ਆਈ ਸਭ? ਕਿਸਾਨਾਂ ਦੀ ਫਸਲ ਚੱਕੀ ਗਈ, ਮੰਡੀਆਂ 'ਚ ਤੁੱਲ ਗਈ, ਵਿਕ ਗਈ, ਪੇਮੈਂਟ ਆ ਗਈ। ਉਹਦਾ ਕਿਸੇ ਨੇ ਉਹਦੇ, ਕਿਉਂਕਿ ਉਹ ਕੋਈ ਫੈਂਸੀ ਗੱਲ ਹੈ ਨਹੀਂ, ਉਹਦੇ 'ਚ ਕੋਈ ਪੋਲੀਟੀਕਲ ਕੱਢਣ ਨੂੰ ਹੈ ਨਹੀਂ, ਉਹਦੇ 'ਤੇ ਕੋਈ ਗੱਲ ਨਹੀਂ ਕਰਦਾ। ਰੂਲ ਆਫ ਲਾਅ ਦੀ ਗੱਲ ਸੀ ਵੀ ਉਹ ਸਮਾਂ ਵੀ ਯਾਦ ਕਰੋ ਜਦੋਂ ਕਹਿੰਦੇ ਸੀ ਵੀ ਜਿਵੇਂ ਔਰੰਗਜ਼ੇਬ ਦੇ ਸਮੇਂ ਕਹਿੰਦੇ ਹੁੰਦੇ ਸੀਗੇ ਵੀ ਉਹ ਸਵੇਰੇ ਔਰੰਗਜ਼ੇਬ ਨਾਸ਼ਤਾ ਕਰਨ ਤੋਂ ਪਹਿਲਾਂ
ਜਨੇਊ ਤੋਲ ਕੇ ਉਹਦੇ ਬਰਾਬਰ ਕਰਦਾ ਸੀ। ਉਸੇ ਤਰ੍ਹਾਂ ਇਹਨਾਂ ਨੇ ਅਕਾਲੀਆਂ ਨੇ ਬਣਾ ਰੱਖਿਆ ਸੀ ਵੀ ਇੰਨਿਆਂ ਦੇ ਅਸੀਂ ਪਰਨਾ ਪਵਾਉਣਾ ਹੀ ਪਾਉਣਾ, ਇਹਨਾਂ ਨੂੰ ਜੇ ਤਾਂ ਪਰਨਾ ਪਾ ਲੈਣਗੇ ਤਾਂ ਨਹੀਂ ਤਾਂ ਇਹਨਾਂ ਦੇ ਦਿਓ 307 302 452 ਤਾਂ ਰੇਵੜੀਆਂ ਵਾਂਗੂ ਵੰਡੀਆਂ ਸੀਗੀਆਂ। ਉਹ ਜਿਹੜਾ ਇੱਕ ਫੀਅਰ ਸਾਈਕੋਸਿਸ ਸੀਗਾ ਪੁਲਿਸ ਦਾ, ਉਹ ਕੈਪਟਨ ਸਾਹਿਬ ਨੇ ਖਤਮ ਕੀਤਾ, ਰੂਲ ਆਫ ਲਾਅ ਐਸਟੈਬਲਿਸ਼ ਕੀਤਾ, ਇੱਥੇ ਕਾਨੂੰਨ ਵਿਵਸਥਾ ਸਾਰਿਆਂ ਵਾਸਤੇ ਬਹਾਲ ਕੀਤੀ। ਇਸ ਕਿਸਮ ਦੇ ਜਿਹੜੇ ਕੰਮ ਕੀਤੇ, ਸਮਾਰਟ ਸਕੂਲ ਦਾ ਇਨੀਸ਼ੀਏਟਿਵ ਲਿਆ। ਬਾਕੀ ਇਹਨਾਂ ਗੱਲਾਂ ਦੇ ਉੱਤੇ ਲੋਕਾਂ ਦਾ ਧਿਆਨ ਨਹੀਂ ਜਾਂਦਾ, ਬਟ ਦੇਰ ਆਰ ਇਸ਼ੂਜ਼ ਜਿਹੜੇ ਵੈਰੀ ਪਰਟੀਨੈਂਟ। ਆਈ ਐਮ ਨਾਟ ਸੇਇੰਗ ਵੀ ਉਹ ਸਾਰੇ ਨਿਬੜ ਗਏ। ਉਹਨਾਂ ਤੇ ਮੈਂ ਆਉਣਾ ਚਾਹੁੰਦਾ ਸੀ ਜੈਕਟ ਸਾਹਿਬ। ਐਕਚੁਅਲੀ ਜਦੋਂ ਸਰਕਾਰ ਬਣੀ ਆ, ਕਿਉਂਕਿ 10 ਸਾਲਾਂ ਦੇ ਵਿੱਚ ਨਾ ਲੋਕ ਭਰੇ ਪੀਤੇ ਸੀ। ਜਦੋਂ ਕਾਂਗਰਸ ਪਾਰਟੀ, ਮੈਨੂੰ ਬੜੇ ਚੰਗੀ ਤਰ੍ਹਾਂ ਯਾਦ ਆ ਕਿ ਆਪੋਜੀਸ਼ਨ 'ਚ ਸੀ, ਤਾਂ ਉਦੋਂ ਆਪਾਂ ਉਹਨਾਂ ਹੀ ਮੁੱਦਿਆਂ ਦੇ ਉੱਪਰ ਸਭ ਤੋਂ ਵੱਧ ਕ੍ਰਿਟਿਸਾਈਜ਼ ਕੀਤਾ ਅਕਾਲੀ ਨੂੰ ਕਿ ਦੇਖੋ ਜੀ 10 ਸਾਲਾਂ ਦੇ ਵਿੱਚ ਇਹਨਾਂ ਨੇ ਆਹ ਕੁਛ ਕੀਤਾ ਜਾਂ ਇੱਥੇ ਲਿਆ ਕੇ ਪੰਜਾਬ ਨੂੰ ਖੜਿਆ ਕਰਤਾ। ਪਰ ਉਹ ਮੁੱਦੇ ਸਟਿਲ ਉੱਦਾਂ ਹੀ ਨੇ। ਖਾਸ ਕਰਕੇ ਤੁਸੀਂ ਵੀ ਬਹੁਤ ਜ਼ਿਆਦਾ ਉਸ ਚੀਜ਼ ਦਾ ਵਿਰੋਧ ਕੀਤਾ ਸੀ, ਐਂਡ ਤੁਸੀਂ ਬਹੁਤ ਸਾਰੇ ਤੁਹਾਡੇ ਮੈਂ ਲੈਕਚਰ ਵੀ ਸੁਣੇ ਜਿਨ੍ਹਾਂ ਵਿੱਚ ਤੁਸੀਂ ਕੈਪਟਨ ਸਾਹਿਬ ਨੂੰ ਇਹ ਗੱਲ ਕਹੇ ਹੋ ਕਿ ਵੀ ਜੇ ਕੈਪਟਨ ਸਾਹਿਬ ਆਪਾਂ ਆਹ ਕੰਮ ਨਾ ਕੀਤਾ ਤਾਂ ਲੋਕਾਂ ਆਪਾਂ ਨੂੰ ਮਾਫ ਨਹੀਂ ਕਰਨਾ। ਉਹਦੇ 'ਚ ਇੱਕ ਤਾਂ ਨਸ਼ਿਆਂ ਦਾ ਮੁੱਦਾ ਤੇ ਦੂਸਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀਗਾ ਉਹਦਾ ਇਨਸਾਫ। ਇਹ ਦੋਵੇਂ ਮਸਲੇ ਜਿਉਂਦੇ ਤਿਉਂ ਆ। ਜਿਉਂਦੇ ਤਿਉਂ ਨਹੀਂ ਸਾਹਿਬ। ਦੇਖੋ ਜਿੱਥੇ ਤਾਈਂ ਨਸ਼ਿਆਂ ਵਾਲਾ ਮੁੱਦਾ ਹੈ, ਨਸ਼ੇ ਦੀ ਸਪਲਾਈ ਤੋੜਤੀ। ਬਟ ਗੁਰਪ੍ਰੀਤ ਜੀ ਤੁਸੀਂ ਸਮਝਦੇ ਹੋ, ਤੁਹਾਡੇ ਸਰੋਤਾ ਜਿਹੜੇ ਬਾਹਰ ਬੈਠੇ ਵਿਦੇਸ਼ਾਂ 'ਚ ਕੈਨੇਡਾ ਅਮਰੀਕਾ ਬੈਠੇ ਉਹ ਸਮਝਦੇ ਆ ਵੀ ਸਾਡੇ ਕੋਲ ਉਹਨਾਂ ਦੇ ਜਿਹੜੇ DA ਡਰੱਗ ਐਨਫੋਰਸਮੈਂਟ ਏਜੰਸੀ ਉਹਨਾਂ ਦਾ ਸਾਡੇ ਕੋਲ ਸਾਧਨ ਵੀ ਹੈ ਨਹੀਂ, ਉਨੀ ਸਾਡੇ ਕੋਲ ਹੈ ਨਹੀਂ। ਪਰ ਉਹਦੇ ਬਾਵਜੂਦ ਅਸੀਂ ਜਿਹੜੀ ਮੇਨ ਉਹਦੀ ਸਪਲਾਈ ਲਾਈਨ ਹੈ ਉਹ ਤੋੜੀ ਹੈ। ਡਰੱਗ ਦੀ ਸਪਲਾਈ ਬੰਦ ਹੋ ਗਈ, ਨਸ਼ਾ ਤਾਂ ਨਹੀਂ ਖਤਮ ਹੋਇਆ ਸਭ। ਇਨ ਦਾ ਸੈਂਸ ਜਿਹੜਾ ਆਦਤ ਸੀ, ਜਿਹਨੂੰ ਲੱਤ ਲੱਗ ਗਈ ਨਸ਼ੇ ਦੀ, ਉਹ ਤਾਂ ਨਹੀਂ, ਉਹ ਕਿਤੇ ਨਾ ਕਿਤੇ ਪਾਲੀ ਜਾਂਦੇ। ਇਨੀਸ਼ੀਅਲੀ ਤੁਸੀਂ ਦੇਖਿਆ ਜਦੋਂ ਸਖਤੀ ਹੋਈ, ਰੋਜ਼ ਕੋਈ ਨਾ ਕੋਈ ਖਬਰ ਆ ਜਾਂਦੀ ਸੀ ਵੀ ਟੀਕਾ ਲਾਇਆ ਤੇ ਮਰ ਗਿਆ, ਕਿਉਂਕਿ ਉਹ ਆਪਣੇ ਆਪ ਹੀ ਕੋਈ ਨਾ ਕੋਈ ਮਿਕਸਚਰ ਬਣਾ ਕੇ, ਮੈਨੂੰ ਤਾਂ ਪਤਾ ਲੱਗਿਆ ਕਈ ਕਹਿੰਦੇ ਆਈਡੈਕਸ ਦੇ ਬਣਾ ਕੇ, ਕਿਸੇ ਨੇ ਐਲਡਰੀਨ ਦੇ ਇੰਜੈਕਸ਼ਨ ਲਾ ਕੇ ਆਪਣੇ ਆਪ ਨੂੰ ਕੀਤਾ। ਸਪਲਾਈ ਘਟੀ ਪਰ ਡਿਮਾਂਡ, ਕਿਉਂਕਿ ਉਹਨਾਂ ਲੋਕਾਂ ਜਿਹਨਾਂ ਨੂੰ ਲੱਤ ਸੀ, ਇਸ ਕਰਕੇ ਜਿਹੜਾ ਵੱਡੀ ਪ੍ਰੋਗਰਾਮ ਚਾਲੂ ਕੀਤਾ ਕੈਪਟਨ ਸਾਹਿਬ ਨੇ, ਜਿਹੜਾ ਲੋਕਾਂ ਨੂੰ ਮੈਡੀਕਲ ਹੈਲਪ ਦੇ ਕੇ ਉਹਨਾਂ ਨੂੰ, ਤਾਂ ਕਿ ਇਹਨਾਂ ਨੂੰ ਇਸ ਤੋਂ ਲੱਤ ਤੋਂ ਪਾਸੇ ਕੀਤਾ ਜਾਵੇ। ਬਟ ਇਜ਼ ਅ ਲੌਂਗ ਪ੍ਰੋਸੈਸ। ਬਟ ਸਟਿਲ ਐਜ਼ ਲੌਂਗ ਐਜ਼ ਦੇਰ ਇਜ਼ ਡਿਮਾਂਡ ਸਾਹਿਬ, ਸਪਲਾਈ ਦੇ ਵਿਲ ਫਾਈਂਡ ਅ ਵੇ। ਉਹ ਮਹਿੰਗੀ ਹੋ ਜਾਂਦੀ ਹੈ। ਹੁਣ ਪਹਿਲਾਂ ਇੱਧਰੋਂ ਪਾਕਿਸਤਾਨ 'ਚੋਂ ਕਿਤੇ ਆਈ ਜਾਂਦੀ ਹੈ, ਉੱਧਰੋਂ ਆਉਂਦੀ ਸੀ। ਹੁਣ ਅੱਜ ਕੱਲ੍ਹ ਕਹਿੰਦੇ ਕਾਂਡਲਾ ਤੋਂ, ਮੈਨੂੰ ਪਤਾ ਲੱਗਿਆ ਵੀ ਕਾਂਡਲਾ ਤੋਂ ਸਪਲਾਈ ਆਉਣ ਲੱਗੀ, ਦੂਜੀ ਸਟੇਟਸ ਤੋਂ ਆਉਣ ਲੱਗੀ। ਪਾਕਿਸਤਾਨ ਇਜ਼ ਆਲਵੇਜ਼ ਦੇਅਰ। ਉਹ ਤਾਂ ਕੋਈ ਨਾ ਕੋਈ ਮੌਕਾ ਭਾਲਦੇ ਵੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਤਰੀਏ ਜ਼ਹਿਰ ਬੀਜੀਏ। ਉਹਨਾਂ ਦੀ ਇਕੋਨਮੀ ਇਹਨਾਂ ਕੰਮ 'ਤੇ ਚੱਲਦੀ ਹੈ। ਬਟ ਸਟਿਲ ਅ ਲੋਟ ਹੈਜ਼ ਬੀਨ ਡਨ। ਬਟ ਜਿਹੜੀ ਗੱਲ ਤੁਸੀਂ ਪੋਲੀਟੀਕਲ ਗੱਲ ਕਰਦੇ ਹੋ ਸਾਹਿਬ, ਮੈਂ ਸਮਝਦਾ ਵੀ 32-33 ਹਜ਼ਾਰ ਬੰਦੇ ਪਕੜੇ ਸੀ ਜਿਹੜੇ ਬੇਸਿਕਲੀ ਦੇ ਆਰ ਡਰੱਗ ਐਡਿਕਟਸ। ਜਿਵੇਂ ਇਹਨਾਂ ਨੇ ਸੁਖਬੀਰ ਜੀ ਨੇ ਆਪਣੇ ਟਾਈਮ 'ਚ ਕਹਿੰਦੇ ਸੀ ਮੈਂ 25,000 ਪਕੜ ਰੱਖੇ ਹੈ। ਪੰਜਾਬ ਦੇ ਲੋਕਾਂ ਦੇ ਕਾਲਜੇ ਤੇ ਠੰਡ ਤਾਂ ਗੁਰਪ੍ਰੀਤ ਜੀ ਉਦੋਂ ਪਊਗੀ ਜਿਹੜਾ ਮਗਰਮੱਛ ਜਦ ਤੱਕ ਨਹੀਂ ਪਕੜੇ ਜਾਂਦੇ। ਲੋਕਾਂ ਨੇ ਆਇਡੈਂਟੀਫਾਈ ਕਰ ਰੱਖਿਆ, ਕਾਨੂੰਨ ਦੇ ਦਾਇਰੇ 'ਚ ਆ ਨਹੀਂ ਰਿਹਾ। ਇਹ ਤਾਂ ਸਰਕਾਰ ਹੁਣ ਤੁਹਾਡੀ ਨਹੀਂ ਸਰ, ਬਿਲਕੁਲ ਸਰਕਾਰ ਸਾਡੀ ਹੈ। ਬਟ ਇਹਦੇ ਵਿੱਚ ਜਿਹੜਾ ਫੁੱਲ ਸਟਾਪ ਲਾ ਰੱਖਿਆ ED ਨੇ ਲਾ ਰੱਖਿਆ। ਇਨਫੋਰਸਮੈਂਟ ਡਾਇਰੈਕਟਰੇਟ ਦੇ ਕੋਲ ਜਦ ਤਾਈਂ ਉਹ ਫਾਈਲ ਪਈ ਹੈ ਸਾਹਿਬ, ਉਸ ਮੁੱਦੇ ਤੇ ਆਵਾਂਗੇ ਕਿ ਤੁਸੀਂ, ਮੈਨੂੰ ਪਤਾ ਬਹੁਤ ਲੰਬੀ ਤੁਹਾਡੇ ਕੋਲ ਕੁਐਸਚਨਸ ਦੀ ਲਿਸਟ, ਉਸ ਤੇ ਵੀ ਆਉਂਗੇ। ਜਦੋਂ ED ਦਾ ਸਵਾਲ ਹੋਊਗਾ ਮੈਂ ਉਹਦੇ ਤੇ ਵੀ ਜਵਾਬ ਦੇਵਾਂਗਾ। ਆਪਾਂ ਇਹ ਗੱਲ ਕਰ ਹੀ ਲੈਂਦੇ। ਲੋਟ ਹੈਜ਼ ਬੀਨ ਡਨ। ਜੇ ਚੱਲੀ ਆ ਜਾਖੜ ਸਾਹਿਬ, ਜੇ ਚੱਲੀ, ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਵੀ ਇੱਕ ਤਰ੍ਹਾਂ ਨਾਲ ਸੈਂਟਰ ਸਰਕਾਰ ਇਹਦੇ 'ਚ ਬ੍ਰੇਕਾਂ ਲਾ ਰਹੀ। ਬਿਲਕੁਲ ਇਸ ਕਰਕੇ ਨਹੀਂ ਮਸਲਾ ਲੱਗ ਰਿਹਾ ਕਿ ਮੈਂ ਸਮਝਦਾ ਵੀ ਮਗਰਮੱਛ ਤਾਈਂ ਪਹੁੰਚਣ ਦਾ ਜਿਹੜੇ ਮਗਰਮੱਛ ਹੈ, ਜਿਹੜੇ ਕੋਈ ਉੱਥੇ ਸੱਤਾ, ਕੋਈ ਪਿੰਡੀ ਜਾਂ ਕੋਈ ਜਿਹੜੇ ਨਾਂ ਸੀ, ਮੈਂ ਤਾਂ ਉਦੋਂ ਅਸੈਂਬਲੀ 'ਚ ਕਿਹਾ ਵੀ ਸੀਗਾ ਹੱਸ ਕੇ ਉਹਨਾਂ ਨੂੰ। ਮੈਂ ਕਿਹਾ ਜੀ ਅਮਰੀਕਾ ਜਾ ਕੇ ਵੀ ਇਹ ਜੇ ਤੁਹਾਨੂੰ ਯਾਰ ਬੇਲੀ ਮਿਲਣੇ ਸੀ, ਕੋਈ ਸੱਤਾ, ਕੋਈ ਪਿੰਡੀ, ਇਸ ਕਿਸਮ ਦੇ ਨਾਂ ਤੁਸੀਂ ਪਾਲੇ, ਕੋਈ ਉੱਥੇ ਢੰਗ ਦੇ ਬੰਦੇ ਨਾਲ ਤਾਂ ਤੁਹਾਡਾ ਵਾਹ ਪੈਂਦਾ। ਅੱਜ ਜੇ ਉਹ ਪ੍ਰੋਟੈਕਸ਼ਨ ਉਹਨਾਂ ਨੂੰ ਕਿਉਂ, ਤੁਸੀਂ ਦੇਖਿਆ ਹੋਣਾ ਗੁਰਪ੍ਰੀਤ ਜੀ, ਡਿਊਰਿੰਗ ਦਿਸ ਕਰੋਨਾ ਟਾਈਮ ਪ੍ਰਧਾਨ ਮੰਤਰੀ ਨੇ 2 ਵਾਰੀ ਲੋਕਾਂ ਨਾਲ ਸਿੱਧੀ ਡਾਇਰੈਕਟ ਡਾਇਲੋਗ ਕੀਤਾ, ਫੋਨ ਚੱਕ ਕੇ ਉਹਨਾਂ ਨੇ ਵੀਡੀਓ ਕਾਲ ਨੂੰ, ਜਿਸ ਤਰ੍ਹਾਂ ਹੈ ਸਾਡੇ ਇੱਕ ਤਾਂ ਪਠਾਨਕੋਟ ਦੀ ਬੱਚੀ ਜਿਹੜੀ ਨਵੀਂ ਸਰਪੰਚ ਬਣੀ ਹੈ ਉਹਦੇ ਨਾਲ ਕੀਤਾ, ਇੱਕ ਹੋਰ ਦੁਬਾਰਾ ਮਹੀਨਾ ਪਾ ਕੇ ਉਹਨਾਂ ਨੇ ਫਿਰ ਦੁਬਾਰਾ ਇੱਕ ਕਾਲ ਕੀਤੀ। 2 ਕਾਲਸ ਆਈਆਂ ਉਹਨਾਂ ਦੀ ਪੰਜਾਬ ਦੇ ਅੰਦਰ। ਅਗਰ ਮੇਰੇ ਕੋਲ ਰਿਕਾਰਡਿੰਗ ਇਫ ਯੂ ਵਾਂਟ ਬਾਅਦ 'ਚ ਕਿਤੇ ਐਜ਼ ਬੈਕਗਰਾਊਂਡ ਦਿਖਾਓ, ਮੈਂ ਤੁਹਾਨੂੰ ਦੇ ਕੇ ਜਾਊਂਗਾ ਜਾਂਦਾ, ਆਪਣੇ ਪ੍ਰੋਗਰਾਮ 'ਚ ਦਿਖਾਇਓ। ਉਸ 'ਚ ਜਦੋਂ ਬੱਚੀ ਨਾਲ ਗੱਲ ਕਰ ਰਹੇ ਸੀਗੇ ਪਠਾਨਕੋਟ, ਉਹਨਾਂ ਨੇ ਕਿਹਾ, ਕਹਿੰਦਾ ਬੇਟਾ ਮੈਨੂੰ, ਮੈਂ ਇਸ ਏਰੀਏ 'ਚ ਰਿਹਾ ਹੈ, ਜੇ RSS ਦਾ ਸੰਚਾਲਕ ਮੈਂ ਇੱਥੇ ਰਿਹਾ, ਅਤੇ ਮੈਨੂੰ ਪੰਜਾਬ ਦੇ ਹਾਲਾਤ ਪਤਾ ਹੈ। ਪੰਜਾਬ ਦੀ ਜਿਹੜੀ ਨਸ਼ੇ ਵਾਲੀ ਸਮੱਸਿਆ ਜਿਹੜੀ ਹੈ, ਡਰੱਗਸ ਵਾਲੀ, ਮੇਰੇ ਧਿਆਨ 'ਚ ਹੈ। ਦੇਖੋ ਗੱਲ ਉਹਨਾਂ ਦੇ ਧਿਆਨ 'ਚ ਹੈ, ਬਟ ਸਟਿਲ ਉਹਦੇ ਤੇ ਸਟਾਪ ਲਾਈ ਬੈਠੇ ਹੈ। ਕਿਉਂ ਨਹੀਂ ਉਹਨੂੰ ED ਨੂੰ ਕਹਿੰਦੇ ਵੀ ਇੱਕ ਪਾਸੇ ਨਿਬੇੜਾ ਲਾਓ ਜਿਹੜਾ ਨਸੂਰ ਹੈ, ਜਾਂ ਤਾਂ ਕਿਸੇ ਨੂੰ ਕਲੀਨ ਚਿੱਟ ਦਿਓ ਜਾਂ ਉਹਨੂੰ ਕਲਪ੍ਰਿਟ ਸਾਬਿਤ ਕਰਕੇ ਇੱਕ ਪਾਸੇ। ਹੁਣ ਜਿਸ ਤਰ੍ਹਾਂ CBI ਦਾ, ਤੁਸੀਂ ਦੂਜੀ ਗੱਲ ਕੀਤੀ ਵੀ ਜਿਹੜੇ ਹੈ ਬੇਅਦਬੀ ਵਾਲੇ ਮੁੱਦੇ, CBI ਦਾ ਕੀ ਰੋਲ ਹੈ ਸਾਹਿਬ? ਜਿਸ CBI ਨੇ
ਗੁਰੂ ਸਾਹਿਬਾਨ ਦੇ ਉਹ ਜਿਹੜੇ ਕੇਸ ਸੀਗੇ ਬੇਅਦਬੀ ਦੇ ਕੇਸ ਹੈ ਉਹਨਾਂ ਨੂੰ ਬੰਦ ਕਰਤਾ, ਕਹਿੰਦਾ ਜੀ ਇਸ ਤਾਂ ਕੇਸ ਫਾਈਲ ਕਰਨ ਦੇ ਉਹਨਾਂ ਨੇ ਪਾਤੀ ਜੀ। ਉਹਨਾਂ ਨੂੰ ਅਸੀਂ ਕਿਉਂ ਨਹੀਂ ਪਾਸੇ ਹੋ ਜਾਂਦੇ ਵੀ ਇਸ ਤਾਂ ਫਾਈਲ ਕਰਤਾ ਜੀ, ਤੁਸੀਂ ਕੋਈ ਅਗਰ ਕਰ ਸਕਦੇ ਹੋ ਇਹਦੇ ਤੇ ਇਨਕੁਆਇਰੀ ਤਾਂ ਕਰ ਲਓ। ਇਸ ਬੇਸਿਕ ਇਸ ਮੇਰਾ ਮੰਨਣਾ ਹੈ ਸਾਹਿਬ, ਜਿਹੜੀ ਮੈਂ ਦੇਖੋ ਮੈਂ ਕੋਈ ਜੋਤਸ਼ੀ ਨਹੀਂ, ਆਈ ਕੈਨ ਆਲਸੋ ਪੁੱਟ 2 and 2 ਟੂਗੇਦਰ। ਜਿਹੜੇ ਪ੍ਰਧਾਨ ਮੰਤਰੀ ਨੇ 2 ਵਾਰੀ ਗੱਲ ਕਰਦੇ ਆ ਗੱਲ ਕਹੀ ਹੈ ਨਾ ਸਾਹਿਬ ਜੀ, ਦੇ ਵਾਂਟ ਟੂ ਕਮ ਇਨ ਐਜ਼ ਔਨ ਅ ਨਾਈਟ ਔਨ ਅ ਸ਼ਾਈਨਿੰਗ ਆਰਮਰ। ਇਲੈਕਸ਼ਨ ਦੇ ਨੇੜੇ ਆ ਕੇ ਉਹ ਫਾਈਲ ਖੋਲਣਗੇ। ਆ ਮੇਰੀ ਗੱਲ ਲਿਖ ਲਿਓ, ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਪਲੀਜ਼ ਕੀਪ ਇਟ ਐਜ਼। ਉਹਨਾਂ ਨੇ ਆਪਣੇ ਆਪ ਨੂੰ ਵੀ ਅਸੀਂ ਪੰਜਾਬ ਦੇ ਅਸੀਂ ਬਚਾ ਸਕਦੇ ਹਾਂ, ਆ ਨਹੀਂ ਕਹਿਣਗੇ ਵੀ ਅਸੀਂ ਇੰਨੇ ਦਿਨ ਇਹਨਾਂ ਮਗਰਮੱਛਾਂ ਨੂੰ ਬਚਾ ਕੇ ਰੱਖਿਆ। ਇਲੈਕਸ਼ਨਾਂ ਤੋਂ 4 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਜੇ ਈਡੀ ਦੀ ਫਾਈਲ ਨਾ ਖੁੱਲੇ ਤਾਂ ਮੈਂ ਸਮਝਦਾ ਵੀ ਮੈਂ ਰਾਜਨੀਤੀ ਬੀਜੇਪੀ ਦੀ ਬਿਲਕੁਲ ਨਹੀਂ ਸਮਝ ਪਾਇਆ। ਉਹ ਈਡੀ ਦੀ ਫਾਈਲ ਖੋਲਣਗੇ, ਜਿਹੜੇ ਲੋਕ ਇਨਵੋਲਡ ਹੈ ਉਹਨਾਂ ਨੂੰ ਸਵੇਰੇ ਬੁਲਾ ਲਿਆ ਕਰਨਗੇ ਜਲੰਧਰ ਨਿਰੰਜਨ ਸਿੰਘ ਜੀ ਕੋਲ, ਡਾਇਰੈਕਟਰ ਸਾਹਿਬ ਕੋਲ, ਤੇ ਸ਼ਾਮ ਤਾਈਂ ਬਿਠਾ ਕੇ ਪੁੱਛਗਿੱਛ ਕਰਨਗੇ। ਜਾਂ ਤਾਂ ਨਿਵੇੜਾ ਲਾ ਦੇਣਗੇ ਜਾਂ ਅਕਾਲੀਆਂ ਦੇ ਗੋਡੇ ਲਵਾ ਲੈਣਗੇ ਵੀ ਅਸੀਂ ਤੁਹਾਡੇ ਤੋਂ 70 ਸੀਟਾਂ ਲੈਣੀਆਂ ਦਿੰਦੇ ਹੋ ਤਾਂ ਫਾਈਲ ਬੰਦ ਵੀ ਕਰ ਦਿੰਦੇ ਆ, ਨਹੀਂ ਖੋਲ ਦਿਆਂਗੇ ਸਾਹਿਬ। ਸਿੱਧੀ ਰਾਜਨੀਤੀ ਹੈ, ਇਹਦੇ ਵਿੱਚ ਕੋਈ ਲੰਬਾ ਚੌੜਾ ਇਹਦੇ ਵਿੱਚ ਅਦਰਵਾਈਜ਼ ਮੈਂ ਕੋਈ ਕਾਰਨ ਨਹੀਂ ਸਮਝਦਾ ਵੀ ਜਿਹਨੂੰ ਲੈ ਕੇ ਸਰਦਾਰ ਨਿਰੰਜਨ ਸਿੰਘ ਨੇ ਜਾ ਕੇ ਕੋਰਟ 'ਚ ਵੀ ਪਾਇਆ ਵੀ ਮੇਰੀ ਟਰਾਂਸਫਰ ਕਰ ਰਹੇ ਜੀ, ਅੰਡਰ ਡਿਊਰਸ ਬੀਇੰਗ ਟਰਾਂਸਫਰਡ, ਕੋਰਟ ਨੇ ਰੋਕਤਾ। ਬਟ ਉਹਦੇ ਤੇ ਜੇ ਫਾਈਲ ਖੋਲਣ ਦੇ ਆਰਡਰ ਨਾ ਦਿਓਗੇ ਤਾਂ ਫਿਰ ਉਹ ਈਡੀ ਕਿਸ ਕੰਮ ਦੀ ਸਾਹਿਬ। ਜਿਹੜੇ ਲੋਕ ਇੱਕ ਡਾਕਟਰ ਸਾਹਿਬ ਇੱਕ ਗੱਲ, ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਇਹ ਬਹੁਤ ਸਾਰੇ ਜਿਹੜੇ ਵੀ ਬੰਦੇ ਰਾਜਨੀਤੀ ਨੂੰ ਨੇੜਿਓਂ ਦੇਖਦੇ ਆ ਉਹ ਇਸ ਤਰ੍ਹਾਂ ਦੇ ਅੰਦਾਜ਼ੇ ਲਾਉਂਦੇ ਆ, ਜਦੋਂ ਤੁਸੀਂ ਗੱਲ ਕਹਿ ਰਹੇ ਹੋ ਵੀ ਹੋ ਸਕਦਾ ਇਸ ਤਰ੍ਹਾਂ ਹੋਵੇ। ਪਰ ਇੱਕ ਚੀਜ਼ ਸਮਝਣ ਵਾਲੀ ਹੈ ਕਿ ਜਿਹੜੀ ਚੀਜ਼ ਡਿਲੇ ਹੁੰਦੀ ਜਾ ਰਹੀ ਹੈ, ਜਦੋਂ ਆਪਾਂ ਪਿੰਡਾਂ ਥਾਵਾਂ ਤੇ ਆਮ ਸੱਥਾਂ 'ਚ ਬੈਠੇ ਲੋਕਾਂ ਨੂੰ ਜਾਂ ਜਿਹੜੇ ਬਾਹਰ ਬੈਠੇ ਲੋਕ ਨੇ ਉਹਨਾਂ ਨੂੰ ਜਦੋਂ ਇਹ ਸਾਰੀਆਂ ਚੀਜ਼ਾਂ ਰੋਜ਼ ਖਬਰਾਂ ਆਉਂਦੀਆਂ ਨੇ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਜਿੱਦਾਂ ਭਗਵੰਤ ਮਾਨ ਹੋਰੀ ਅਜੇ ਚੰਦ ਦਿਨ ਪਹਿਲਾਂ ਹੀ ਕਹਿ ਕੇ ਹਟੇ ਕਿ ਵੀ ਇੱਦਾਂ ਲੱਗਦਾ ਵੀ ਉੱਪਰ ਜਿਵੇਂ ਨਾ ਲੀਡਰਸ਼ਿਪ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਗਿੱਟਮਿੱਟ ਹੋ ਗਈ। ਸਿੱਧੂ ਸਾਹਿਬ ਇਹੀ ਬਿਆਨ ਦੇ ਕੇ ਲਾਂਭੇ ਬੈਠੇ ਤੁਹਾਡੀ ਆਪਣੀ ਪਾਰਟੀ ਦੇ ਬੰਦੇ। ਇਹ ਪ੍ਰਭਾਵ ਜੇ 2022 ਤੱਕ ਇੱਦਾਂ ਹੀ ਚਲੇ ਗਿਆ ਤੇ ਫਿਰ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਭਾਵੇਂ ਆਪਾਂ ਲੱਖ ਪ੍ਰਾਪਤੀਆਂ ਗਣਾ ਲਈਏ ਲੋਕਾਂ ਨੂੰ ਸਮਝਾ ਸਕਾਂਗੇ ਕਿ ਵੀ ਇਹੋ ਜਿਹੀ ਗੱਲ ਨਹੀਂ ਸਮਝਾ ਸਕਾਂਗੇ ਸਭ, ਹੈ ਨਾ? ਆਈ ਐਮ ਵੈਰੀ ਕਲੀਅਰ। ਮੈਂ ਬਿਲਕੁਲ ਮੈਨੂੰ ਇੱਕਦਮ ਚਾਨਣਾ ਹੈ ਸਾਹਿਬ। ਆਹ ਦੀਵਾਰ ਤੇ ਲਿਖਿਆ ਪਿਆ ਵੀ ਇਹਨਾਂ ਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ, ਜਿਨ੍ਹਾਂ ਨੂੰ ਮੈਂ ਜਨਰਲ ਡਾਇਰ ਦਾ ਨਾਮ ਲੈ ਕੇ ਕਹਿੰਦਾ ਵੀ ਜਿਨ੍ਹਾਂ ਨੇ ਉੱਥੇ ਬਾਈਬਲ ਕਲਾਂ 'ਚ ਬੈਠਿਆਂ ਤੇ ਗੋਲੀ ਮਾਰੀ ਹੈ ਸਾਹਿਬ, ਜਸਟਿਸ ਜੋਰਾ ਸਿੰਘ ਤੇ ਜਸਟਿਸ ਇਹਨਾਂ ਨੇ ਜਿਹੜੀਆਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਦੋਨਾਂ 'ਚ ਇੱਕ ਸਹਿਮਤੀ ਹੈ ਵੀ ਬੈਠੇ ਦੇ ਸਿਰ 'ਚ ਗੋਲੀ ਮਾਰੀ ਹੈ ਜੀ। ਬੈਠੇ ਬੰਦਾ ਕਿਸੇ ਨੂੰ ਕੋਈ ਹਾਰਮ ਨਹੀਂ ਸੀ ਕਰ ਸਕਦਾ, ਨਾ ਉਹ ਕਿਸੇ ਨੂੰ ਥ੍ਰੈਟ ਸੀਗਾ, ਹੇਠਾਂ ਭੁੰਜੇ ਬੈਠੇ ਸੀਗੇ, ਉੱਤੋਂ ਗੋਲੀ ਮਾਰੀ ਗਈ। ਜੇ ਅਸੀਂ ਉਹਨਾਂ ਲੋਕਾਂ ਨੂੰ ਸਜ਼ਾ ਨਹੀਂ ਦਵਾ ਸਕੇ ਸਾਹਿਬ, ਨਹੀਂ ਸਾਹਿਬ ਮੈਂ ਤਾਂ ਮੰਨਣਾ, ਮੈਂ ਤਾਂ ਆਪ ਮੇਰਾ ਤਾਂ ਆਪ ਕਾਲਜਾ ਬਲੂੰਦ ਰਹਿ ਪਿਆ ਸਾਹਿਬ। ਬਟ ਡਾਕਟਰ ਸਾਹਿਬ ਇਹ ਗੱਲ ਦੇਖੋ, ਹੁਣ ਇਹ ਗੱਲ ਕੈਪਟਨ ਸਾਹਿਬ ਨੂੰ ਜਾਂ ਤੁਹਾਡੀ ਸਰਕਾਰ ਨੂੰ ਵੀ ਤਾਂ ਪਤਾ ਹੀ ਹੋਊਗੀ, ਤੇ ਫਿਰ ਜਦੋਂ ਆਪਣੇ ਕੋਲੇ ਪਾਵਰ ਆ ਆਪਾਂ ਉਹ ਚੀਜ਼ ਕਰ ਸਕਦੇ ਹਾਂ ਤਾਂ ਫਿਰ ਕੁਝ ਤਾਂ ਹੋਏਗਾ। ਐਡਾ ਤਾਂ ਨਹੀਂ ਹੋ ਸਕਦਾ ਕਿ ਐਡੀ ਵੱਡੀ ਸਰਕਾਰ ਆ ਉਹਦੇ ਤੇ ਹੱਥ ਬਿਲਕੁਲ ਨਹੀਂ। ਬਿਲਕੁਲ ਸਾਰਾ ਪ੍ਰੋਸੈਸ ਚੱਲ ਰਿਹਾ। ਤੁਸੀਂ ਦੇਖੋ ਜਿਹੜਾ ਕੁਝ ਹੋਇਆ ਹੈ ਉਹਨਾਂ ਨੂੰ ਆਪਾਂ ਅੱਖੋਂ ਪਰੋਖੇ ਨਾ ਕਰੀਏ। ਅੱਜ ਤਾਈਂ ਮੈਂ ਨਹੀਂ ਸਮਝਦਾ ਵੀ ਕਿਤੇ DSP ਜਾਂ ਕੋਈ ਅੰਦਰ ਕੀਤਾ, IG ਲੈਵਲ ਦੇ ਆਫੀਸਰਸ ਅੰਦਰ ਚਲੇ ਗਏ ਸਾਹਿਬ। ਹੁਣ ਇਸ਼ੂ ਹੈ ਵੀ IG ਲੈਵਲ ਜਾਂ ਜਿਹਨੇ SP SSP ਨੇ ਗੋਲੀ ਚਲਾਈ ਸੀਗੀ ਉਹਨਾਂ ਨੇ ਤਾਂ ਚਲੋ ਆ ਗਈ ਜੀ, ਉਹਦੇ ਰਾਈਫਲ 'ਚ ਗੋਲੀ ਚੱਲੀ, ਉਹਨੇ ਗੋਲੀ ਮਾਰੀ, ਉਹ ਗੱਲਾਂ ਆ ਗਈਆਂ, ਅੰਦਰ ਹੋ ਗਏ, ਜ਼ਮਾਨਤਾਂ ਲੈ ਗਏ, ਜਿੱਥੇ ਕਿਤੇ ਤੁਰੇ ਫਿਰਦੇ। ਬਟ ਆਰਡਰ ਕਿਹਨੇ ਦਿੱਤੇ ਸੀਗੇ ਸਾਹਿਬ? ਆਰਡਰ ਦੇ ਵੀ ਬੜੀ ਗੱਲ ਹੈ ਸਾਹਿਬ। ਬਾਈਬਲ ਕਲਾਂ ਤੇ ਕੋਟਕਪੂਰਾ 'ਚ ਬੜਾ ਫਰਕ ਹੈ। ਅਗਰ ਇਫ ਯੂ ਵਿਲ ਪਰਮਿਟ ਮੀ 2 ਮਿੰਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ, 6:42 ਤੇ ਕੋਟਕਪੂਰੇ ਗੋਲੀ ਚੱਲੀ ਹੈ ਸਾਹਿਬ। ਉਹਦੇ ਵਾਸਤੇ ਤਾਂ ਜਿਹੜੇ ਹੁਕਮਰਾਨ ਸੀਗੇ, ਹੋਮ ਮਿਨਿਸਟਰ ਸਾਹਿਬ ਜਾਂ ਚੀਫ ਮਿਨਿਸਟਰ ਸਾਹਿਬ ਕਹਿ ਸਕਦੇ ਵੀ ਹਾਊ ਕੁਡ ਵੀ ਬੀ ਰਿਸਪੌਂਸਿਬਲ ਹੈਲਡ ਅਕਾਊਂਟੇਬਲ, ਵੀ ਉੱਥੇ ਮੌਕੇ ਤੇ ਪੁਲਿਸ ਨੇ ਕਾਰਵਾਈ ਕਰਤੀ, ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਵੀ ਐਂ ਗੋਲੀ ਚੱਲੀ। ਬਟ ਇਸ਼ੂ ਆਇਆ ਵੀ ਉਹਨਾਂ ਨੇ ਉਹਦੇ ਗੋਲੀ ਚੱਲਣ ਦੀ ਜੋ ਰਿਪੋਰਟ ਆਈ ਉਹਦੇ ਬਾਅਦ ਕੀ ਕੀਤਾ, ਉਹਨਾਂ ਨੇ ਤਾੜਿਆ ਉਸ ਨੂੰ ਵੀ ਤੁਸੀਂ ਉਹ ਲੋਕ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਤੁਸੀਂ ਗੋਲੀਆਂ ਚਲਾਤੀਆਂ। ਆਹ ਪੰਥਕ ਸਰਕਾਰ ਹੈ ਜਿਹਨੂੰ ਉਹ ਕਹਿੰਦੇ ਨੇ ਅੱਜ ਵੀ ਉਹਨਾਂ ਦੇ ਬਿਆਨ ਲੱਗੇ ਅਕਾਲੀ ਦਲ ਦੇ ਪ੍ਰਧਾਨ ਦੇ ਵੀ ਕਾਂਗਰਸ ਅੱਗ ਲਾਊ ਫਿਰਦੀ ਹੈ, ਐਸੀ ਪੰਥਕ ਸਰਕਾਰ। ਉਹ ਪੰਥਕ ਸਰਕਾਰ ਸੀਗੀ। ਪੰਥਕ ਸਰਕਾਰ ਦੇ ਆਗੂ ਹੋਣ ਦੇ ਨਾਤੇ ਹੋਮ ਮਿਨਿਸਟਰ ਨੇ ਕਿਤੇ ਕਿਹਾ ਨਹੀਂ ਵੀ ਤੁਸੀਂ ਕੀ ਕੀਤਾ, ਗੋਲੀ ਕਿਉਂ ਚਲਾਈ। ਪਹਿਲੀ ਗੋਲੀ ਚੱਲ ਗਈ ਜੀ, ਦੂਜੀ ਗੋਲੀ ਤੁਹਾਨੂੰ ਪਤਾ ਹੋਣਾ ਬਾਈਬਲ ਕਲਾਂ ਕਿੰਨੇ ਵਜੇ ਚੱਲੀਏ, 10:30 ਵਜੇ ਚੱਲੀਏ ਜੀ। 3.5 ਘੰਟੇ 4 ਘੰਟੇ ਬਾਅਦ ਫੇਰ ਗੋਲੀ ਚੱਲ ਜਾਂਦੀ ਹੈ। ਉਹਦੀ ਜ਼ਿੰਮੇਵਾਰੀ ਕਿਹਨੂੰ ਦਿਓਗੇ ਸਾਹਿਬ? ਉਦੋਂ ਹੀ ਚੱਲ ਸਕਦੀ ਹੈ ਵੀ ਜਦੋਂ ਕੋਟਕਪੂਰਾ ਗੋਲੀ ਚੱਲੀ, ਉਹਦੇ ਬਾਅਦ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਵੀ ਅਸੀਂ ਉੱਥੋਂ ਚੁਕਵਾਤਾ ਜੀ, ਧਰਨਾ ਅਸੀਂ ਕੋਟਕਪੂਰੋਂ ਚੁਕਾਤਾ ਤੇ ਭਾਜਣਾ ਪਵਾਤੀਆਂ ਕੱਢ ਤੇ ਉਹਨਾਂ ਨੂੰ। ਉਹ ਰਿਪੋਰਟ ਜਿਹੜੀ ਨਿਰਮਲ ਸਿੰਘ ਉਹਨਾਂ ਦੀ ਹੈ, ਉਹਨਾਂ ਨੇ ਲਿਖਿਆ ਵੀ ਉੱਥੇ ਬੜਾ ਉਹਨਾਂ ਨੇ ਜਸ਼ਨ ਮਨਾਇਆ, ਬੜਾ ਭੰਗੜੇ ਪਾਏ, ਪੁਲਿਸ ਵਾਲਿਆਂ ਨੇ ਵੀ ਦੇਖੋ ਖਦੇੜਤਾ। ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਚੰਡੀਗੜ੍ਹੋਂ, ਬਹੁਤ ਅੱਛਾ ਕੀਤਾ, ਇਸੇ ਤਰ੍ਹਾਂ ਠੋਕ ਕੇ ਇਹਨਾਂ ਨੂੰ ਰੱਖੋ।
ਫਿਰ ਉਹਨਾਂ ਨੇ ਜਾ ਕੇ ਜਿਹੜੇ SSP ਸਾਹਿਬ ਨੇ ਬਹਿਬਲ ਕਲਾਂ ਸਾਈਡ ਰੋਡ ਤੇ ਬੈਠੇ ਹੈ, ਕੋਈ ਉਹਨਾਂ ਦਾ ਲੈਣਾ ਨਹੀਂ ਦੇਣਾ ਨਹੀਂ, ਸਿਰ 'ਚ ਜਾ ਕੇ ਉਂਗਲੀਆਂ ਠੋਕਤੀਆਂ ਸਭ। ਉਹਦਾ ਉਸ ਬਹਿਬਲ ਕਲਾਂ ਦਾ ਜ਼ਿੰਮੇਵਾਰੀ ਮੈਂ ਨਿਰੰਜਨ ਸਿੰਘ ਜੀ ਸੌਰੀ ਗੁਰਪ੍ਰੀਤ ਜੀ, ਮੈਂ ਇਸ ਗੱਲ ਨੂੰ ਮੇਰੇ ਗਲੋਂ ਨਹੀਂ ਉਤਰਦੀ, ਇਸ ਕਰਕੇ ਮੈਂ ਕਹਿ ਰਿਹਾ ਵੀ ਸਾਨੂੰ ਆਹ ਜਵਾਬ ਭਾਲ ਕੇ 2022 ਤੋਂ ਪਹਿਲਾਂ ਇਹਨਾਂ ਨੂੰ ਕੋਰਟ ਦੇ ਅੰਦਰ ਪੇਸ਼ ਕਰਨਾ ਪਊਗਾ ਵੀ ਇਹ ਕਲਪ੍ਰਿਟ ਸੀਗੇ, ਇਹ ਲੋਕ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਹੀ ਹੁਣ ਤਾਂ ਦੇਖੋ ਸਜ਼ਾ ਦੀ ਗੱਲ ਹੈ, ਇਹਨਾਂ ਨੂੰ ਸਜ਼ਾ ਮਿਲੇ। ਅਦਰਵਾਈਜ਼ ਦੇਖੋ ਸਾਹਿਬ, ਜਿਵੇਂ ਇਸ ਤਰ੍ਹਾਂ ਉਹ ਪਹਿਲਾਂ ਆਪਾਂ ਪੜ੍ਹਦੇ ਸੀ ਨਾ, ਥਿਓਰਮਸ ਵਗੈਰਾ ਕਰਦੇ ਸੀਗੇ ਜਿਓਮੈਟਰੀ ਵਾਲੀ, ਤਾਂ ਉਹਦੇ 'ਚ ਇਵੈਂਚੁਅਲੀ ਆਖਿਰ 'ਚ ਆ ਕੇ ਲਿਖ ਦਿੰਦੇ ਸੀ QED ਜੀ, ਕੁਆਡੇਰਾਤ ਡਿਮੋਨਸਟ੍ਰਾਂਦਮ, ਲੈਟਿਨ ਜਿਹੜਾ ਵਰਡ ਸੀਗਾ ਵੀ ਹੈਂਸ ਇਟ ਇਜ਼ ਪ੍ਰੂਵਡ ਤਾਂ ਹੋ ਗਿਆ ਸਾਹਿਬ। ਜਦੋਂ ਉਸ ਡੇਰੇ ਮੁਖੀ ਸਰਸੇ ਵਾਲੇ ਨੇ ਜਦੋਂ ਢਕੋਸਲਾ ਕੀਤਾ, ਸਵਾਂਗ ਕੀਤਾ, ਉਹਦੇ ਬਾਅਦ ਉਹਦੇ ਤੇ ਪਰਚਾ ਜਦੋਂ ਦਿੱਤਾ ਗਿਆ ਹੈ, ਪਰਚੇ FIR ਦਰਜ ਹੋਣ ਤੋਂ ਪਹਿਲਾਂ ਨਾਰਮਲੀ ਕੀ ਹੁੰਦੇ, FIR ਦਰਜ ਹੋਦੇ ਕਹਿੰਦੇ ਗਲਤ ਪ੍ਰੈਸ਼ਰ 'ਚ ਹੋਗੀ, FIR ਦਰਜ ਹੋਣ ਤੋਂ ਪਹਿਲਾਂ IG ਲੈਵਲ ਨੇ ਇਨਕੁਆਇਰੀ ਕਰਕੇ ਵੀ ਵੈਦਰ FIR ਬਣਦੀ ਹੈ ਕਿ ਨਹੀਂ। IG ਨੇ ਅਪਰੂਵ ਕੀਤੀ ਵੀ FIR ਬਣਦੀ ਹੈ, ਫਿਰ ਦਰਜ ਹੋਈ। ਉਹਦੇ ਬਾਅਦ ਉਹਨਾਂ ਨੇ ਚੈਲੰਜ ਕੀਤੀ, ਉੱਥੇ ਉਹਨਾਂ ਦਾ ਡੇਰੇ ਵਾਲਿਆਂ ਦਾ ਚੈਲੰਜ ਖਾਰਜ ਹੋਇਆ। ਹਾਈ ਕੋਰਟ 'ਤੇ ਜਾ ਕੇ ਇਹਨਾਂ ਨੇ ਫੇਰ ਅੜਚਣਾਂ ਆਈਆਂ, ਉੱਥੋਂ ਕਲੀਅਰ ਹੋਇਆ ਨਹੀਂ FIR ਇਸ 'ਤੇ ਕਾਰਵਾਈ ਇਨਕੁਆਇਰੀ ਕੀਤੀ ਜਾਵੇ। ਇਨਕੁਆਇਰੀ ਹੋਈ, ਉਹਨਾਂ ਨੇ ਜਾ ਕੇ ਕਿਹਾ ਵੀ ਚਲਾਨ ਨਾ ਪੇਸ਼ ਕਰੋ, ਹਾਈ ਕੋਰਟ 'ਚ ਫੇਰ ਲਾ ਲਿਆ। ਫਿਰ ਹਾਈ ਕੋਰਟ ਨੇ ਪਰਮਿਸ਼ਨ ਦੇ ਦਿੱਤੀ 2008 'ਚ ਵੀ ਨਹੀਂ ਚਲਾਨ ਪੇਸ਼ ਕਰੋ, ਸਰਕਾਰ ਚਲਾਨ ਪੇਸ਼ ਕਰੇ। 4 ਸਾਲ ਤਾਈਂ ਚਲਾਨ ਪੇਸ਼ ਨਹੀਂ ਕੀਤਾ ਸਾਹਿਬ। 2012 'ਤੇ ਇਹਨਾਂ ਦੀ ਸਰਕਾਰ ਸੀ, ਸਰਕਾਰ ਤੋਂ ਇਲੈਕਸ਼ਨਾਂ ਤੋਂ 3 ਦਿਨ ਪਹਿਲਾਂ ਇਹਨਾਂ ਨੇ ਉਹ ਜਿਹੜਾ ਵਾਪਸੀ ਉਹਦੇ ਤੋਂ ਲੈ ਲਿਆ। 2009 'ਚ ਕਿਉਂ ਨਹੀਂ ਚਲਾਨ ਪੇਸ਼ ਕੀਤਾ, ਜਿਹੜੀ ਗੱਲ ਮੈਂ ਕਹਿਣਾ ਜੀ। 2008 'ਚ ਇੱਕ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਵੀ ਇਹਦੇ ਚਲਾਨ ਪੇਸ਼ ਕਰੋ। ਆ ਜਿਹੜਾ ਇੱਥੇ ਸਲਾਬਤਪੁਰੇ ਇਹਨਾਂ ਨੇ ਸਵਾਂਗ ਕੀਤਾ ਗੁਰੂ ਸਾਹਿਬ ਦੀ ਪੁਸ਼ਾਕ ਪਾ ਕੇ, ਤੇ ਜਿਹੜਾ ਅੰਮ੍ਰਿਤ ਛਕਾਉਣ ਦਾ ਢਕੋਸਲਾ ਕੀਤਾ ਇਹਨਾਂ ਨੇ, ਉਹ ਜਾਮੇ ਇਨਸਾਂ ਪਿਆਨ ਵਾਲਾ ਜਿਹੜਾ ਕੀਤਾ, ਇਹਨਾਂ ਨੂੰ ਅੰਦਰ ਕਰੋ। ਇਹਨਾਂ ਨੂੰ ਰਾਜ ਨੇ ਉਹ ਜਿਹੜੀ ਹੈ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਤੇ ਹਟਕਣ ਦਾ ਕੋਸ਼ਿਸ਼ ਕੀਤੀ। ਕਿਉਂ ਨਹੀਂ ਕੀਤਾ? ਕਿਉਂਕਿ 2008 ਦੇ ਅੰਦਰ ਤੁਸੀਂ ਯਾਦ ਕਰੋ ਡੀਲਿਮਿਟੇਸ਼ਨ ਹੋ ਗਈ। ਬਠਿੰਡਾ ਸੀਟ ਜਿਹੜੀ ਪਾਰਲੀਮੈਂਟ ਸੀ ਉਹ ਰਿਜ਼ਰਵ ਸੀ, ਉਹ ਖੁੱਲ੍ਹ ਗਈ ਜੀ। ਉੱਥੋਂ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਸਾਡੇ ਪਰਿਵਾਰ ਦਾ ਕੋਈ ਬੰਦਾ ਲੜੂਗਾ। ਉੱਥੇ ਦੇਖੋ ਉਸ ਬਠਿੰਡੇ ਵਾਲੇ ਏਰੀਏ 'ਚ ਇਹਨਾਂ ਦਾ ਪ੍ਰਭਾਵ, ਇਹਨਾਂ ਦਾ ਕਿਉਂਕਿ ਸਲਾਬਤਪੁਰੇ ਵਾਲੇ ਉਸ ਏਰੀਏ 'ਚ ਇਹਨਾਂ ਦਾ ਪ੍ਰਭਾਵ ਸੀਗਾ, ਤੇ ਇਹਨਾਂ ਨੇ ਕਿਹਾ ਵੀ ਚਲਾਨ ਪੇਸ਼ ਨਾ ਕਰੋ, ਆਪਾਂ ਇਹਦੇ ਨਾਲ ਡੇਰੇ ਮੁਖੀ ਨਾਲ ਗੱਲ ਕਰ ਲੈਂਦੇ ਹਾਂ। ਸੋ ਡੇਰਾ ਮੁਖੀ ਦੇ ਨਾਲ ਕੌਨਫੀਡੈਂਸ ਚੱਲਿਆ, ਡੇਰਾ ਮੁਖੀ ਨੇ ਮਦਦ ਕੀਤੀ, ਇਹ ਚੁਣ ਕੇ ਜਾ ਕੇ ਲੋਕ ਸਭਾ 'ਚ ਜਾਂਦੇ ਰਹੇ। ਫਿਰ 2012 'ਚ ਫਿਰ ਆ ਗਏ ਇਲੈਕਸ਼ਨ, ਤਾਂ ਫਿਰ ਅਸੈਂਬਲੀ ਦੇ ਆ ਗਏ। ਉਹਨੇ ਫਿਰ ਡੇਰੇ ਮੁਖੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਾਂ ਤਾਂ ਮੇਰਾ ਪਰਚਾ ਵਾਪਸ ਲਓ, ਨਹੀਂ ਤਾਂ ਵੋਟਾਂ ਮੇਰੇ ਕੋਲੋਂ ਝਾਕ ਨਾ ਰੱਖਿਓ ਜੀ। 3 ਦਿਨ ਪਹਿਲਾਂ ਇਹਨਾਂ ਨੇ ਉਹ ਫਾਈਲ ਕਰਤਾ ਜੀ, ਉਹਦੇ ਵਿੱਚ ਕਹਿੰਦਾ ਜੀ ਅਸੀਂ ਕੇਸ ਵਾਪਸ ਲੈਂਦੇ ਹਾਂ। ਇਹਦੇ ਬਾਅਦ ਕਿੱਥੇ ਰਹਿ ਗਈ ਸਾਹਿਬ? ਆਈ ਰੈਸਟ ਮਾਈ ਕੇਸ। ਅਗਰ ਮੈਂ ਵਕੀਲ ਹੁੰਦਾ ਨਾ ਸਾਹਿਬ, ਤੇ ਮੈਂ ਜੱਜ ਸਾਹਿਬ ਦੇ ਸਾਹਮਣੇ ਕਹਿ ਦਿੰਦਾ ਵੀ ਆਈ ਰੈਸਟ ਮਾਈ ਕੇਸ, ਇਹਦੇ ਬਾਅਦ ਕੋਈ ਗੱਲ ਕਹਿਣ ਦੀ ਲੋੜ ਨਹੀਂ। ਹੁਣ ਮੈਂ ਤੁਹਾਡੇ ਕੋਲ ਸਟੂਡੀਓ 'ਚ ਬੈਠ ਕੇ ਗੱਲ ਕਰ ਲਾਂ, ਮੈਂ ਪ੍ਰੈਸ ਕਾਨਫਰੰਸ 'ਚ ਕਰ ਲਾਂ, ਤਾਂ ਲੋਕਾਂ ਨੂੰ ਦਿਸਣਾ ਚਾਹੀਦਾ ਹੈ ਵੀ ਆਹ ਜੋ ਕੁਛ ਹੈ। ਹੁਣ ਬਾਬੇ ਨਾਲ ਕਦੋਂ ਇਹਨਾਂ ਦੀ ਕਿੱਥੇ ਬੈਠ ਕੇ ਗੱਲ ਹੋਈ, ਉਹ ਬਾਅਦ ਵਾਲੀਆਂ ਗੱਲਾਂ ਤਾਂ ਬਾਅਦ ਦੀਆਂ। ਜਦੋਂ ਫਿਲਮ ਰਿਲੀਜ਼ ਕਰਾਉਣ ਵਾਸਤੇ ਇਹਨਾਂ ਦੀ ਮੀਟਿੰਗ ਹੋਈ ਹੈ, ਉਹਨਾਂ ਤੋਂ ਅਕਾਲ ਤਖਤ ਸਾਹਿਬ ਤੋਂ ਇਹਨੂੰ ਮਾਫੀਨਾਮਾ ਦਵਾਇਆ, ਉਹ ਕਹਿੰਦਾ ਮੈਂ ਮਾਫੀ ਮੰਗੀ ਨਹੀਂ। ਇੱਥੋਂ ਫਰਮਾਨ ਜਾ ਰਹੇ ਹੈ ਚੰਡੀਗੜ੍ਹੋਂ ਅਕਾਲ ਤਖਤ ਸਾਹਿਬ ਨੂੰ ਵੀ ਇਹਨੂੰ ਮਾਫੀ ਦਿਓ, ਮਾਫੀ ਦੇ ਦਿੱਤੀ। ਪਰਟੀਕੂਲਰ ਤਰੀਕ ਨੂੰ ਮਾਫੀ ਦਿੱਤੀ। 2 ਦਿਨਾਂ ਬਾਅਦ ਸ਼ੁੱਕਰਵਾਰ ਸੀ, ਸ਼ੁੱਕਰਵਾਰ ਨੂੰ ਨਈ ਫਿਲਮ ਰਿਲੀਜ਼ ਹੁੰਦੀ ਹੈ। ਉਹਦੀ ਫਿਲਮ ਰਿਲੀਜ਼ ਕਰਨ ਵਾਸਤੇ ਦੇਖੋ ਉਸ ਬੰਦੇ ਨਾਲ ਸਾਂਠ-ਗਾਂਠ ਕੀਤੀ ਅਕਾਲੀ ਦਲ ਦੇ ਸਰਪ੍ਰਸਤਾਂ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਥਕ ਪਾਰਟੀਆਂ। ਦੁੱਖ ਤਾਂ ਇਸ ਗੱਲ ਦਾ ਵੀ ਢਕੋਸਲਾ ਬੰਦ ਕਰਨ ਸਾਹਿਬ, ਆਹ ਡਰਾਮਾ ਬੰਦ ਕਰ। ਓਡਾ ਹੀ ਵੱਡਾ ਸਵਾਂਗ ਮੈਂ ਕਹਿੰਦਾ ਜਿੰਨਾ ਉਸ ਡੇਰੇ ਮੁਖੀ ਨੇ ਸਲਾਬਤਪੁਰੇ ਕੀਤਾ, ਉਹਨਾਂ ਹੀ ਵੱਡਾ ਆਹ ਸਵਾਂਗ ਆ ਲੋਕ ਕਰੀ ਜਾਂਦੇ ਆ, ਜਿਹੜੇ ਅੱਜ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਦੱਸੀ ਜਾਂਦੇ। ਇਸ ਤੋਂ ਘੱਟ ਇਹਨਾਂ ਦਾ ਸਵਾਂਗ ਹੈ ਨਹੀਂ। ਕਾਨੂੰਨ ਦੀ ਚੱਕੀ ਹੈ। ਮੈਂ ਬਿਲਕੁਲ ਸਪਸ਼ਟ ਹਾਂ ਸਾਹਿਬ, ਜੇ ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦਵਾ ਸਕੇ, ਇਹਨਾਂ ਦੇ ਜਿਨ੍ਹਾਂ ਨੇ ਆ ਕੀਤਾ, ਕਾਂਡ ਕੀਤਾ, ਜਿਨ੍ਹਾਂ ਨੇ ਉਹਦੇ ਨਾਲ ਸਾਂਠ-ਗਾਂਠ ਕੀਤੀ ਹੈ, ਗੁਰੂ ਸਾਹਿਬ ਦੀ ਇਹਨਾਂ ਨੇ ਬੇਅਦਬੀ ਕਰਵਾਈ ਹੈ, ਅੰਗ ਪਾੜੇ ਗਏ ਹੈ। ਉਹ ਹੁਣ ਕਹਿੰਦੇ ਹੈ ਉੱਥੇ ਪਟਿਆਲੇ ਧਰਨਾ ਲਾਈ ਬੈਠੇ ਸੀਗੇ। ਮੈਨੂੰ ਉਹ ਦਿਨ ਬੜਾ ਇਸ ਗੱਲ ਦਾ ਗਿਲਾਨੀ ਮਹਿਸੂਸ ਹੋਈ ਵੀ ਇਹਨਾਂ ਦਾ ਪੰਥਕ ਸਰਕਾਰ ਸੀ। ਉੱਥੇ ਪਿੰਡ ਦੇ ਅੰਦਰ ਜਵਾਹਰ ਸਿੰਘ ਵਾਲੇ 'ਚ ਪੋਸਟਰ ਲੱਗੇ ਸਾਹਿਬ ਜੀ, ਕਹਿੰਦੇ ਆ ਤੁਹਾਡਾ ਗੁਰੂ ਚੱਕ ਕੇ ਲੈ ਗਏ ਅਸੀਂ, ਤੇ ਬਾਅਦ 'ਚ ਇੱਕ ਦਿਨ ਫਿਰ ਲਾਇਆ ਵੀ ਉਹ ਪਾੜ ਕੇ ਰੂੜੀ ਤੇ ਪਏ, ਜਾ ਕੇ ਆਂਗੇ ਚੱਕ ਲਓ। ਅੱਜ ਕਹਿੰਦੇ ਕੈਪਟਨ ਸਾਹਿਬ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਨਹੀਂ ਪਾਲਦੇ ਰਹੇ। ਡਰਾਮਾ ਨਾ ਕਰ, ਲੋਕਾਂ ਦੀ ਭਾਵਨਾ ਨਾਲ ਖਿਲਵਾੜ ਨਾ ਕਰ। ਆਹ ਬੜਾ ਇੱਕ ਸੈਂਸਿਟਿਵ ਮੁੱਦਾ ਹੈ ਸਾਹਿਬ। ਜਿਵੇਂ ਇਹਨਾਂ ਦੇ ਮੈਂ ਦੇਖੋ ਕਈ ਗੱਲਾਂ ਲੋਕ ਦੂਜੇ ਪਾਸੇ ਲੈ ਜਾਂਦੇ, ਮੈਂ ਸਪਸ਼ਟ ਗੱਲ ਕਰੂੰਗਾ।
ਇਹਨਾਂ ਦੇ ਜਿਹੜੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪਹਿਲੇ ਜਿਹੜੇ ਜੀਕੇ ਪ੍ਰਧਾਨ ਸੀ ਜੀ, ਉਹ ਜਦੋਂ ਅਮਰੀਕਾ ਆਏ, ਅਮਰੀਕਾ ਨਾਲ ਉੱਥੇ ਜਦੋਂ ਗਏ ਕੈਲੀਫੋਰਨੀਆ, ਉਹਨਾਂ ਨਾਲ ਬਦਸਲੂਕੀ ਉੱਥੇ ਹੋਈ ਜੋ ਕੁਛ, ਉਹਨਾਂ ਨੇ ਬਾਅਦ ਇੱਥੇ ਆ ਕੇ ਬਿਆਨ ਦਿੱਤਾ ਵੀ ਸੁਖਬੀਰ ਬਾਦਲ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਉਹ ਅੱਜ ਉਸੇ ਪੋਜੀਸ਼ਨ 'ਚ ਹੈ ਜਿਹਦਾ ਕੱਲ ਜਨਮ ਦਿਨ ਮਨਾਉਣ ਦਾ ਇੱਥੇ ਟਕੌਂਸਲਾ ਅੰਮ੍ਰਿਤਸਰ 'ਚ ਕੀਤਾ ਗਿਆ। ਉਹਦੇ ਨਾਲ ਕੰਪੇਅਰ ਕੀਤਾ, ਮੈਂ ਨਹੀਂ ਕਰ ਰਿਹਾ ਜੀ, ਉਹਨੇ ਜੇਕੇ ਨੇ ਕੰਪੇਅਰ ਕੀਤਾ ਵੀ ਆਹ ਜਿਹੜਾ ਹੈ ਸੁਖਬੀਰ ਬਾਦਲ ਉਸੇ ਪੋਜੀਸ਼ਨ 'ਚ ਖੜਾ ਹੈ। ਸਬੂਤ ਉਹਨਾਂ ਦੇ ਖਿਲਾਫ ਵੀ ਨਹੀਂ ਅਜੇ ਆਏ। ਸਰਕਾਰਾਂ ਇਹਨਾਂ ਦੀਆਂ ਦੇਖੋ, ਲੋਕਾਂ ਨੇ ਮਨਾ ਰੱਖਿਆ, ਪਰ ਲੋਕ ਸਾਡੇ ਤੋਂ ਆਸ ਕਰਦੇ ਹੈ, ਸਾਨੂੰ ਉਹਨਾਂ ਆਸਾਂ ਉਮੀਦਾਂ ਤੇ ਪੂਰਾ ਉਤਰਨਾ ਪਊਗਾ। ਗੁਰਪ੍ਰੀਤ ਜੀ, ਦੇਰ ਇਜ਼ ਨੋ, ਅਸੀਂ ਚਾਹੇ ਬਾਕੀ ਸਾਰੇ ਕੰਮ ਕਰ ਦਈਏ ਪਰ ਆਹ ਕੰਮ ਕਰਨਾ ਪਊਗਾ। ਆਈ ਐਮ ਟੋਟਲੀ ਇਨ ਐਗਰੀਮੈਂਟ। ਮੈਂ ਸਮਝਦਾ ਵੀ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ। ਇਸ ਨੂੰ ਅਸੀਂ ਨੇਪਰੇ ਚਾੜਾਂਗੇ। ਜਿਹੜੇ ਵੀ ਕਲਪਰੇਟ ਹੈ ਉਹ ਬਚ ਨਹੀਂ ਸਕਦੇ। ਦੇਰ ਹੋ ਸਕਦੀ ਹੈ, ਬਟ ਆਫ ਕੋਰਸ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਆਈ ਅੰਡਰਸਟੈਂਡ। ਬਟ ਜਿੱਦਣ ਉਹ ਆ ਗਏ ਨਾ ਜੀ ਸਿਕੰਜੇ 'ਚ, ਲੋਕਾਂ ਦੇ ਮੱਲਮ ਲੱਗ ਜੂਗਾ ਤੇ ਲੋਕ ਸਮਝਣਗੇ ਵੀ ਆ ਵਾਕਈ ਕੈਪਟਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹਨੂੰ ਸਿਰੇ ਚਾੜੀ ਹੈ। ਜਾਖੜ ਸਾਹਿਬ, ਇਹ ਗੱਲਾਂ ਤੁਸੀਂ ਜਿੱਦਾਂ ਹੁਣ ਵਿਰੋਧੀਆਂ ਨੇ ਵਿਰੋਧ ਦੇ ਵਿੱਚ ਤਾਂ ਗੱਲਾਂ ਕਰਨੀਆਂ ਹੀ ਆ, ਪਰ ਹੁਣ ਜਿਹੜੀ ਇਸ ਵਕਤ ਅਸੀਂ ਜੋ ਮਹਿਸੂਸ ਕਰਦੇ ਹਾਂ, ਜਦੋਂ ਇੱਕ ਮੀਡੀਆ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ, ਤਾਂ ਹੁਣ ਚਰਚਾ ਦੂਸਰੇ ਪਾਸੇ ਦੀ ਚੱਲਣ ਲੱਗ ਪਈ ਕਿ 3.5 ਸਾਲ ਦਾ ਸਮਾਂ ਲੰਘ ਗਿਆ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਉਹੀ ਕੁਛ ਆਪਾਂ ਦੇਖ ਰਹੇ ਹਾਂ ਜੋ ਪਹਿਲਾਂ ਸੀ। ਜਿਹੜੀਆਂ ਚੀਜ਼ਾਂ ਖਤਮ ਕਰਨ ਦਾ ਕਰਕੇ ਕਾਂਗਰਸ ਪਾਰਟੀ ਆਈ ਸੀ, ਜਿੱਦਾਂ ਆਪਾਂ ਲੇਟੈਸਟ ਸ਼ਰਾਬ ਵਾਲੇ ਮਸਲੇ ਦੀ ਗੱਲ ਕਰ ਲਈਏ, ਹੁਣ ਜੋ ਕੁਛ ਵੀ ਹੋਇਆ ਜਾਂ ਜਿਵੇਂ ਵੀ ਉਹ ਸਾਰਾ ਕੁਛ ਉੱਤੇ ਧਰਨੇ ਪ੍ਰਦਰਸ਼ਨ ਹੋਏ, ਵਿਰੋਧੀਆਂ ਨੇ ਠੀਕ ਆ ਵਿਰੋਧ ਕਰਨਾ ਸੀ, ਕੈਪਟਨ ਸਾਹਿਬ ਆਏ, ਮੁਆਵਜ਼ਾ ਦਿੱਤਾ, ਪਰ ਫਿਰ ਨਾਂ ਆਉਣ ਲੱਗ ਪੈਂਦੇ ਬੰਦਿਆਂ ਦੇ ਵੀ ਆਹ ਬੰਦਿਆਂ ਦੇ ਨਾਂ ਨੇ, ਉਹਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ। ਹਾਲਾਂਕਿ ਉਸੇ ਮੁੱਦੇ ਨੂੰ ਲੈ ਕੇ ਤੁਹਾਡੀ ਆਪਣੀ ਪਾਰਟੀ ਦੇ 2 MP ਜਿਹੜੇ ਨੇ ਉਹ ਵੀ ਵਿਰੋਧ 'ਚ ਆ ਗਏ ਵੀ ਆਹ ਇੱਥੇ ਕੰਮ ਕਿਉਂ ਨਹੀਂ ਹੁੰਦਾ ਜੀ। ਬਿਲਕੁਲ, ਆ ਜੋ ਕੁਛ ਵੀ ਹੋ ਰਿਹਾ ਸਾਹਿਬ, ਸਰਕਾਰ ਦੀ ਇਮੇਜ ਦੇ ਉੱਤੇ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਖੜਾ ਕਰਦਾ, ਇੱਕ ਧੱਬਾ ਲੱਗਦਾ। ਇੰਨਾ ਕੁਛ ਕਰਨ ਦੇ ਬਾਵਜੂਦ ਜੋ ਕੁਛ ਕੀਤਾ ਹੈ, ਕਰਜ਼ੇ ਮਾਫ ਕੀਤੇ ਹੈ, 5.25 ਲੱਖਾਂ ਦੇ ਕਰਜ਼ੇ ਮਾਫ ਕੀਤੇ ਹੈ, ਜਿੰਨਾ ਕੁਛ ਅਸੀਂ ਕਰ ਸਕਦੇ ਸੀ ਕੀਤਾ ਹੈ। ਪਰ ਗੱਲ ਇੱਥੇ ਆ ਕੇ ਖੜ ਜਾਂਦੇ ਵੀ ਆਹ ਦੇਖੋ ਜੀ ਸ਼ਰਾਬ ਵਿਕੀ ਜਾਂਦੀ ਹੈ ਜੀ। ਇਹਦੇ ਉੱਤੇ ਮੈਂ ਪਹਿਲੇ ਦਿਨ ਜਿੱਦਣ ਹੀ ਆਇਆ, ਜਿਸ ਦਿਨ ਪਤਾ ਲੱਗਿਆ ਵੀ 111 ਬੰਦੇ ਇਸ ਮਸਲੇ 'ਚ ਹੈ, ਮੈਂ ਕਿਹਾ ਵੀ ਚਾਹੇ ਹੂਸਐਵਰ ਕੋਈ ਵੀ ਹੈ, ਚਾਹੇ ਉਹ ਸੁਨੀਲ ਜਾਖੜ ਵੀ ਹੈ, ਜੇ ਭੱਟੀ ਲਾਈ ਬੈਠਾ ਹੈ, ਉਹਨੂੰ ਫੜ ਕੇ ਅੰਦਰ ਕਰੋ ਜੀ। ਤੇ ਮੈਂ ਸਮਝਦਾ ਪਹਿਲਾਂ ਉਹ ਜਾਂਚ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਨਾਂ ਆਈ ਜਾਂਦੇ, ਕਿਉਂਕਿ ਕਿਤੇ ਨਾ ਕਿਤੇ ਅੱਗ ਜਿੱਥੇ ਧੂੰਆਂ ਨਿਕਲਦਾ, ਕਿਤੇ ਕੁਛ ਨਾ ਕੁਛ ਚਿੰਗਾਰੀ ਚੰਗੂਰੀ ਤੇ ਪਤਾ ਕਰਨ ਸਾਰੀ ਗੱਲ ਦਾ। ਟਰਾਂਸਪੇਰੈਂਸੀ ਇਜ਼ ਦਾ ਆਨਸਰ ਸਾਹਿਬ। ਉਸ ਜਦ ਤਾਈਂ ਲੋਕਾਂ ਦਾ ਭਰੋਸਾ ਨਹੀਂ ਬਣਦਾ ਵੀ ਆਹ ਸੱਚੀ ਜਾਂਚ ਹੋਈ ਹੈ, ਚਾਹੇ CBI ਤੋਂ ਕਰਾ ਲਓ, ਮੈਂ ED ਤੇ ਕੁਐਸਚਨ ਕਰੀ ਜਾਂਦਾ, ਮੈਂ CBI ਤੇ ਕੁਐਸਚਨ ਕਰੀ ਜਾਂਦਾ, ਕਿਉਂਕਿ ਭਰੋਸਾ ਨਹੀਂ। ਇਸੇ ਤਰ੍ਹਾਂ ਜੇ ਉਹ ਕਹਿ ਦੇਣਗੇ ਸਿਟਿੰਗ ਜੱਜ ਤੋਂ ਕਰਾ ਲਓ, ਹੁਣ ਜੱਜ ਵਾਲਿਆਂ ਦਾ ਜੋ ਕੁਛ ਕੀਤਾ ਤੁਹਾਡੇ ਸਾਹਮਣੇ ਪਤਾ ਨਹੀਂ, ਉਸ ਨੈਸ਼ਨਲ ਲੈਵਲ ਤੇ ਆਵਾਂਗੇ ਗੱਲ ਕਰਾਂਗੇ, ਜੁਡੀਸ਼ਰੀ ਦਾ ਤਾਂ ਜੋ ਜਲੂਸ ਕੱਢਿਆ ਪਿਆ ਉਧਰ ਜਾਂਦੇ ਹਾਂ। ਤੁਸੀਂ ਦੇਖੋ CBI ਦੀ ਤੁਸੀਂ ਹੁਣੇ ਗੱਲ ਕੀਤੀ, ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਆ ਰੇਤ ਬਜਰੀ ਵਾਲਾ ਮਸਲਾ ਸੀ, ਕਾਂਗਰਸ ਪਾਰਟੀ ਆਈ, ਥੋੜਾ ਜਿਹਾ ਰੁਕਿਆ, ਉਸ ਤੋਂ ਬਾਅਦ ਫਿਰ ਉੱਦਾਂ ਚੱਲਣ ਲੱਗ ਪਿਆ। ਹੁਣ ਇਹ ਸੁਣ 'ਚ ਆ ਰਿਹਾ ਕਿ ਦੇਖੋ ਕਾਂਗਰਸ ਪਾਰਟੀ ਦੇ ਰਾਜ ਦੇ ਦੌਰਾਨ ਰੇਤ ਬਜਰੀ ਵਾਲੇ ਮਸਲੇ ਤੇ ਹਾਈ ਕੋਰਟ ਨੂੰ ਇੰਟਰਫੇਅਰ ਕਰਨਾ ਪੈ ਰਿਹਾ, ਐਂਡ ਉਹ ਜਾਂਚ CBI ਨੂੰ ਚਲੇ ਜਾਂਦੀ ਵੀ ਚੈੱਕ ਕਰੋ ਮਹਾਰਾਜ ਇਹ ਚੱਲ ਕੀ ਰਿਹਾ, ਤੇ ਫਿਰ ਉਹ ਰੁਕਿਆ ਕਿਉਂ ਨਹੀਂ? ਮੈਂ ਸਮਝਦਾ ਵੀ ਜੋ ਕਦਮ ਕੈਪਟਨ ਸਾਹਿਬ ਨੇ ਚੱਕੇ ਸੀ, ਅਗਰ ਇਫ ਯੂ ਗੋ ਬੈਕ 2 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਹੈ, ਸਭ ਤੋਂ ਪਹਿਲਾਂ ਮਾਈਨਿੰਗ ਨੂੰ ਲੈ ਕੇ ਪਾਲਿਸੀ ਬਣਾਈ ਸੀ। ਸਾਰੀ ਪੰਜਾਬ ਦੀ ਮਾਈਨਿੰਗ ਦਾ ਜਿਹੜਾ ਠੇਕਾ ਸੀਗਾ ਨਾ, ਟੋਟਲ ਰੈਵਨਿਊ ਪੰਜਾਬ ਸਰਕਾਰ ਨੂੰ ਜਦੋਂ ਆ ਕੇ ਸਰਕਾਰ ਸੰਭਾਲੀ ਹੈ ਅਕਾਲੀ ਦਲ 'ਚ, ਜੋ ਮਿਲ 45 ਕਰੋੜ ਰੁਪਈਆ ਰੈਵਨਿਊ ਆ ਰਿਹਾ ਸੀਗਾ। ਬਾਕੀ ਜਥੇਦਾਰ ਜਿਹੜੇ ਲੱਗੇ ਸੀ ਇਹਨਾਂ ਦੇ ਅੱਗੇ ਕਰਿੰਦੇ, ਜਿਹੜਾ ਮਾਫੀਆ ਸੀ ਉਹ ਕੰਮ ਕਰੀ ਜਾਂਦਾ ਸੀਗਾ। ਉਦੋਂ ਸਾਡੇ ਅਫਸਰ ਨੇ ਜਿਹੜਾ ਬਣਾ ਕੇ ਦਿੱਤਾ, ਉਹਦੇ 'ਚ 450 ਕਰੋੜ ਰੁਪਈਏ ਦਾ ਰੈਵਨਿਊ ਕਲੈਕਸ਼ਨ ਦਾ ਟਾਰਗੇਟ ਲੈ ਕੇ ਚੱਲੇ। ਉਹਦੇ ਵਿੱਚ 19 ਕੀ ਹੋਈ, ਮੈਂ ਸਮਝਦਾ ਵੀ ਉਸੇ ਟਾਈਮ ਕੈਪਟਨ ਸਾਹਿਬ ਨੇ ਸਖਤ ਨੋਟਿਸ ਲਿਆ, ਜਿਹਦੇ ਕਰਕੇ ਸਾਡੇ ਇੱਕ ਮੰਤਰੀ ਨੂੰ ਅਸਤੀਫਾ ਵੀ ਦੇਣਾ ਪਿਆ ਜੀ। ਉਸ ਗੱਲ ਨੂੰ ਅੱਜ ਕੋਈ ਨਹੀਂ ਗੋਲਦਾ ਵੀ ਆ ਜੋ ਕੁਛ ਹੈ, ਬਿਕੋਜ਼ ਉਹਦੇ ਬਾਅਦ ਫਿਰ ਕਿਤੇ ਢਿੱਲ ਹੋ ਗਈ, ਫਿਰ ਇਸ ਕਿਸਮ ਦੀਆਂ ਆ ਗਿਆ। ਇਨ ਪੋਲੀਟਿਕਸ ਇਟਸ ਪਰਸੈਪਸ਼ਨ ਵਿੱਚ ਮੈਟਰ ਸਾਹਿਬ। ਜਿਹੜੀ ਪਰਸੈਪਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਨਾਮ ਆ ਰਹੇ, ਨਾਮ ਤਾਂ ਇਹਨਾਂ ਦੇ ਮਗਰਮੱਛਾਂ ਦੇ ਬਹੁਤ ਦਿਨਾਂ ਦੇ ਆ ਰਹੇ, ਕੁਛ ਨਹੀਂ ਹੋਇਆ। ਫਿਰ ਹਾਊ ਆਰ ਵੀ ਡਿਫਰੈਂਟ ਦੈਨ ਦੈਮ? ਸਾਨੂੰ ਲੋਕਾਂ ਨੂੰ ਸਾਬਿਤ ਕਰਨਾ ਪਊਗਾ ਵੀ ਅਸੀਂ ਜਿਹੜੇ ਹੈ ਇਸ ਮਸਲੇ ਦੇ ਅੰਦਰ ਜਿਹੜੀ ਸਟਿਲ ਲੌਂਗ ਟਾਈਮ ਜਿਹੜੀ ਆ ਦਾਰੂ ਵਾਲਾ ਕੰਮ ਆ, ਤਾਂ ਇੱਕ ਕਾਟੇਜ ਇੰਡਸਟਰੀ ਬਣੀ ਹੋਈ ਸੀ ਜੀ, ਜਦੋਂ ਤਾਈਂ ਨਹੀਂ ਲੋਕ ਕਿਸੇ ਹਿੱਲੇ ਲੱਗੇ। ਹਰੇਕ ਤੁਸੀਂ ਦੇਖ ਲਓ ਜਾ ਕੇ, ਇਸ 'ਚ ਤਾਂ ਕੋਈ ਕੋਕੀਨ ਬਣਾਉਣੀ ਨਹੀਂ ਜਾਂ ਕੋਈ ਉਹ ਸਮੈਕ ਨਹੀਂ ਬਣਾਉਣੀ, ਕੋਈ ਲੈਬ ਦੀ ਜ਼ਰੂਰਤ ਨਹੀਂ, ਇਹਦਾ ਘਰੇ ਡਰਮ ਰੱਖਿਆ ਤੇ ਲਾਹਣ ਤੇ ਪਾ ਕੇ ਜਿਹੜੇ ਬਣਾਈ ਜਾਂਦੇ ਹੈ। ਬਟ ਇਟਸ ਨੋ ਐਕਸਕਿਊਜ਼। ਸਾਨੂੰ ਇਹਨਾਂ ਲੋਕਾਂ ਨੂੰ ਜਿਹਦੀ ਵੀ ਸ਼ੈ, ਬਿਕੋਜ਼ ਬੇਸਿਕਲੀ ਪੋਲੀਟੀਕਲ ਪੈਟਰਨੇਜ ਜਿਹੜੀ ਹੈ ਕਿਸੇ ਦੀ ਵੀ ਹੈ, ਚਾਹੇ ਐਡਮਿਨਿਸਟ੍ਰੇਟਿਵ ਪੈਟਰਨੇਜ ਹੈ, ਚਾਹੇ ਪੋਲੀਟੀਕਲ ਪੈਟਰਨੇਜ ਹੈ, ਸਾਨੂੰ ਨਕੇਲ ਪਾ ਕੇ ਲੋਕਾਂ ਦੇ ਸਾਹਮਣੇ ਸਰਖਰੂ ਹੋ ਕੇ ਨਿਕਲਣਾ ਪਊਗਾ। ਆਈ ਐਗਰੀ ਵਿਦ ਯੂ। ਇਹਦੇ ਲਈ ਤੁਸੀਂ ਆਪਣੇ ਤੌਰ ਤੇ, ਕਿਉਂਕਿ ਨਾ ਇਹ ਮੈਂ ਤੁਹਾਨੂੰ ਤਾਂ ਸਵਾਲ ਪੁੱਛਿਆ ਕਿਉਂਕਿ ਮੈਨੂੰ ਉਹ ਯਾਦ ਆ ਰਿਹਾ ਐਪੀਸੋਡ ਜਦੋਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਬਹੁਤ ਸਾਰੇ ਕੇਸ ਉੱਪਰ ਜਾ ਕੇ ਹਾਰੇ ਗਏ,
ਐਂਡ ਤੁਸੀਂ ਉੱਥੇ ਮੀਟਿੰਗ ਦੇ ਵਿੱਚ ਜਿਹੜੇ ਵੱਡੇ ਅਫਸਰ ਆ ਉਹਨਾਂ ਨੂੰ ਕਿਹਾ ਕਿ ਵੀ ਆਹ ਜਿਹੜੇ ਬੰਦੇ ਇੱਥੇ ਕੀ ਕਰਦੇ ਪਏ ਆ। ਤਾਂ ਕਰਕੇ ਮੈਂ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਜੇ ਉਸ ਲੈਵਲ 'ਤੇ ਤੁਸੀਂ ਇਤਰਾਜ਼ ਪ੍ਰਗਟ ਕਰ ਰਹੇ ਹੋ, ਉਹਦੇ ਬਾਵਜੂਦ ਵੀ ਜੇ ਕੁਝ ਨਹੀਂ ਹੋ ਰਿਹਾ ਤਾਂ ਫਿਰ ਕਾਰਨ ਕੀ? ਕਈ ਵਾਰੀ ਕਹਿੰਦੇ ਨੇ ਘਿਓ ਅਗਰ ਸਿੱਧੀ ਉਂਗਲੀ ਨਾਲ ਨਿਕਲੇ ਤਾਂ ਟੇਢੀ ਉਂਗਲੀ ਨਾਲ ਕੱਢਣਾ ਚਾਹੀਦਾ ਜੀ। ਕੈਪਟਨ ਸਾਹਿਬ ਦੀ ਭਲਮਾਨਸੀ ਨੂੰ ਲੈ ਕੇ ਮੇ ਬੀ ਇਜ਼ ਟੂ ਲੀਨੀਅੰਟ, ਇਹਦੇ ਕਰਕੇ ਆ ਜੋ ਕੁਛ ਹੋ ਰਿਹਾ। ਬਟ ਆਈ ਅਸ਼ੋਰ ਯੂ ਵੀ ਮੈਂ ਜਿੰਨਾ ਕੁ ਮੇਰੀ ਆਈ ਕੁਡ ਗੇਜ, ਦੇਖੋ ਸਰਕਾਰ ਆਪਣੇ ਤੌਰ 'ਤੇ ਚੱਲ ਰਹੀ ਹੈ ਐਜ਼ ਏ ਪਾਰਟੀ, ਆਈ ਕੈਨ ਓਨਲੀ ਗਿਵ ਦਾ ਫੀਡਬੈਕ। ਅਤੇ ਸਾਡੇ ਜਿਹੜੇ ਹੈ ਅਸੀਂ ਏਜੰਡਾ ਜਿਹੜਾ ਲੈ ਕੇ ਚੱਲੇ ਹਾਂ ਵੀ ਉਹਨੂੰ ਕਿਸ ਤਰ੍ਹਾਂ ਪੂਰਾ ਕਰਾਂਗੇ। ਆਈ ਹੈਵ ਕਨਵੇਡ ਮਾਈ ਫੀਲਿੰਗਸ ਵੀ ਆਹ ਜੇ ਇਸ਼ੂ ਆਪਾਂ ਨਹੀਂ ਆਨਸਰ ਨੂੰ ਕੀਤਾ, ਕਲਿੰਚ ਕੀਤਾ ਤਾਂ ਵੀ ਵਿਲ ਬੀ ਇਨ ਅ ਸਪੌਟ। ਇਸ ਕਰਕੇ ਮੈਂ ਸਮਝਦਾ ਵੀ ਆਹ ਸਾਰੇ ਮਸਲੇ ਨੂੰ ਕਰਕੇ ਵੀ ਵਿਲ ਇਨਸ਼ੋਰ ਵੀ ਜੋ ਵੀ ਕਲਪਰੇਟ ਹੈ, ਚਾਹੇ ਉਹ ਸਾਡੇ ਹੈ ਚਾਹੇ ਉਹਨਾਂ ਦੇ ਹੈ, ਕਿਸੇ ਨੇ ਚਿੱਟੀ ਬਣ ਰੱਖੀ ਹੈ, ਕਿਸੇ ਨੇ ਸਫੇਦ ਬਣ ਰੱਖੀ ਹੈ, ਕੋਈ ਭਗਵਾਂ ਪਾ ਕੇ ਕੋਈ ਖਾਸ ਬਣਿਆ ਫਿਰਦਾ, ਕੋਈ ਆਮ ਬਣਿਆ ਫਿਰਦਾ, ਕਿਸੇ ਨੂੰ ਨਾ ਖਾਸ ਛੱਡਿਆ ਜਾਵੇ, ਨਾ ਆਮ ਛੱਡਿਆ ਜਾਵੇ, ਨਾ ਚਿੱਟੀ ਵਾਲਾ ਛੱਡਿਆ ਜਾਵੇ, ਨਾ ਨੀਲੇ ਵਾਲਾ ਛੱਡਿਆ ਜਾਵੇ। ਇੱਥੇ ਉਹਨਾਂ ਲੋਕਾਂ ਨੂੰ ਆਨਸਰੇਬਲ ਕਰਨਾ ਸਾਡੇ ਵਾਸਤੇ ਜ਼ਰੂਰੀ ਹੈ, ਅਸੀਂ ਕਰ ਰਹੇ। ਅਤੇ ਅਫਸਰਸ਼ਾਹੀ ਦੇ ਉੱਪਰ ਬੜੀ ਦੇਰ ਤੋਂ, ਜਦੋਂ ਤੋਂ ਸਰਕਾਰ ਚੱਲਦੀ ਉਦੋਂ ਤੋਂ ਹੀ ਲਗਭਗ ਇਤਰਾਜ਼ ਸੀ। ਕਦੀ ਕੋਈ MLA ਸਾਹਿਬ ਉੱਠ ਕੇ ਕਹਿੰਦੇ ਵੀ ਮੇਰੀ ਕੋਈ ਨਹੀਂ ਸੁਣਦਾ ਜੀ, ਇਹ ਤਾਂ ਕੋਈ ਅਕਾਲੀਆਂ ਦੀ ਚੱਲੀ ਜਾਂਦੀ ਹੈ। ਤੁਸੀਂ ਖੁਦ ਕਿਹਾ ਕਿ ਵੀ ਉੱਪਰਲੇ ਲੈਵਲ ਤੱਕ ਜਿੱਥੇ ਕੇਸ ਲੜੇ ਜਾਣੇ ਚਾਹੀਦੇ ਪੰਜਾਬ ਦੇ ਨਹੀਂ ਲੜੇ ਗਏ। ਅਫਸਰਸ਼ਾਹੀ ਜਿਹੜੀ ਹੈ ਉਹ ਇੱਦਾਂ ਕਿਉਂ ਜਾਪਦੀ ਹੈ? ਇਹ ਪ੍ਰਭਾਵ ਕਿਉਂ ਚਲੇ ਗਿਆ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਕਿ ਵੀ ਅਫਸਰਸ਼ਾਹੀ ਦੇ ਉੱਪਰ ਕੋਈ ਚੈੱਕ ਨਹੀਂ ਹੈ, ਉਹ ਆਪਣੀ ਮਰਜ਼ੀ ਆਪਣੇ ਹਿਸਾਬ ਨਾਲ ਕਰਦੇ, ਜਾਂ ਉਹਨਾਂ ਨੂੰ ਅਜੇ ਵੀ ਬਾਹਰੋਂ ਇਸ਼ਾਰਾ ਆਉਂਦਾ? ਇਟ ਇਜ਼ ਆਲਵੇਜ਼ ਬਲੈਕ ਸ਼ਿਪ ਸਾਹਿਬ। ਮੈਂ ਕਹਿੰਦਾ ਵੀ ਸਾਡੇ ਕੋਲ ਚੰਗੇ ਅਫਸਰਾਂ ਦੀ ਆਹ ਜਿਹੜੇ ਤੁਸੀਂ ਆਹ ਦੇਖਿਓ ਪਰਚੇਜ਼ ਹੋਈ ਹੈ, ਉਹੀ ਅਫਸਰ ਹੈ ਸਾਹਿਬ ਜੀ। ਐਡੀ ਵੱਡੀ ਪਰਚੇਜ਼ ਕਿਤੇ ਸਾਡੇ ਕੋਲ 1900 ਦੇ ਕਰੀਬ ਮੰਡੀਆਂ ਸੀਗੀਆਂ, ਉਹਨਾਂ ਨੂੰ ਡਬਲ ਕਰਕੇ ਕਰੀਬਨ 4000 ਮੰਡੀਆਂ ਬਣਾ ਕੇ ਅਸੀਂ ਸਾਰਾ ਕਣਕ ਲੋਕਾਂ ਦੀ ਚੱਕ ਲਈ, ਇਸ ਹਾਲਾਤ ਦੇ ਅੰਦਰ ਚੱਕ ਲਈ। ਦੇ ਆਰ ਆਫਿਸਰਸ ਆਲਸੋ। ਅੱਜ ਇਹ ਸਾਰਾ ਕੁਝ ਚੱਲ ਰਿਹਾ ਹੈ। ਦੇਰ ਆਰ ਸਰਟਨ ਪੀਪਲ ਜਿਹੜੇ ਅੱਜ ਵੀ ਇਸ ਗੱਲ ਨੂੰ ਨਹੀਂ ਸਮਝੇ ਕਿ ਇਹ ਲੋਕਾਂ ਦੀ ਸਰਕਾਰ ਹੈ, ਆ ਇੱਕ ਪਰਿਵਾਰ ਦੀ ਸਰਕਾਰ ਨਹੀਂ ਆ, ਇਕੱਲੇ ਕੈਪਟਨ ਸਾਹਿਬ ਦੀ ਸਰਕਾਰ ਨਹੀਂ ਆ, ਉਹਨਾਂ ਲੋਕਾਂ ਦੀ ਸਰਕਾਰ ਹੈ। ਲੋਕਾਂ ਨੂੰ ਅਸੀਂ ਜਵਾਬਦੇਹ ਹਾਂ। ਕਈ ਲੋਕ ਅਜੇ ਵੀ ਮੈਂ ਸਮਝਦਾ ਪੁਰਾਣਾ ਜਿਹੜਾ ਹੈਂਗਓਵਰ ਹੈ, 10 ਸਾਲ ਜਿਹੜਾ ਰਾਜ ਕਰ ਗਏ ਨਾ ਗੁਰਪ੍ਰੀਤ ਜੀ, ਜਿਵੇਂ ਆਪਣੇ ਪੁਰਾਣਾ ਕਹਾਵਤ ਹੈ ਵੀ ਘੋੜਾ ਅੜਿਆ ਕਿਉਂ ਅਤੇ ਫੁਲਕਾ ਸੜਿਆ ਕਿਉਂ, ਵੀ ਪਲਟਿਆ ਨਹੀਂ ਗਿਆ। ਜੇ ਆ 5 ਸਾਲ ਦੇ 5 ਸਾਲ ਵਾਲਾ ਰਹਿੰਦਾ ਨਾ ਜੀ, ਇਹਨੇ ਦਿਮਾਗ ਉਹ ਜਿਹੜੇ 10 ਸਾਲ ਦੇ ਅੰਦਰ ਇੰਨੇ ਰੰਗੇ ਗਏ ਬਿਕੋਜ਼ ਦੇ ਸਮ ਆਫ ਦੈਮ ਵਰ ਇਨ ਲੀਗ, ਦੇ ਵਰ ਪਾਰਟਨਰਸ ਇਨ ਦਿਸ ਕ੍ਰਾਈਮ। ਉਹ ਉਸੇ ਹਿਸਾਬ ਦੇ ਨਾਲ ਉਹ ਹੀ ਘੁੰਮ ਕੇ ਇਸ ਕੁਰਸੀ ਤੋਂ ਚੱਕ ਕੇ ਉਸ ਕੁਰਸੀ 'ਚ ਬਹਿ ਜਾਂਦੇ ਆ, ਉੱਥੋਂ ਚੱਕ ਕੇ ਇੱਥੇ ਆ ਜਾਂਦੇ ਆ। ਸੋ ਟਰਾਂਸਫਰ ਇਜ਼ ਨੋ ਪਨਿਸ਼ਮੈਂਟ ਸਾਹਿਬ। ਉਹਨਾਂ ਇੰਨਾ ਸਾਰਾ ਕੁਝ ਸਾਡੇ ਕੋਲ ਏਜੰਡਾ ਐਡਾ ਵੱਡਾ ਸੀ ਜਿਹਦੇ ਵਿੱਚ ਕਿਤੇ ਨਾ ਕਿਤੇ ਰਹਿ ਗਿਆ, ਬਟ ਇਟ ਨੀਡਸ ਟੂ ਬੀ ਆਨਸਰਡ ਐਂਡ ਆਈ ਥਿੰਕ ਕੈਪਟਨ ਸਾਹਿਬ ਇਸ ਗੱਲ 'ਤੇ ਪੂਰੇ ਗੰਭੀਰ ਹੈ ਅਤੇ ਇਹਨਾਂ 'ਤੇ ਨਕੇਲ ਪਾਣੀ ਪਊਗੀ ਸਭ ਜੀ। ਪਾਰਟੀ ਦੀ ਗੱਲ ਆਪਾਂ ਕਰਦੇ, ਤੁਸੀਂ ਤਾਂ ਪਾਰਟੀ ਪ੍ਰੈਜ਼ੀਡੈਂਟ ਹੋ, ਅਤੇ ਪਾਰਟੀ ਜਿਹੜੀ ਹੈ ਉਹ ਹੁਣ ਤੱਕ ਤਾਂ ਇਹ ਸੀ ਕਿ ਵੀ ਜਿਵੇਂ ਇਕੱਠੀ ਹੈ, ਪਰ ਜਿੱਦਾਂ ਪਹਿਲਾਂ ਆਪਾਂ ਲੋਅਰ ਲੈਵਲ ਦੇ ਉੱਪਰ ਬਹੁਤ ਵਾਰ ਬਗਾਵਤ ਦੇਖੀ, ਉਹ ਕੈਪਟਨ ਸਾਹਿਬ ਦੇ ਨਾਲ ਨਾਰਾਜ਼ਗੀ ਹੁੰਦੀ ਸੀ ਜੀ, ਮਿਲਦੇ ਨਹੀਂ, ਸਮਾਂ ਨਹੀਂ ਦਿੰਦੇ। ਪਰ ਜਿਹੜਾ ਲੇਟੈਸਟ ਐਪੀਸੋਡ ਹੋਇਆ ਦੁੱਲੂ ਸਾਹਿਬ ਵਾਲਾ ਅਤੇ ਬਾਜਵਾ ਸਾਹਿਬ ਵਾਲਾ, ਉਸ ਐਪੀਸੋਡ ਨੂੰ ਸਮਝਾਓ ਕਿ ਕੀ ਉਹ ਪਾਰਟੀ ਲੈਵਲ 'ਤੇ ਹੀ ਆ, ਜਾਂ ਉਹ ਤੁਹਾਨੂੰ ਲੱਗਦਾ ਹੈ ਕਿ ਵੀ ਜੋ ਨੈਸ਼ਨਲ ਲੈਵਲ 'ਤੇ BJP ਨੇ ਕੀਤਾ, ਪਹਿਲਾਂ ਗੋਆ 'ਚ ਹੋ ਗਿਆ, ਕਰਨਾਟਕਾ 'ਚ ਹੋ ਗਿਆ, MP 'ਚ ਹੋ ਗਿਆ, ਰਾਜਸਥਾਨ 'ਚ ਹੋ ਗਿਆ, ਉਹੋ ਜਿਹੀ ਕੋਈ ਚਾਲ ਸੀਗੀ ਜਾਂ ਕੋਈ ਹੋਰ ਗੱਲ ਹੈ? ਕਈ ਐਂਗਲ ਹੈ ਸਾਹਿਬ ਇਹਦੇ। ਮੈਂ ਪੂਰਾ ਤੁਹਾਨੂੰ ਮੈਂ ਜਿੰਨਾ ਦੇਖੋ, ਮੈਂ ਕੋਈ ਇਨਵੈਸਟੀਗੇਟਿੰਗ ਏਜੰਸੀ ਨਹੀਂ, ਮੈਂ ਜਿਹੜੀ ਪੋਜੀਸ਼ਨ 'ਚ ਬੈਠਾ ਆਇਆ ਪਰਫੋਰਮ ਮਾਈ ਡਿਊਟੀ। ਮੈਂ ਕਾਂਗਰਸ ਦੇ ਕਸਟੋਡੀਅਨ ਦੇ ਤੌਰ 'ਤੇ ਇੱਥੇ ਬੈਠਾ ਵੀ, ਜਿਨ੍ਹਾਂ ਨੇ ਹਾਈ ਕਮਾਂਡ ਨੇ, CM ਸਾਹਿਬ ਨੇ ਮੈਨੂੰ ਇਸ ਮੌਕੇ 'ਤੇ ਬਿਠਾਇਆ, ਅਤੇ ਆਮ ਐਜ਼ ਏ ਕਸਟੋਡੀਅਨ ਵੀ ਪਾਰਟੀ ਦਾ ਜੋ ਕਸਟੋਡੀਅਨ ਉਹਦੇ ਬੈਠਾ ਵੀ ਪਾਰਟੀ ਦੇ ਹਿੱਤ 'ਚ ਕੰਮ ਹੋਣਾ ਚਾਹੀਦਾ। ਬਿਲਕੁਲ ਤੁਸੀਂ ਕਿਹਾ ਜੋ ਕੁਛ ਹੋ ਰਿਹਾ ਸਾਰੇ ਹਿੰਦੁਸਤਾਨ 'ਚ ਵਾਪਰ ਰਿਹਾ, ਚਾਹੇ ਮੱਧ ਪ੍ਰਦੇਸ਼ 'ਚ ਹੋਇਆ, ਚਾਹੇ ਹੁਣ ਤਾਜ਼ਾ ਰਾਜਸਥਾਨ ਦੇ ਅੰਦਰ ਦੇਖ ਲਓ। ਉਹ ਕਹਿੰਦਾ संगत का असर आ ही जाता है। कितने कौन कहता है कि सोबत का होता नहीं है सर, कौन कहता है कि सोबत का होता नहीं है सर। असर इंसान तो क्या दरो दीवार बदल जाते हैं, कंधा ते रंग बदल जाता है देख के, हालात देख के। जो माड़ी मोटी देखते ना भी चली जाता है। तो एक जमाना आ गया, तुसीं देखो गुरप्रीत जी, पहला 5-5 दिन मैच चलते सी, 5 डे मैच होंगे सी, वो घट के क्यों लोगों को पेशेंस नहीं रही। सारे हुण नवीं पीढ़ी आ गई, पेशेंस घाट हो गई। वो 1 डे वो डे नाइट तो फिर 20-20 दे आ गए भी, तो निबेड़ो काम नूं सानूं तां हुणे चाहीदा। ਉਹਦਾ ਦੂਜੇ ਪਾਸੇ ਦੇਖ ਲਓ ਆ ਜਿਹੜੇ ਅੱਜਕੱਲ ਫਾਸਟ ਫੂਡ ਵਾਲਾ ਕੰਮ ਚਾਲੂ ਹੈ। ਪਹਿਲਾਂ ਦਾਲ ਕਹਿੰਦੇ ਕਾੜ ਕੇ ਵਧੀਆ ਰਾੜ ਕੇ ਬਣਾਓ ਤਾਂ ਗੱਲ ਬਣੂਗੀ, ਸਵਾਦ ਹੋਊਗੀ। ਹੁਣ ਤਾਂ ਕਹਿੰਦਾ ਜੀ ਆਰਡਰ ਕਰੋ ਪੀਜ਼ਾ, ਜੇ 30 ਮਿੰਟ 'ਚ ਡਿਲੀਵਰ ਨਹੀਂ ਹੋਇਆ ਤਾਂ ਪੈਸੇ ਨਹੀਂ ਦੇਣੇ। ਅਸੀਂ 31ਵਾਂ ਮਿੰਟ ਹੋ ਗਿਆ ਤਾਂ ਪੈਸੇ ਨਹੀਂ ਦੇਣੇ, 30ਵੇਂ ਮਿੰਟ ਪਹੁੰਚਣਾ ਚਾਹੀਦਾ। ਉਸ ਕਿਸਮ ਦੇ ਲੋਕ ਰਾਜਨੀਤੀ 'ਚ ਆ ਗਏ ਹੂ ਆਰ ਵੈਰੀ ਕੀਨ ਵੀ ਅੱਜ ਹੀ ਸਵੇਰੇ ਅਚਕਨ ਪਾ ਕੇ ਚੀਫ ਮਿਨਿਸਟਰੀ ਦਾ ਸੀ ਓਥ ਲੈ ਲਈਏ। ਉਸ ਐਂਬੀਸ਼ਨ ਨੂੰ ਓਬਵੀਅਸਲੀ ਜਿਹੜੇ ਸਾਡੇ ਸ਼ਰੀਕੇ ਹੈ, ਜਿਹੜੇ ਅਪੋਨੈਂਟ ਹੈ, ਉਹ ਐਕਸਪਲੋਇਟ ਕਰਦੇ ਸਾ। ਉਹਨਾਂ ਨੇ ਦੇਖ ਲਿਆ
ਵੀ ਇਹ ਲੋਕ ਹੈ ਜਿਹੜੇ ਬਾਹਲੇ ਕਾਲੇ ਹੋਏ ਖੜੇ ਹੈ, ਜਿਸ ਤਰ੍ਹਾਂ ਵਟ ਯੂ ਕਾਲ ਲੋ ਕਾਸਟ ਐਟਰੀਸ਼ਨ। ਵਾਰ ਦੇ ਅੰਦਰ ਜਦੋਂ ਆਪਾਂ ਦੇਖਦੇ ਹਾਂ ਪਾਕਿਸਤਾਨ ਨੇ ਕੀ ਪਾਲਿਸੀ, ਜਦੋਂ ਪੁੱਠੇ ਨੇ ਕਿਹਾ ਸੀ ਵੀ ਵਿਲ ਬਲੀਡ ਇੰਡੀਆ ਬਾਈ 1000 ਕੱਟਸ, ਥੀਸ ਆਰ ਦਾ 1000 ਕੱਟਸ। ਇੱਥੋਂ ਕਸ਼ਮੀਰ ਚੋਂ ਕੋਈ ਡਿਸਗਰੰਟਡ ਜਾਂ ਕੋਈ ਐਂਬੀਸ਼ੀਅਸ ਬੰਦਾ ਜਿਹਨੇ ਫੋਟੋ ਦੇਖ ਲਈ ਵੀ AK-47 ਦੇ ਨਾਲ ਬੜੀ ਚੰਗੀ ਫੋਟੋ ਆਉਂਦੀ ਹੈ, ਉਹਨਾਂ ਨੂੰ ਲੈ ਗਏ ਉੱਥੇ AK-47 ਦੇਤੀ ਵੀ ਜਾ ਕੇ ਤੂੰ 2 ਜਵਾਨ ਮਾਰ ਦੇਂਗਾ, 4 ਮਾਰ ਦੇਂਗਾ, ਤੇਰੀ ਫੋਟੋ ਲਾਵਾਂਗੇ, ਸ਼ਹੀਦ ਬਣਾ ਦੇਂਗੇ। ਉਸੇ ਤਰ੍ਹਾਂ ਹੀ BJP ਨੇ ਦੇਖ ਲਿਆ ਵੀ ਕਿਹੜੇ ਬੰਦਿਆਂ ਦੀ ਕਮਜ਼ੋਰੀ ਹੈ, ਕਿਹੜੇ ਲੋਕ ਬਾਹਲੇ ਕਾਲਚ ਹੈ ਚੀਫ ਮਿਨਿਸਟਰ ਬਣਨ ਦੀ, ਤੇ ਉਹਨਾਂ ਨੇ ਕਹਿੰਦਾ ਦਿਮਾਗ ਕੱਢ ਲਿਆ। ਮੈਂ ਕਹੂੰਗਾ ਸਿਆਣੇ ਤਾਂ ਬਹੁਤ ਸੀਗੇ, ਪਰ ਗੁਜਰਾਤ ਦੇ ਇੱਕ ਗਾਣਾ ਤੁਹਾਨੂੰ ਯਾਦ ਹੈ ਨਾ ਗੁਰਪ੍ਰੀਤ ਜੀ, ਦਿਲ ਲੈ ਗਈ ਕੁੜੀ ਗੁਜਰਾਤ ਕੀ ਜੀ, ਉਹਦਾ ਮੈਨੂੰ ਪਤਾ ਨਹੀਂ। ਹੁਣ ਮੈਂ ਕਹਿ ਸਕਦਾ ਵੀ ਅਕਲ ਕੱਢ ਕੇ ਲੈ ਗਿਆ ਲੀਡਰ ਗੁਜਰਾਤ ਦਾ। ਉਹਨਾਂ ਨੇ ਇਹ ਜਿਹੀ ਅਕਲ ਕੱਢੀ ਵੀ 4 ਗਨਮੈਨ ਦੇ ਕੇ ਤੋਰਤਾ, ਜਾਓ ਜੀ ਤੁਸੀਂ। ਕਿਹੜਾ ਦੇਖੋ ਪਾਰਟੀ ਦੇ ਅੰਦਰ, ਘਰ ਦੇ ਅੰਦਰ ਬੈਠ ਕੇ ਅਗਰ ਮੇਰੇ ਨਾਲ ਕਿਸੇ ਨੂੰ ਕੋਈ ਖਦਸ਼ਾ ਸਾਹਿਬ, ਅਗਰ ਸਮਝਦੇ ਵੀ ਸੁਨੀਲ ਕਾਂਗਰਸ ਦਾ ਬੇੜਾ ਗਰਕ ਕਰਤਾ, ਮੈਂ ਪੁੱਛਣਾ ਚਾਹੁੰਦਾ ਉਹਨਾਂ ਮੇਰੇ ਸਮਝਦਾਰ ਸਾਥੀਆਂ ਨੂੰ ਵੀ ਮੈਨੂੰ ਗਵਰਨਰ ਸਾਹਿਬ ਨੇ ਉਤਾਰਨਾ, ਮੈਨੂੰ CBI ਉਤਾਰੂਗੀ। ਤੁਸੀਂ ਜਾ ਕੇ ਮੈਡਮ ਨੂੰ ਜਿਹੜੇ ਅੱਜ ਕਹਿ ਰਹੇ ਹੋ, ਅੱਜ ਕੀ ਲਿਖਿਆ ਉਹਨਾਂ ਨੇ ਵੀ ਅਸੀਂ ਕਾਂਗਰਸ ਪ੍ਰੈਜ਼ੀਡੈਂਟ ਨੂੰ, ਸੋਨੀਆ ਜੀ ਨੂੰ ਲਿਖਿਆ ਵੀ ਸਾਰਿਆਂ ਨੂੰ ਬੁਲਾ ਕੇ ਅੱਡ ਗੱਲ ਕਰਨ, ਪੁੱਛਣਾ ਸਵਾਲ। ਪਹਿਲਾਂ ਲਿਖ ਦਿੰਦੇ ਜੀ, ਪਹਿਲਾਂ ਵੀ ਚਿੱਠੀਆਂ ਲਿਖਦੇ ਰਹੇ। ਮੈਂ ਹਮੇਸ਼ਾ ਕਿਹਾ ਵੀ ਆ ਬੜੇ ਸੀਨੀਅਰ ਲੀਡਰ ਹੈ, ਇਹਨਾਂ ਦੇ ਮੈਂ ਕੋਈ ਕਮੈਂਟ ਕਰਨਾ ਠੀਕ ਕਰਦਾ ਮਸਲਾ ਘਰ 'ਚ ਸਮੇਟ ਲਈਏ। ਘਰ ਦੀ ਕੰਧ ਜਿਹੜੀ ਹੈ ਨਾ, ਘਰ 'ਚ ਡਿੱਗੇ ਤਾਂ ਠੀਕ ਰਹਿੰਦੀ ਹੈ, ਪਰ ਸਰੀਕਿਆਂ ਦੇ ਨਾ ਡਿੱਗੇ। ਮੈਂ ਤਾਂ ਸਰੀਕੇ ਛੱਡ, ਉੱਥੇ ਤਾਂ ਜਾ ਕੇ ਉਹਨਾਂ ਨੇ ਤੇ ਇੱਟਾਂ ਚੁਗ ਲਈਆਂ, ਉਸ 'ਚ ਬਣਾ ਕੇ ਆਪਦੇ ਇੱਟ ਬਣਾਈ ਜਾਂਦੇ ਕੰਧ। ਉਹ ਜਿਹੜਾ ਮਸਲਾ ਹੈ, ਦੇ ਆਰ ਟਰਾਈਂਗ ਟੂ ਐਕਸਪਲੋਇਟ। ਅੱਜ ਦੇ ਦੇਖੋ ਇੱਕ ਟੀਮ ਹੈ, ਫੁੱਟਬਾਲ ਦੀ ਟੀਮ ਹੈ, ਮੈਂ ਆਪਣੇ ਆਪ ਨੂੰ ਕੋਈ ਮੈਰਾਡੋਨਾ ਬਣਾਉਣਾ ਚਾਹਵੇ ਤੇ ਉਧਰ ਗੋਲ ਹੋਵੇ ਨਾ, ਤੇ ਆਪਦੇ ਗੋਲ ਕਰਨੀ ਮੁੜ ਕੇ ਮੈਂ ਗੋਲ ਠੋਕਦਾ ਤੇ ਮੈਂ ਕਹਾਂ ਦੇਖੋ ਜੀ ਮੇਰੇ ਵਾਸਤੇ ਤਾਲੀ ਵਜਾਓ। ਵਟ ਇਜ਼ ਇਟ ਸਾਹਿਬ? ਤੁਸੀਂ ਕਾਂਗਰਸ ਪਾਰਟੀ ਦੇ ਵਜੂਦ ਨਾਲ ਖੜੇ ਹੋ ਸਾਹਿਬ, ਤੁਸੀਂ ਜਾ ਕੇ ਕਾਂਗਰਸ ਹਾਈ ਕਮਾਂਡ 'ਚ ਗੱਲ ਕਰੋ ਵੀ ਸੁਨੀਲ ਮਾਰੀ ਜਾਂਦਾ ਪਾਰਟੀ ਨੂੰ, ਕੱਢੋ ਇਹਨੂੰ, ਮੈਨੂੰ ਉਤਾਰ ਦੇਣਗੇ। ਬਟ ਤੁਸੀਂ ਆ ਕੇ ਕਹੋ ਵੀ ਅਸੀਂ ਪੰਜਾਬ ਵਾਸਤੇ ਕਰ ਰਹੇ ਹਾਂ, ਕਿਉਂਕਿ ਤੁਸੀਂ ਪਹਿਲਾਂ ਗੱਲ ਕੀਤੀ ED ਦੀ ਜੀ। ਤਾਂ ਦਾਰੂ ਦਾ ਨਸ਼ਾ ਸਾਹਿਬ, ਦਾਰੂ ਤਾਂ ਇੱਥੇ ਈਵਨ ਜਿਹੜੇ ਸੁਖਬੀਰ ਬਾਦਲ ਜੀ ਦਾ ਮੈਨੂੰ ਬਿਆਨ ਯਾਦ ਹੈ, ਇਹਨਾਂ ਨੇ ਕਿਹਾ ਸੀ ਹੁਣ ਵੀ ਜਦੋਂ ਪਹਿਲਾਂ ਕਿ ਦੇਖੋ ਹੁਣ ਐਡਾ ਰੈਵਨਿਊ ਦਾ ਲਾਸ ਹੋ ਗਿਆ। ਅਸੀਂ ਜਦੋਂ ਚੱਲੇ ਸੀ 2007 'ਚ ਸੰਭਾਲੀ, ਉਦੋਂ 2200 ਕਰੋੜ ਰੁਪਈਆ ਰੈਵਨਿਊ ਸੀਗਾ, ਅਸੀਂ ਉਹਨੂੰ 4500 ਕਰੋੜ ਤੇ ਲੈ ਗਏ। ਇੱਕ ਪੰਥਕ ਪਾਰਟੀ ਆਪਣਾ ਉਪਲਬਧੀ ਗਿਣਾ ਰਹੀ ਹੈ ਵੀ ਅਸੀਂ ਦਾਰੂ ਇੰਨੀ ਵੇਚਣ ਲੱਗੇ ਪੰਜਾਬ 'ਚ। ਦਾਰੂ ਪਹਿਲਾਂ ਸੀ, ਦਾਰੂ ਹੁਣ ਵੀ ਰਹੂਗੀ। ਪੰਜਾਬ ਦਾ ਇਸ਼ੂ ਮੇਨ ਜਦੋਂ ਰੌਲਾ ਪਿਆ, ਜਿਹਦੇ ਕਰਕੇ ਸਰਕਾਰਾਂ ਬਦਲੀਆਂ, ਚਿੱਟੇ ਕਰਕੇ ਪਈ ਹੈ ਸਭ, ਚਿੱਟਾ ਦਾ ਰੌਲਾ ਪਿਆ। ਚਿੱਟੇ ਵਾਲੀ ਕੇਸ ਜਿਹੜਾ ਮੈਂ ਕਹਿ ਰਿਹਾ ED ਕੋਲ ਪਈ ਹੈ। ਮੈਂ ਮੇਰੇ ਦੋਨੋਂ ਵੱਡੇ ਜਿਹੜੇ ਕੁਲੀਗ ਹੈ, ਦੁੱਲੋ ਸਾਹਿਬ ਤੇ ਉਮਰ 'ਚ ਛੋਟਾ ਪ੍ਰਤਾਪ ਮੇਰੇ ਤੋਂ, ਬਾਜਵਾ ਜੀ ਨੂੰ ਪੁੱਛਣਾ ਚਾਹੁੰਦਾ ਵੀ ਬਾਜਵਾ ਜੀ ਤੁਸੀਂ ਕਿੰਨੇ ਵਾਰੀ ਰਾਜ ਸਭਾ 'ਚ ਜਾਂ ਲੋਕ ਸਭਾ 'ਚ ਮੁੱਦਾ ਚੁੱਕਿਆ ਵੀ ਆ ED ਖੋਲੋ ਜੀ, ਇਹਨਾਂ ਲੋਕਾਂ ਨੂੰ ਤੁਸੀਂ ਕਰੋ, ਇਹਨੂੰ ਨਿਬੇੜੇ ਲਾਓ, ਫੜ ਕੇ ਅੰਦਰ ਕਰੋ ਤਾਂ ਕਿ ਆ ਨਸ਼ਾ ਬੰਦ ਹੋਵੇ। ਅੱਜ ਤੁਸੀਂ ਇਹਨੂੰ ਲੈ ਕੇ ਇੱਥੇ ਤਾਂ ਇੱਕ ਬੰਦਾ ਵੀ ਮਰਦਾ ਨਾ ਸਾਹਿਬ, ਉਹਦੇ ਵਾਸਤੇ ਸਰਕਾਰ ਜਵਾਬ ਦੇ, ਮੈਂ ਜਵਾਬ ਦਿਆਂ ਕਿਉਂਕਿ ਸਾਡੀ ਸਰਕਾਰ, ਮੈਂ ਅੱਜ ਉਸ ਕੁਰਸੀ 'ਚ ਬੈਠਾ। ਬਟ ਤੁਸੀਂ ਆਹ ਦੱਸੋ ਵੀ ਚਿੱਟੇ ਨਾਲ ਕਿੰਨੇ ਮਰੇ ਹੈ? 120 ਤੋਂ ਤਾਂ ਫਾਲਤੂ ਮਰੇ ਹੋਣੇ। ਅੱਜ ਇਹਨਾਂ ਦੀ ਆਤਮਾ ਕਿਰਲਾਣ ਲੱਗੀ, ਕਦੋਂ ਇਹਨਾਂ ਨੇ ਕਿਹੜੇ ਉਸ ਗੱਲ ਤੇ, ਕਦੋਂ ਇਹਨਾਂ ਨੇ ਇਸ ਗੱਲ ਨੂੰ ਲੈ ਕੇ ਉੱਥੇ ਮਸਲੇ ਚੱਕੇ, ਬੇਅਦਬੀ ਨੂੰ ਲੈ ਕੇ ਵੀ ਆ CBI ਜਿਹੜੀ ਕਲੋਜ਼ਰ ਰਿਪੋਰਟ ਪਾ ਰਹੀ ਹੈ, ਕਿਉਂ ਮਜ਼ਾਕ ਕਰ ਰਹੇ ਹੋ? ਕੇਸ ਪੰਜਾਬ ਦੀ ਵਿਧਾਨ ਸਭਾ ਨੇ ਰੈਜ਼ੋਲੂਸ਼ਨ ਪਾਇਆ ਤੇ ਤੁਸੀਂ ਪੰਜਾਬ ਪੁਲਿਸ ਨੂੰ ਦੇ ਦਿਓ। ਅਸੀਂ ਜਿਹੜੇ ਲੀਡਰ ਕਹਿੰਦੇ ਆ ਵੀ ਅਸੀਂ ਆ ਕੇ ਪੰਜਾਬ 'ਚ ਰਾਜਨੀਤੀ ਕਰਨੀ ਹੈ, ਫਿਰ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਕਰਨਾ ਸਿੱਖੋ, ਪੰਜਾਬ ਦੀ ਪੁਲਿਸ ਤੇ ਵਿਸ਼ਵਾਸ ਕਰਨਾ ਸਿੱਖੋ ਵੀ ਤੁਹਾਨੂੰ ਪ੍ਰੋਟੈਕਸ਼ਨ CISF ਦੇਊਗੀ ਜੀ, ਵੀ ਜਿਹੜੇ ਤੁਸੀਂ ਆ ਕੇ ਉੱਥੋਂ ਭਾਲਦੇ ਹੋ ਵੀ ਸਾਨੂੰ ਕੋਈ ਬਿਹਾਰ ਦਾ ਬੰਦਾ ਆ ਕੇ ਪ੍ਰੋਟੈਕਟ ਕਰੇ, ਕੋਈ ਨਾ ਕੋਈ ਸਾਡੇ ਤਾਂ ਇੱਥੇ ਮਾਰ ਦੂਗਾ। ਤੁਸੀਂ ਯਾਦ ਕਰੋ ਮਿਸਿਸ ਗਾਂਧੀ ਨੂੰ ਜਦੋਂ ਜਿਹੜਾ ਗੋਲਡਨ ਟੈਂਪਲ ਦਾ ਜਦੋਂ ਹੋਇਆ, ਉਹਦੇ ਬਾਅਦ ਉਹਨਾਂ ਨੇ ਕਿਹਾ ਸੀ ਵੀ ਆ ਜਿਹੜੇ ਪੰਜਾਬ ਦੇ ਤੁਹਾਡੇ ਸਿਕਿਉਰਿਟੀ ਇਹਨਾਂ ਨੂੰ ਉਠਾ ਦਈਏ। ਉਹਨਾਂ ਨੇ ਕਿਹਾ ਨਹੀਂ, ਬਿਲਕੁਲ ਨਹੀਂ, ਮੇਰੇ ਨਾਲ ਰਹਿਣਗੇ। ਤੁਹਾਨੂੰ ਆਪਣੇ ਆਪ ਤੇ ਇੰਨਾ ਭਰੋਸਾ, ਤੁਸੀਂ ਕਹਿੰਦੇ ਹੋ ਨਹੀਂ ਮੈਨੂੰ CISF ਦੇ ਦਿਓ। ਕੀ ਮਾਈਨਸ ਆ ਇਸ ਗੱਲ ਦਾ? ਕਿਹੜਾ ਤੁਹਾਨੂੰ ਖਤਰਾ ਹੈ? ਬਟ ਦਿਸ ਇਜ਼ ਮੋਰ ਡਰਿਵਨ ਬਾਏ ਦ ਪੋਲੀਟੀਕਲ ਐਂਬੀਸ਼ਨਸ। ਹੋਰ ਇਸ 'ਚ ਕੋਈ ਪਾਰਟੀ ਦੀ ਐਡਾ ਮਸਲਾ ਹੈ ਨਹੀਂ। ਪਾਰਟੀ ਦੇ ਰਹੇ ਸਰਪ੍ਰਸਤ, ਇਹਨਾਂ ਨੂੰ ਚਾਹੀਦਾ ਸੀ ਉੱਥੇ ਬੈਠ ਕੇ ਕਾਂਗਰਸ ਹਾਈ ਕਮਾਂਡ 'ਚ ਹੁਣ ਜਿਹੜੇ ਚੈਲੰਜ ਕਰ ਰਹੇ ਹੈ ਵੀ ਤੁਸੀਂ ਚਲੋ ਮੈਡਮ ਮੈਨੂੰ ਪਹਿਲਾਂ ਬੁਲਾਉਂਦੇ, ਮੈਂ ਮੰਨਦਾ ਤੁਸੀਂ ਸੀਨੀਅਰੋਂ ਬੁਲਾ ਲੈਣਗੇ, ਤੇ ਤੁਸੀਂ ਪਹਿਲਾਂ ਕਿਹਨੇ ਰੋਕਿਆ ਸੀ ਤੁਹਾਨੂੰ? ਗਵਰਨਰ ਸਾਹਿਬ ਕੋਲ ਕਿਉਂ ਗਏ?
ਚਲੋ ਕਿਉਂ ਸਰਕਾਰ ਦੇ ਖਿਲਾਫ ਤੁਸੀਂ ਇਸ ਤੋਂ ਵੱਡਾ ਐਂਟੀ ਪਾਰਟੀ ਐਕਟੀਵਿਟੀ ਕੀ ਹੋ ਸਕਦੀ ਹੈ ਸਾਹਿਬ ਗੁਰਪ੍ਰੀਤ ਜੀ? ਦਿਸ ਇਜ਼ ਆਈ ਹੈਵ ਡਨ ਮਾਈ ਜੌਬ, ਆਈ ਸਟੈਂਡ ਬਾਈ ਮਾਈ ਡਿਸੀਜਨ। ਇਸ ਕਿਸਮ ਦੀ ਐਂਟੀ ਪਾਰਟੀ ਐਕਟੀਵਿਟੀ ਸ਼ੁੱਡ ਬੀ ਪਨਿਸ਼ਡ। ਬਾਕੀ ਸੈਂਟਰ ਹਾਈ ਕਮਾਂਡ ਦੇ ਹੱਥ 'ਚ ਹੈ ਜੋ ਫੈਸਲਾ ਲੈਣਗੇ। ਬਟ ਮੈਂ ਸਮਝਦਾ ਵੀ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ, ਕਾਂਗਰਸ ਪਾਰਟੀ ਇਜ਼ ਦ ਓਨਲੀ ਆਲਟਰਨੇਟਿਵ। ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਉਦੋਂ ਬਣੂਗੀ ਸਾਰੇ ਅਸੀਂ ਇਕੱਠੇ ਹੋ ਕੇ ਜੇ ਚੱਲਾਂਗੇ। ਇਸੇ ਤਰ੍ਹਾਂ ਆਪਣੇ ਪਰਸਨਲ ਅੰਬੀਸ਼ਨਸ ਨਾਲ ਇਕੱਠਿਆਂ ਤੋਂ ਗੱਲ ਚੱਲੀ। ਜਾਖੜ ਸਾਹਿਬ, ਦੋ ਬੰਦੇ ਮੈਂ ਹੋਰ ਨਾਂ ਲੈਣਾ ਚਾਹੁੰਦਾ। ਇੱਕ ਤਾਂ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਹੋਣੀ ਪਾਰਟੀ 'ਚ ਆਏ, ਲੋਕਾਂ ਨੂੰ ਇਦਾਂ ਲੱਗਿਆ ਕਿ ਵਾਕਿਆ ਕਾਂਗਰਸ ਪਾਰਟੀ 'ਚ ਗਏ ਤੇ ਕੁਝ ਬਣੇਗਾ, ਪਰ ਬਹੁਤ ਛੇਤੀ ਰਾਹ ਵੱਖ-ਵੱਖ ਹੋ ਗਏ। ਹੋਏ ਵੀ ਉੱਥੇ ਆ ਕੇ ਜਿੱਥੇ ਉਹ 75-25 ਵਾਲਾ ਬਿਆਨ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਲੇਟੈਸਟ ਬਹੁਤ ਸਾਰੇ MLAs ਦੇ ਵਿੱਚ ਇੱਕ ਉਹਨਾਂ ਦੇ ਸਾਥੀ ਨੇ ਪ੍ਰਗਟ ਸਿੰਘ ਹੋਰੀ, ਉਹਨਾਂ ਦੇ ਬਿਆਨ ਵੀ ਆਏ ਕਿ ਸਰਕਾਰ ਕੁਝ ਕਰ ਨਹੀਂ ਰਹੀ। ਫਿਰ ਚਲੋ ਉਹ ਤਾਂ MP ਨੇ, ਰਾਜ ਸਭਾ ਦੇ ਨੇ, ਤੁਸੀਂ ਦੱਸ ਦਿੱਤਾ ਕਿ ਵੀ ਚਲੋ ਉਹਨਾਂ ਦਾ ਕੁਝ ਵੱਖਰੀ ਗੱਲ ਹੋਏਗੀ, ਪਰ ਇਹ ਦੋ ਬੰਦੇ ਤਾਂ ਪੰਜਾਬ ਦੇ ਵਿੱਚ ਹੀ ਨੇ, ਉਹ ਪਾਰਟੀ ਲੈਵਲ ਤੇ ਗੱਲ ਕਰਦੇ। ਬਿਲਕੁਲ ਪਾਰਟੀ ਲੈਵਲ ਤੇ ਗੱਲ ਕਰ ਰਹੇ। ਸੋ ਦੈਟਸ ਵਾਈ ਵੀ ਐਕਸੈਪਟ देयर ਕ੍ਰਿਟਿਸਿਜ਼ਮ। ਮੈਂ ਕਹਿ ਰਿਹਾ ਸਾਹਿਬ ਵੀ ਆ ਜਦ ਤਾਈਂ ਆਪਾਂ ਮਸਲੇ ਹੱਲ ਨਹੀਂ ਕਰਾਂਗੇ, ਲੋਕਾਂ 'ਚ ਸਾਨੂੰ ਜਾਣਾ, ਇਸ ਗੱਲ ਦਾ ਜਵਾਬ ਦੇਣਾ ਪਊਗਾ ਵੀ ਤੁਸੀਂ ਆ ਜਿਹੜਾ ਕਹਿ ਕੇ ਗਏ ਸੀ ਕਿਉਂ ਨਹੀਂ ਗਏ। ਪਰ ਇਹਦੇ ਵਿੱਚ ਵੀ ਪੋਲੀਟੀਕਲ ਐਂਗਲ ਦੇਖੋ। ਮੈਂ ਸਾਡੇ ਬੜੇ ਆਨਰੇਬਲ ਕੁਲੀਗ ਸਾਹਿਬ ਦੇ ਬਿਆਨ ਸੁਣ ਰਿਹਾ ਸੀ ਜਦੋਂ ਬੋਲ ਰਹੇ ਸੀ ਪਿਛਲੇ, ਜਦੋਂ ਹੁਣ ਰੌਲਾ ਪਿਆ ਬਾਜਵਾ ਜੀ ਦੇ। ਉਹਨਾਂ ਨੇ ਹਰੇਕ ਬਿਆਨ 'ਚ ਕਿਹਾ, ਕਹਿੰਦਾ ਕੋਈ ਇਨਕੁਆਇਰੀ ਸਿਰੇ ਨਹੀਂ ਲੱਗਦੀ। ਉਹਨਾਂ ਨੇ 3 ਵਾਰੀ ਜੋੜਾ ਫਾਟਕ ਇਨਕੁਆਇਰੀ ਦਾ ਨਾਮ ਲਿਆ ਜੀ। ਜੋੜਾ ਫਾਟਕ ਇਨਕੁਆਇਰੀ, ਜੋੜਾ ਫਾਟਕ ਇਨਕੁਆਇਰੀ ਕਨਕਲੂਡ ਨਹੀਂ, ਜੋੜਾ ਫਾਟਕ। ਤੁਹਾਡਾ ਕੀ ਖਿਆਲ ਹੈ, ਪੰਜਾਬ ਦੇ ਭਲੇ ਵਾਸਤੇ ਕਰ ਰਹੇ? ਹਰੇਕ ਚੀਜ਼ ਪੋਲੀਟੀਕਲੀ ਕੈਲਕੂਲੇਟਿਡ ਹੈ ਸਾਹਿਬ। ਉਹ ਜਿਵੇਂ ਕਹਿੰਦੇ ਨਾ ਵੀ ਮੈਂ ਕੋਈ ਛੱਡਾ ਹੀ ਨਾ, ਉਹ ਕਹਿੰਦਾ ਗਲੀਆਂ ਹੁਣ ਸੁੰਨੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ, ਵੀ ਮੈਂ ਨਿਬੇੜ ਦਿਆਂ ਕੰਮ, ਕੋਈ ਹੋਰ ਰਵੇ ਨਾ, ਮੇਰੀ ਅਚਕ ਨਹੀਂ ਦਿਸੇ। ਸਭ ਇਸ ਤਰ੍ਹਾਂ ਨਹੀਂ ਹੁੰਦਾ। ਮੇਰੇ ਪੋਲੀਟੀਕਲ ਡਿਫਰੈਂਸਿਸ, ਮਾਈ ਥਿੰਕਿੰਗ ਪ੍ਰੋਸੈਸ ਕੁਡ ਬੀ ਡਿਫਰੈਂਟ। ਮੈਂ ਹੋ ਸਕਦਾ ਕਿਸੇ ਗੱਲ ਨਾਲ ਸਿੱਧੂ ਸਾਹਿਬ ਨਾਲ ਸਹਿਮਤ ਨਾ ਹੋਵਾਂ, ਬਟ ਆਈ ਹੈਵ ਟੂ ਐਂਡ ਆਈ ਐਕਨੋਲੇਜ ਇਟ ਫੁਲੀ ਵੀ ਉਹਨਾਂ ਦੀ ਅੱਜ ਦੇ ਦਿਨ ਸਭ ਤੋਂ ਜ਼ਿਆਦਾ ਅਗਰ ਕਿਤੇ ਲੋਕਾਂ 'ਚ ਕਸ਼ਿਸ਼ ਹੈਗੀ, ਉਹਨਾਂ ਦੀ ਹੈਗੀ। ਪ੍ਰਗਟ ਸਿੰਘ ਇਜ਼ ਅ ਹੋਨੈਸਟ ਮੈਨ। ਉਹਨੂੰ ਜਿਹੜੀ ਆਪਣੀ ਗੱਲ ਕਰ ਰਹੇ, ਆਪਣੀ ਭਾਵਨਾ ਨਾਲ ਕਰ ਰਹੇ, ਦਿਸ ਨੋਬਡੀ ਕੈਨ ਡਿਨਾਈ ਇਟ। ਬਟ ਮੈਂ ਆਹ ਕੋਸ਼ਿਸ਼ ਕਰਾਂ ਵੀ ਮੈਂ ਸਿੱਧੂ ਨੂੰ ਨਿਬੇੜ ਦਿਆਂ ਤਾਂ ਕਿ ਕੱਲ ਮੇਰੇ ਰਸਤੇ 'ਚ ਅੜਚਨ ਨਾ ਖੜਾ ਹੋ ਜਾਵੇ ਵੀ ਇਹ ਬਰਾਬਰ ਆ ਵੀ ਹਾਈ ਕਮਾਂਡ ਦੇਖਣ ਲੱਗੇ ਵੀ ਜ਼ਿੰਮੇਵਾਰੀ ਜਿਵੇਂ ਗੱਲ ਚੱਲੀ ਜਾਂਦੀ ਸੀ ਵੀ ਸੁਨੀਲ ਨੂੰ ਉਤਾਰ ਦਿਓ, ਉਹ ਕਹਿਣ ਵੀ ਸਿੱਧੂ ਸਾਹਿਬ ਨੂੰ ਬਣਾਈਏ ਜਾਂ ਇਹਨੂੰ ਬਣਾਈਏ, ਕਹਿਣ ਨਹੀਂ ਜੀ ਅਸੀਂ। ਸੋ ਆਪਣੇ ਪੋਲੀਟੀਕਲ ਐਂਬੀਸ਼ਨ ਵਾਸਤੇ ਦੂਜਿਆਂ ਨੂੰ ਮਾਰਨ ਦਾ ਪ੍ਰਯਾਸ ਚੰਗੀ ਗੱਲ ਨਹੀਂ ਸਾਹਿਬ। ਰਾਜਸਥਾਨ ਤੇ ਪੰਜਾਬ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਕਿਉਂਕਿ ਅੱਜ ਮੈਂ ਦੇਖੋ ਤੁਹਾਡਾ ਇੱਕ ਬਹੁਤ ਹੀ ਰਿਸਪੌਂਸੀਬਲ ਚੈਨਲ ਹੈ, ਇਸ ਕਰਕੇ ਮੈਂ ਅੱਜ ਵੈਸੇ ਕਿਉਂਕਿ ਅਜੇ ਹਾਈ ਕਮਾਂਡ ਦੇ ਨਾਲ ਗੱਲਾਂ ਹੋਣੀਆਂ, ਪਰ ਮੈਂ ਜਿਹੜਾ ਮੇਰਾ ਵਿਊ ਆਈ ਕੈਨ ਸ਼ੇਅਰ ਇਟ। ਮੇਰੇ ਕੋਲ ਲੰਬਾ ਚੌੜਾ ਕੋਈ ਇਹਦੇ ਵਿੱਚ ਲੁਕ ਛਿਪ ਹੈ ਨਹੀਂ ਜੀ। ਰਾਜਸਥਾਨ ਦੇ ਅੰਦਰ ਜਦੋਂ ਇਲੈਕਸ਼ਨ ਹੋਏ ਵਿਧਾਨ ਸਭਾ ਦੇ, ਉੱਥੇ ਇੰਨੀ ਤਕੜੀ ਐਂਟੀ ਇਨਕੰਬੈਂਸੀ ਸੀ ਜਿਵੇਂ ਇੱਥੇ ਅਕਾਲੀਆਂ ਦੇ BJP ਦੇ ਖਿਲਾਫ ਸੀ, ਉਸੇ ਤਰ੍ਹਾਂ ਹੀ ਉੱਥੇ ਸੀ ਵਿਜੇ ਰਾਜਾ ਉਹਨਾਂ ਦੇ ਸਿੰਧੀਆ ਦੇ, ਉਹਨਾਂ ਦੇ ਖਿਲਾਫ ਸੀਗੀ। ਬਟ ਅਸੀਂ 100 ਤੋਂ ਵੀ ਘੱਟ ਰਹਿ ਗਏ। ਕਿਉਂ? ਉਹਨਾਂ ਦੇ ਵੀ ਉਹੀ ਬਿਮਾਰੀ ਪੈ ਗਈ ਜਿਹੜੀ ਸਾਡੇ ਇੱਥੇ ਪੈ ਰਹੀ ਸੀਗੀ, ਜਿਹਨੂੰ ਟਾਈਮ ਰਹਿੰਦੇ ਰਾਹੁਲ ਜੀ ਨੇ ਗਾਂਹ ਪਛਾ ਕਰਤਾ। ਉੱਥੇ ਉਹਨਾਂ ਨੇ ਕੀ ਕਰਨਾ, ਉੱਥੇ ਇੱਕ ਚਾਲੂ ਹੋ ਗਈ ਵੀ ਵਿਦਨ ਪਾਰਟੀ ਡਿਵੀਜ਼ਨਸ ਬਣਨ ਲੱਗੀ ਵੀ ਆਈਦਰ ਯੂ ਆਰ ਲਾਇਲ ਟੂ ਮੀ ਔਰ ਯੂ ਆਰ ਲਾਇਲ ਟੂ ਦਿਸ ਅਦਰ ਫੈਲੋ। ਇਸੇ ਤਰ੍ਹਾਂ ਹੀ ਇੱਥੇ ਕਰਨ ਲੱਗੇ ਸੀ ਵੀ ਜਦੋਂ ਪ੍ਰਧਾਨਗੀ ਇਹਨਾਂ ਕੋਲ ਸੀ ਵੀ ਪਹਿਲਾਂ ਜਾਂ ਤਾਂ ਗੀਤਾ ਫੜਿਆ ਲੋਟੇ 'ਚ ਲੂਣ ਗਾਲ ਤੇ ਤੂੰ ਮੇਰੇ ਨਾਲ ਵਫਾਦਾਰ ਹੈ। ਅਗਲਾ ਕਹਿੰਦਾ ਮੈਂ ਕਾਂਗਰਸ ਪਾਰਟੀ ਨਾਲ ਖੜਾ ਸਾਂ, ਮੈਂ ਜਿਹੜਾ ਪਾਰਟੀ ਦਾ ਜਿਹੜਾ ਹੁਕਮ ਉਹਦੇ ਨਾਲ ਨਾ। ਉਹਦੇ ਬਾਅਦ ਅਗਰ ਇਸੇ ਤਰ੍ਹਾਂ ਦਾ ਇੱਥੇ ਵਤੀਰਾ ਚੱਲਦਾ ਰਹਿੰਦਾ, ਅਗਰ ਪੰਜਾਬ 'ਚ ਜੇ ਰਾਹੁਲ ਜੀ ਡਿਸੀਜਨ ਲੈ ਕੇ ਕੈਪਟਨ ਸਾਹਿਬ ਨੂੰ ਲਗਾਮ ਨਾ ਫੜਾਉਂਦੇ ਤਾਂ ਸਾਹਿਬ ਆਹ ਜਿਹੜੀ 2/3 ਮੈਜੋਰਟੀ ਪੰਜਾਬ 'ਚ ਆਈ ਹੈ ਨਹੀਂ ਸੀ ਆਣੀ ਜੀ। ਮੈਂ ਇਸੇ ਕਰਕੇ ਕਹਿ ਰਿਹਾ ਵੀ ਪਾਰਟੀ ਤਾਂ ਇੱਕ ਮੁੱਠੀ ਚੰਗੀ ਲੱਗਦੀ ਹੈ, ਉਹ ਖਿਲਰ ਗਿਆ ਉੱਥੇ। ਅੱਜ ਜੋ ਕੁਝ ਹਿਸਾਬ ਹੈ ਤੁਹਾਡੇ ਸਾਹਮਣੇ ਹੈ। ਅੱਜ ਪਾਰਟੀ ਦੇ ਅੰਦਰ ਪਰ ਕਦੋਂ ਮਰਦਾ? ਹੁਣ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਕੇ ਆਏ, ਇਸ ਕਰਕੇ ਵਿਭੀਸ਼ਣ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਸਭ। ਵਿਭੀਸ਼ਣ ਵਾਲਾ ਥਿੰਕਿੰਗ ਨਹੀਂ ਚੱਲ ਸਕਦੀ। ਪਰਿਵਾਰ ਤਾਂ ਇਕੱਠਾ ਰਹੂਗਾ ਜਦੋਂ ਤਾਈਂ ਹੈ। ਐਂਬੀਸ਼ਨਸ ਹੈ, ਆਉਣਗੇ ਮੌਕਾ, ਕਹਿੰਦਾ ਤੁਹਾਡਾ ਨੰਬਰ ਵੀ ਲੱਗ ਜਾਏਗਾ। ਅੱਛਾ, ਸਿੱਧੂ ਸਾਹਿਬ ਤੇ ਆਪਾਂ ਆਈਏ। ਸਿੱਧੂ ਸਾਹਿਬ ਨੂੰ ਬਣਾ ਕੇ ਕਦੋਂ ਲਿਆ ਰਹੇ ਹੋ ਪਾਰਟੀ 'ਚ ਕਿ ਨਹੀਂ ਲਿਆ ਰਹੇ ਜੀ, ਜਾਂ ਉਹ ਤੁਹਾਨੂੰ ਲੱਗਦਾ ਵੀ ਕਿਤੇ ਹੋਰ ਚਲੇ ਜਾਣਗੇ? ਮੈਂ ਸਮਝਦਾ ਵੀ ਹੀ ਇਜ਼ ਮੈਨ ਆਫ ਕਮਿਟਮੈਂਟ। ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ 'ਚ ਜਿਹੜਾ ਕਿਹਾ, ਉਹਨਾਂ ਦੀ ਖਦਸ਼ੇ ਜਿਹੜੇ ਆ ਆਫ ਕੋਰਸ ਹਾਈ ਕਮਾਂਡ ਇਜ਼ ਵੈਰੀ ਵੈਲ ਅਵੇਅਰ। ਉਹਨਾਂ ਨੇ ਜੋ ਆਪਣੇ ਖਦਸ਼ੇ ਉਹਨਾਂ ਦੇ ਸਾਹਮਣੇ ਰੱਖੇ ਤੇ ਐਟ ਦ ਸੇਮ ਟਾਈਮ ਇਹ ਸੈਡ ਵੀ ਮੈਂ ਰਾਹੁਲ ਗਾਂਧੀ ਨੂੰ ਜ਼ੁਬਾਨ ਦੇ ਕੇ ਆਈ ਵੀ ਮੈਂ ਰਾਹੁਲ ਗਾਂਧੀ ਦੇ ਨਾਲ ਖੜਾ ਤੇ ਮੈਂ ਕਾਂਗਰਸ ਪਾਰਟੀ ਦਾ। ਆ ਜਦੋਂ ਚਰਚਾ ਆਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਵੀ ਮੈਂ ਨਾਲ ਖੜਾ। ਸੋ ਆਈ ਥਿੰਕ ਇਟਸ ਅ ਮੈਟਰ ਆਫ ਟਾਈਮ ਜਦੋਂ ਆ ਕੇ ਐਕਟਿਵਲੀ ਹੀ ਇਜ਼ ਪਾਰਟ ਐਂਡ ਪਾਰਸਲ ਆਫ ਕਾਂਗਰਸ ਪਾਰਟੀ। ਐਕਟਿਵ ਕਦੋਂ ਹੁੰਦੇ ਹੈ? ਕਦੋਂ ਆਪਦਾ ਆ ਕੇ ਪੂਰਾ ਰੋਲ ਨਿਭਾਉਂਦੇ ਆ। ਦੈਟ ਇਜ਼ ਫॉर द ਹਾਈ ਕਮਾਂਡ ਟੂ ਸਿਟ ਵਿਦ them ਐਂਡ ਸੌਰਟ ਆਊਟ ਦ ਇਸ਼ੂਜ਼ ਜੀ। ਪਰ ਜਿਹੜੀਆਂ ਉਹਨਾਂ ਦੀ ਮੈਸੇਜ ਵੱਲੋਂ 2 ਦਿਨ ਪਹਿਲਾਂ ਵੀ ਚਰਚਾ ਚੱਲੀ ਸੀ ਕਿ ਚਿੱਠੀਆਂ ਲਿਖੀਆਂ ਜਾ ਰਹੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ,
ਫਿਰ ਉਹਦੇ ਕਿਉਂਕਿ ਨਾ ਬਾਹਰ ਲੋਕ ਅੰਦਾਜ਼ੇ ਲਾਉਣ ਲੱਗ ਪੈਂਦੇ, ਅੰਦਾਜ਼ੇ ਹੀ ਲੱਗਣ ਲੱਗ ਪਏ ਵੀ ਸ਼ਾਇਦ ਉਹ ਨਹੀਂ ਕਾਂਗਰਸ ਪਾਰਟੀ ਸੁਣ ਰਹੀ ਤਾਂ ਫਿਰ ਸ਼ਾਇਦ ਉਹ ਵਾਪਸ ਬੀਜੇਪੀ ਚਲੇ ਜਾਣ। ਮੈਂ ਨਹੀਂ ਸਮਝਦਾ, ਕਿਉਂਕਿ ਬੀਜੇਪੀ ਨੇ ਅੱਜ ਤਾਈਂ ਇਹਨਾਂ ਦਾ ਲੜ ਛੱਡਿਆ ਨਹੀਂ ਜੀ। ਦੇਖੋ ਜੋ ਕੁਝ ਹੋ ਰਿਹਾ ਨਾ, ਜਦੋਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਪਾਰਟੀ ਦੇ ਅੰਦਰ ਰੌਲਾ ਪੈ ਰਿਹਾ, ਦੇਖੋ ਸਾਡੇ ਚਾਹੇ ਉਹ ਰਾਜਨੀਤਿਕ ਵਿਰੋਧੀ ਹੈ ਬੀਜੇਪੀ ਵਾਲੇ, ਬਟ ਬਹੁਤ ਹੀ ਡੂੰਘੇ ਸਿਆਸਤਦਾਨ ਹੈ ਉਹਨਾਂ ਦੀ, ਮਤਲਬ ਉਦੋਂ ਪਤਾ ਲੱਗੂਗਾ ਹੋਇਆ ਕਿ ਜਿਹੜੇ ਆ ਫੀਲਰ ਛੱਡਦੇ ਆ ਨਾ, ਉਹ ਇਕੱਲੇ ਸਾਡੇ ਨਹੀਂ, ਲੋਕ ਕਾਸਟ ਐਟਰੀਸ਼ਨ ਚਾਲੂ ਕੀਤੀ ਹੈ। ਇੱਕ ਸੁਨੇਹਾ ਉੱਧਰ ਵੀ ਲਾਉਂਦੇ ਹੈ ਸੁਖਬੀਰ ਹੋਰਾਂ ਨੂੰ ਵੀ ਤੁਸੀਂ ਕਿਤੇ ਤੁਰੇ ਫਿਰਦੇ ਹੋਗੇ, ਸਾਨੂੰ ਤੁਹਾਡੀ ਲੋੜ ਹੈ। ਅਸੀਂ ਤਾਂ ਕੈਂਡੀਡੇਟ ਕੋਈ ਢੀਂਡਸਾ ਸਾਹਿਬ ਨੂੰ ਕਦੇ ਫੋਨ ਕਰ ਲਿਆ, ਕਦੇ ਪਦਮ ਸ਼੍ਰੀ ਦੇਤਾ, ਕਦੇ ਕਿਸੇ ਨੂੰ 4 ਗਨਮੈਨ ਦੇਤੇ, ਉਹ ਤਾਂ ਸਾਰਾ ਕੁਝ ਕਰੀ ਜਾਂਦੇ, ਫੀਲਰ ਲਈ ਜਾਂਦੇ ਹੈ। ਕਿਤੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਕਹਿ ਦਿੰਦੇ ਵੀ ਨਸ਼ੇ ਪੇ ਮੇਰੇ ਬੜੀ ਚਿੰਤਾ ਹੈ। ਉਹ ਬੜੀ ਕੈਲਕੂਲੇਟਿਡ ਗੇਮ ਖੇਡ ਰਹੇ ਆ। ਉਹਨਾਂ ਵਾਸਤੇ ਪੰਜਾਬ ਇੱਕ ਗੇਮ ਹੈ, ਸਾਡੇ ਵਾਸਤੇ ਸਾਡੀ ਦੇਖੋ ਸਾਡੀ ਹੋਂਦ ਹੈ ਸਭ ਪੰਜਾਬ। ਅਸੀਂ ਇਹਨਾਂ ਨੂੰ ਰੋਲ ਨਹੀਂ ਦਿਆਂਗੇ ਇਸ ਤਰ੍ਹਾਂ ਇਹਨਾਂ ਛੋਟੀਆਂ ਗੱਲਾਂ। ਸਾਹਿਬ ਤੁਸੀਂ, ਮੈਂ ਇਹਨਾਂ ਸਵਾਲਾਂ ਤੇ ਆਉਣਾ ਸੀ, ਪਰ ਤੁਸੀਂ ਇੱਕ ਹੀ ਲਾਈਨ ਦੇ ਵਿੱਚ ਉਹ ਸਾਰਾ ਕੁਝ ਪਰੋਤਾ। 2022 ਦੇ ਲਈ ਬੀਜੇਪੀ ਦਾ ਜੋ ਪਲਾਨ ਆ, ਕਾਂਗਰਸ ਪਾਰਟੀ ਨੂੰ ਸਮਝਦੀ ਲੱਗਦੀ, ਜਿੱਦਾਂ ਹੁਣ ਤੁਸੀਂ ਦੱਸਤਾ ਕਿ ਤੁਸੀਂ ਪਲਾਨ ਸਮਝਦੇ ਹੋ, ਤੇ ਜਿਸ ਤਰ੍ਹਾਂ ਦੀ ਪਾਰਟੀ ਦੀ ਹਾਲਤ ਤੁਸੀਂ ਸਮਝੀ ਜਾਂਦੇ ਹੋ, ਜਿਸ ਤਰ੍ਹਾਂ ਦੀਆਂ ਸਰਕਾਰ ਤੋਂ ਐਕਸਪੈਕਟੇਸ਼ਨਸ ਜਿਹੜੀਆਂ ਸੀਗੀਆਂ ਉਹ ਨਹੀਂ ਅਪ ਟੂ ਦਾ ਮਾਰਕ ਜਾ ਰਹੀਆਂ, ਤੇ ਫਿਰ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਹੜਾ ਪਲਾਨ ਅਗਲਿਆਂ ਦਾ ਹੈ ਤੁਸੀਂ ਤਾਂ ਹੈਲਪ ਕਰ ਰਹੇ ਹੋ ਸਗੋਂ ਉਹਦੇ? ਨਹੀਂ ਸਰ, ਵੀ ਹੈਵ ਡਨ ਅ ਲੋਟ ਐਂਡ ਸਟਿਲ ਲੋਟ ਮੋਰ ਹੈਜ਼ ਟੂ ਬੀ ਡਨ। ਮੈਂ ਬਿਲਕੁਲ ਸਹਿਮਤ ਹਾਂ ਸਰ, ਬਹੁਤ ਕੁਝ ਕਰਨ ਵਾਲਾ ਪਿਆ ਜੀ। ਪਰ ਉਹ ਕਹਿੰਦੇ ਨਾ, ਕਹਿੰਦਾ घर को सजाने का तस्वुर तो है बहुत, घर को सजाने का तस्वुर तो है बहुत, ਪਹਿਲੇ ਇਹ ਤਾਂ ਤੈਅ ਹੋ ਕਿ ਘਰ ਕੋ ਬਚਾਏ ਕੈਸੇ। ਸਾਡੇ ਤਾਂ ਪਹਿਲਾਂ GST ਵਾਲੇ ਰੌਲਾ ਪਿਆ ਖੜਾ ਸੀ, ਉੱਤੋਂ ਕਰੋਨਾ ਆ ਕੇ ਵੱਜ ਗਈ। ਅਸੀਂ ਤਾਂ ਇੱਕ ਪੈਸੇ ਵਾਸਤੇ ਮੁਹਤਾਜ ਹੈ। ਦੂਜਾ ਜਿਹੜਾ ਨਾ ਰਵੱਈਆ ਦੇਖ ਲਓ ਮੋਦੀ ਸਾਹਿਬ ਦੀ ਸਰਕਾਰ ਦਾ। ਮੈਂ ਦੋਨੋਂ ਮੇਰੇ ਜਿਹੜੇ ਆਨਰੇਬਲ ਕੁਲੀਗ ਹੈ, ਸਾਡੇ ਪੁਰਾਣੇ ਫਾਰਮਰ PCC ਪ੍ਰੈਜ਼ੀਡੈਂਟ ਹੈ, ਵੀ ਕਿੰਨੇ ਕੁ ਵਾਰੀ ਤੁਸੀਂ ਉੱਥੇ ਮੁੱਦਾ ਚੱਕਿਆ। ਮਨਪ੍ਰੀਤ ਜੀ ਜਾ ਕੇ ਉਹ ਸੀਤਾਰਮਨ ਜੀ ਕੋਲ, ਫਲਾਣਾ ਕੋਲ, ਵੀ ਸਾਡੇ ਪੈਸੇ ਦੇ ਦਿਓ ਜੀ, ਸਾਡੇ ਪੈਸੇ ਦੇ ਦਿਓ। ਇੱਕ ਵਾਰੀ ਕਿਸੇ ਨੇ ਉੱਥੇ ਆਵਾਜ਼ ਨਹੀਂ ਚੱਕੀ। ਪੰਜਾਬ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ, ਤੁਸੀਂ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਸਾਹਿਬ ਜੀ, ਮੈਂ ਸੁਖਬੀਰ ਜੀ ਨੂੰ ਕਹੂੰਗਾ ਤੁਹਾਡੇ ਰਾਹੀਂ, ਸੁਖਬੀਰ ਜੀ ਤੁਸੀਂ ਐਵੇਂ ਇੱਧਰ ਉੱਧਰ ਕਰਦੇ ਫਿਰਦੇ ਹੋ, ਤੁਸੀਂ ਜਾ ਕੇ ਮੋਦੀ ਸਾਹਿਬ ਕੋਲ ਕਿਉਂ ਨਹੀਂ ਜਾਂਦੇ? ਕਹਿੰਦੇ ਦਿਓ ਜੀ ਪੰਜਾਬ ਨੂੰ ਪੈਕੇਜ ਜੀ। ਹੀ ਵਿਲ ਬੀ ਐਕਸੈਪਟਡ ਇਨ ਸਪਾਈਟ ਆਫ ਜਿੰਨੇ ਵੀ ਇਹਨਾਂ ਦੇ ਚਾਰਜਿਸ ਹੈਗੇ ਇਹਨਾਂ ਦੇ ਖਿਲਾਫ। ਇਹਨਾਂ ਨੇ ਪੰਥ ਦੇ ਜੋ ਕੋਈ ਕਾਣ ਕੀਤਾ ਹੈ, ਜਬਰ ਪਾਪ ਕੀਤੇ ਹੈ, ਬਟ ਲੋਕਾਂ 'ਚ ਐਕਸੈਪਟੇਬਿਲਿਟੀ ਤਾਂ ਬਣਾਓ। ਮੈਨੂੰ ਯਾਦ ਹੈ ਸਾਹਿਬ, ਮੈਂ ਚਾਹੇ ਮੈਨੂੰ ਜੋ ਕੁਝ ਕਹਿੰਦੇ ਰਹਿਣ, ਮੇਰੇ ਖਿਲਾਫ ਬੋਲਦੇ ਆ, ਬਹੁਤ ਕੁਝ ਬੋਲਦੇ ਆ, ਪਰ ਉਹ ਤਾਂ ਨਹੀਂ, ਇੱਕ ਸੈਕਿੰਡ, ਤੁਹਾਡੇ ਪਿੰਡ ਵੀ ਉਹ ਘਟਨਾ ਸੀਗੀ ਮੈਨੂੰ ਯਾਦ। ਉਹ ਤਾਂ ਕਹਿੰਦੇ ਸੁਨੀਲ ਜਾਖੜ ਸਾਹਿਬ ਦਾ ਆਪਣੇ ਪਿੰਡ 'ਚ ਆਧਾਰ ਨਹੀਂ ਹੈਗਾ। ਮੈਂ ਕਿਹਾ ਮੈਂ ਸੁਨੀਲ ਦਾ ਕੋਈ ਆਧਾਰ ਨਹੀਂ, ਪਰ ਜਿਸ ਦਿਨ ਸੁਨੀਲ ਕੋਲ ਕੋਈ ਆਧਾਰ ਸੀਗਾ, ਸੁਨੀਲ ਆਪੋਜੀਸ਼ਨ ਲੀਡਰ ਦੇ ਤੌਰ ਤੇ ਬੈਠਾ ਸੀ, ਉਸ ਦਿਨ ਪੰਜਾਬ ਦੇ ਨਾਲ ਖੜਾ ਸੀ। ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ, ਉਹਨਾਂ ਦੀ ਪਿੱਠ ਸੁਣਦੀ ਹੈ। ਜਦੋਂ ਆਪਣੇ ਹੜ੍ਹ ਇਸ ਏਰੀਏ 'ਚ ਐਡੇ ਮੀਂਹ ਪਿਆ ਸੀਗਾ, ਮੁਕਤਸਰ ਵਾਲਾ ਸਾਰਾ ਏਰੀਆ ਲੱਖਾਂ ਏਕੜ ਮਤਲਬ ਡਲ ਲੇਕ ਬਣ ਗਈ ਸੀਗੀ, ਤੇ ਇਹਨਾਂ ਨੇ ਹੱਥ ਖੜੇ ਕਰਤੇ ਵੀ ਸਾਡੇ ਤੋਂ ਨਿਕਲਦਾ ਨਹੀਂ। ਮੇਰੇ ਕੋਲ ਬਾਦਲ ਸਾਹਿਬ ਦਾ ਫੋਨ ਆਇਆ ਸੀਗਾ, ਕਹਿੰਦਾ ਜਾਖੜ ਸਾਹਿਬ ਇਹਦਾ ਤਾਂ ਇਲਾਜ ਕਰਕੇ ਕੋਈ ਸੈਂਟਰ 'ਚ ਚੱਲਣਾ ਪਊਗਾ, ਤੇ ਪੈਸੇ ਪੂਸੇ ਲੈ ਗਏ, ਇਹ ਨਹੀਂ ਆਪਣੇ ਤਾਂ ਬਸ ਨਹੀਂ ਆਉਂਦਾ, ਤੁਸੀਂ ਮੇਰੇ ਨਾਲ ਚੱਲੋਗੇ? ਮੈਂ ਕਿਹਾ ਜੀ ਬਿਲਕੁਲ ਚੱਲੂਗਾ, ਬਿਲਕੁਲ, ਆਈ ਗਿਵ ਹਿਮ ਦਾ ਕ੍ਰੈਡਿਟ। ਉਹਨਾਂ ਨੇ ਕਿਹਾ, ਹੱਸ ਪਏ, ਕਹਿੰਦਾ ਚੌ ਸਾਹਿਬ ਤੁਸੀਂ ਸੋਚ ਲਓ, ਕਹਿੰਦਾ ਤੁਹਾਡੇ ਵਾਸਤੇ ਪੋਲੀਟੀਕਲੀ ਨੁਕਸਾਨ ਨਾ ਹੋ ਜੇ। ਮੈਂ ਕਿਹਾ ਜੀ ਪੰਜਾਬ ਵਾਸਤੇ ਮੇਰਾ ਕੋਈ ਵੀ ਨੁਕਸਾਨ ਹੋ ਜੇ ਮੈਂ ਨਾਲ ਚੱਲੂਗਾ। ਅਸੀਂ ਡਾਕਟਰ ਮਨਮੋਹਨ ਸਿੰਘ ਤੋਂ ਟਾਈਮ ਲੈ ਕੇ ਉੱਥੇ ਗਏ, ਉਹਨਾਂ ਨੇ ਮਨਟੇਕ ਸਿੰਘ ਆਹਲੂਵਾਲੀਆ ਕੋਲ ਸਾਨੂੰ ਭੇਜਿਆ। ਮਨਟੇਕ ਸਿੰਘ ਆਹਲੂਵਾਲੀਆ ਕੋਲ ਦੋਨੋਂ ਮੈਂ ਡਾਕਟਰ ਮਨਮੋਹਨ ਸਿੰਘ ਬਾਅਦ 'ਚ ਕਿਹਾ ਵੀ ਪਹਿਲੀ ਦਫਾ ਹੋ ਰਿਹਾ। ਇੱਥੇ ਗਵਰਨਰ ਹਾਊਸ 'ਚ ਆਏ ਸੀਗੇ ਜੀ, ਜਦੋਂ ਚੰਡੀਗੜ੍ਹ 'ਚ ਇਹਨਾਂ ਨੇ ਕੀਤਾ ਸੀ ਲੋ ਕਾਸਟ ਹਾਊਸਿੰਗ ਦਾ, ਇਹਨਾਂ ਨੇ ਕੀਤਾ ਸੀਗਾ, ਉਦੋਂ ਆਏ ਸੀ। ਅਤੇ ਹਸਪੇ ਡਾਕਟਰ ਮਨਮੋਹਨ ਸਿੰਘ ਕਹਿੰਦਾ ਅੱਜ ਪਹਿਲੀ ਦਫਾ ਹੋ ਰਿਹਾ ਵੀ ਅਪੋਜੀਸ਼ਨ ਅਤੇ ਸਰਕਾਰ ਦੋਨੋਂ ਇਕੱਠੇ ਹੋ ਕੇ ਆਏ। ਮੈਂ ਕਿਹਾ ਜੀ ਪੰਜਾਬ ਵਾਸਤੇ ਆਏ। 2200 ਕਰੋੜ ਰੁਪਇਆ ਲੈ ਕੇ ਆਏ ਸੀ, 2200 ਕਰੋੜ ਰੁਪਇਆ। ਮੈਨੂੰ ਇਸ ਗੱਲ ਦਾ ਮਾਣ ਹੈ ਅਤੇ ਮੈਂ ਧੰਨਵਾਦੀ ਹਾਂ ਵੀ ਬਾਦਲ ਸਾਹਿਬ ਨੇ ਕਿਹਾ ਵੀ ਆਓ ਚੱਲਦੇ ਹੋ ਨਾਲ। ਮੈਂ ਬਿਲਕੁਲ ਚੱਲੂਗਾ। ਜੇ ਅੱਜ ਜਾ ਕੇ ਕਹਿਣ ਵੀ ਸਾਨੂੰ ਪੰਜਾਬ ਵਾਸਤੇ ਲੋੜ ਹੈ, ਅਸੀਂ ਉੱਥੇ ਲੋਕਾਂ ਨੂੰ ਨੌਕਰੀਆਂ ਦੇਣੀਆਂ ਹੈ, ਅਸੀਂ ਉੱਥੇ ਜਾ ਕੇ ਹੌਸਪੀਟਲ ਨੂੰ ਅਪਗ੍ਰੇਡ ਕਰਨਾ ਹੈ, ਜਾ ਕੇ ਗੱਲ ਤਾਂ ਕਰਨ। ਸਾਰੇ ਦਿਨ ਨਿੰਦੀ ਜਾਂਦੇ ਆ, ਕੋਈ ਪੋਜ਼ੀਟਿਵ ਗੱਲ ਤਾਂ ਕਰੋ ਸਾਹਿਬ। ਐਡਾ ਕਿੰਨਾ ਕੁ ਜ਼ਹਿਰ ਬਣ ਗਿਆ ਪੰਜਾਬ ਨੇ। ਕੀ ਮਾੜਾ ਕੀਤਾ ਪੰਜਾਬ ਨੇ ਸੁਖਬੀਰ ਜੀ ਦਾ, ਮੈਂ ਪੁੱਛਣਾ ਚਾਹੁੰਦਾ। ਇਹ ਬਿਆਨ ਅੱਜ ਤੁਸੀਂ ਦੇ ਰਹੇ ਹੋ, ਮੈਨੂੰ ਯਾਦ ਆਉਂਦਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਕਾਂਗਰਸ ਪਾਰਟੀ ਬਿਆਨ ਦਿੰਦੀ ਸੀ, ਐਂਡ ਉਦੋਂ ਅਕਾਲੀ ਦਲ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਯਾਰ ਪੰਜਾਬ ਨੂੰ ਕਿਉਂ ਨਹੀਂ ਦਿੰਦੇ। ਇੱਦਾਂ ਕਿਉਂ ਲੱਗਦਾ ਹੈ ਕਿ ਜਿਹੜਾ ਬੰਦਾ ਵਿਰੋਧ ਚਲੇ ਜਾਂਦਾ? ਨਹੀਂ ਸਾਹਿਬ, ਮੈਂ ਤੁਹਾਨੂੰ ਜਿੰਦੀ ਜਾਗਦੀ ਉਦਾਹਰਨ ਸਾਹਮਣੇ ਬੈਠਾ ਸਾਹਿਬ, ਮੇਰੇ ਕੋਲ ਮੈਂ ਤੂੰ ਜਾਣ ਤੋਂ ਪਹਿਲਾਂ ਫੋਟੋ ਦੇ ਕੇ ਜਾਊਂਗਾ। ਮੈਂ ਬਾਦਲ ਸਾਹਿਬ ਦੇ ਨਾਲ, ਮੈਂ ਲੈ ਕੇ ਗਏ ਬਾਦਲ ਸਾਹਿਬ ਮੈਨੂੰ,
ਮੈਂ ਤੁਹਾਨੂੰ ਫੋਟੋ ਦਿਖਾਣਾ ਡਾਕਟਰ, ਮੈਂ ਤੁਹਾਨੂੰ ਰਿਕਾਰਡ ਦਿਖਾਣਾ, 2200 ਕਰੋੜ ਰੁਪਇਆ ਦਿੱਤਾ, ਸਭ ਕਿਵੇਂ ਝੁਟਲਾ ਦਿਓਗੇ? ਅਸੀਂ ਕਿਸੇ ਟਾਈਮ ਨਹੀਂ। ਪੰਜਾਬ ਦੀ ਜਿੱਥੇ ਗੱਲ ਆਈ, ਜਿੱਥੇ ਹੁਣ ਤੁਸੀਂ ਚਿੱਟਾ ਵੇਚਣ ਦਾ ਕੰਮ ਕਰੋਗੇ, ਸਭ ਨਹੀਂ, ਸੁਨੀਲ ਜਾਖੜ ਨਾਲ ਨਹੀਂ ਕੱਢ ਸਕਦਾ। ਜੇ ਤੁਸੀਂ ਗੁਰੂ ਮਹਾਰਾਜ ਦੀ ਬੇਅਦਬੀ ਕਰੋਗੇ ਤੇ ਵੋਟਾਂ ਵਾਸਤੇ ਨੋਟਾਂ ਵਾਸਤੇ ਸਾਂਠ ਗਾਂਠ ਕਰੋਗੇ, ਸੁਨੀਲ ਬਿਲਕੁਲ ਖਿਲਾਫ ਹੈ ਸਭ। ਅੱਛਾ, ਇੱਕ ਜਾਖੜ ਸਾਹਿਬ ਇਹ ਦੱਸਿਓ ਕਿ ਜਦੋਂ ਆਪਣੇ ਕੋਲ ਇੰਨੇ MLA ਹੈ ਤੇ ਫਿਰ ਆਪਾਂ ਵਿਰੋਧੀ ਪਾਰਟੀਆਂ ਵਾਲੇ MLA ਕਿਉਂ ਨਾੜ ਲਾਉਂਦੇ ਆ? ਨਾਜ਼ਰ ਸੋ ਮਾਨਸ਼ਾਹੀ ਹੋਰੀ ਲੈ ਲਓ, ਸੰਦੋਆ ਸਾਹਿਬ ਲੈ ਲਓ, ਉਹ ਆਮ ਆਦਮੀ ਪਾਰਟੀ ਵਾਲੇ ਆਖੀ ਜਾਂਦੇ ਵੀ ਕਾਂਗਰਸ ਪਾਰਟੀ ਸਾਡੇ ਬੰਦੇ ਪੱਟੀ ਜਾਂਦੇ, ਅਸੀਂ ਤਾਂ ਸਰਕਾਰ ਬਣਾਉਣੀ। ਮੇਰੇ ਪਿਤਾ ਜੀ, ਮੈਂ ਦੇਖੋ ਬੰਦੇ ਐਕਸਪੀਰੀਅੰਸ ਦਾ, ਦੇयर इज नो ਸਬਸਟੀਟਿਊਟ ਫॉर ਐਕਸਪੀਰੀਅੰਸ। ਮੇਰੇ ਨਾਲ ਕੋਈ ਕਿਸੇ ਨੇ ਠੱਗੀ ਠੁੱਗੀ ਹੋ ਗਈ, ਮੈਂ ਚੌ ਸਾਹਿਬ ਪਿਤਾ ਜੀ ਕੋਲ ਬੈਠਾ ਕਰੀ ਜਾਂਦਾ ਸੀ, ਉਹਨਾਂ ਦੇ ਕੋਈ ਮਿਲਣ ਵਾਲੇ ਸੀ ਵੀ ਦੇਖੋ ਠੱਗੀ। ਉਹਨਾਂ ਨੇ ਸਾਹਮਣੇ ਕਿਹਾ, ਕਹਿੰਦਾ ਸੁਨੀਲ ਇੱਕ ਗੱਲ ਗੰਢ ਬੰਨ ਲੈ, ਆਪ ਦਾ ਰੱਖੀਏ ਸੰਭਾਲ ਕੇ, ਅਗਲੇ ਨੂੰ ਚੋਰ ਆਖੀਏ ਨਾ ਜੀ। ਤੁਸੀਂ ਆਮ ਆਦਮੀ ਪਾਰਟੀ ਨੇ ਜਿੱਡੀ ਵੱਡੀ ਠੱਗੀ ਕੀਤੀ ਹੈ ਪੰਜਾਬ ਦੇ ਨਾਲ, ਮੈਂ ਤਾਂ ਸਮਝਦਾ ਵੀ ਅਜੇ ਬਚ ਗਏ, ਪੰਜਾਬ ਬਚ ਗਿਆ ਸਾਹਿਬ, ਐਨ ਕੰਢੇ ਤੇ ਜਾ ਕੇ ਮੁੜ ਕੇ ਆ ਗਏ। ਜੇ ਕਿਤੇ ਕੇਜਰੀਵਾਲ ਸਾਹਿਬ ਉਹ ਜਿਹੜੇ ਬੰਦਿਆਂ ਕੋਲ ਰਾਤ ਨੂੰ ਨਾ ਰੁਕਦੇ ਜਾ ਕੇ ਜੀ, ਤੇ ਕਿਤੇ ਆ ਮਖੌਟਾ ਚੜਿਆ ਰਹਿੰਦਾ, ਜਿਵੇਂ ਅਕਾਲੀਆਂ ਨੇ ਚਾੜ ਰੱਖਿਆ ਵੀ ਅਸੀਂ ਬੜੇ ਅਕਾਲ ਪੰਥਕ ਪਾਰਟੀਆਂ, ਉਹ ਜਾਂ ਉਹਨਾਂ ਨੇ ਚਾੜ ਰੱਖਿਆ ਵੀ ਅਸੀਂ ਆਮ ਆਦਮੀ ਪਾਰਟੀਆਂ, ਉਹ ਤਾਂ ਸਿੱਧੇ ਜਾ ਕੇ ਉਹਨਾਂ ਦੇ ਘਰੇ ਵੱਜੇ ਜੀ, ਤੇ ਗੱਲ ਪੋਲ ਖੁੱਲ੍ਹ ਗਈ। ਤੇ ਇਹ ਲੋਕ ਹੁਣ ਭਟਕ ਰਹੇ ਸਭ, ਦੇ ਆਰ ਵੈਲਕਮ। ਸਾਨੂੰ ਆ ਕੇ ਕੋਈ ਜੁੜਦਾ ਸਾਡੇ ਕੋਲ, ਦੇਖੋ ਸਾਨੂੰ ਅੱਜ ਦੇ ਦਿਨ ਉਹਨਾਂ ਦੀ ਕੋਈ ਆਤਾ ਹੈ ਨਹੀਂ ਵੀ ਅਸੀਂ ਕੋਈ ਉਹਨਾਂ ਦੀ ਸਰਕਾਰ ਡਿੱਗਣ ਲੱਗੇ ਹਾਂ। ਦੇ ਵਾਂਟ ਟੂ ਕਮ ਐਂਡ ਜੁਆਇਨ ਵਿਦ ਦ ਕਾਂਗਰਸ ਆਈਡੀਓਲੋਜੀ, ਦੇ ਮੋਸਟ ਵੈਲਕਮ। ਬਾਕੀ ਅੱਗੇ ਦੇ ਅੱਗੇ ਹਾਈ ਕਮਾਂਡ ਨੇ ਜੋ ਫੈਸਲਾ ਕਰਨਾ, ਅਸੀਂ ਨਹੀਂ ਕਿਸੇ ਨੂੰ ਤੋੜਨ ਦੇ, ਸਾਨੂੰ ਕਿਹੜੀ ਸਰਕਾਰ ਡਿੱਗਣ ਲੱਗੀ ਹੈ ਉਹਨਾਂ ਦੀ। ਅੱਛਾ, ਕੇਂਦਰ ਦੀ ਆਪਾਂ ਗੱਲ ਕਰ ਲਈ, ਕਾਂਗਰਸ ਪਾਰਟੀ ਜਦੋਂ ਆਪਾਂ ਹੁਣ ਦੀ ਹਾਲਤ ਦੇਖਦੇ ਹਾਂ ਜਾਂ ਇਸ ਤੋਂ ਪਿਛਲੀ ਹਾਲਤ ਵੀ ਦੇਖਦੇ ਹਾਂ, ਬਹੁਤ ਜ਼ਿਆਦਾ ਡਾਵਾਂਡੋਲ ਹੋ ਗਈ। ਕਿਵੇਂ ਦੇਖਦੇ ਹੋ ਭਵਿੱਖ ਕਾਂਗਰਸ ਪਾਰਟੀ ਦਾ ਨੈਸ਼ਨਲ ਲੈਵਲ 'ਤੇ? ਇੰਨੀ ਪੁਰਾਣੀ ਪਾਰਟੀ, ਇੰਨੇ ਸਾਲ ਰਾਜ ਕਰਨ ਵਾਲੀ ਪਾਰਟੀ, ਤੇ ਹੁਣ ਲਗਾਤਾਰ ਦੂਸਰੀ ਵਾਰ ਈਵਨ ਆਪੋਜੀਸ਼ਨ 'ਚ ਵੀ ਨਾ ਰਵੇ। ਯਾਰ ਟਫ ਟਾਈਮ ਸਾਹਿਬ, ਇਸ ਗੱਲ ਨੂੰ ਆਪਾਂ ਕਹਿ ਦਈਏ ਅੱਖਾਂ ਮੀਚ ਕੇ, ਮੈਂ ਕਹੀਆਂ ਨਹੀਂ ਜੀ ਬਹੁਤ ਤਕੜੇ ਆ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਸਾਹਮਣੇ ਨਹੀਂ ਜਾਂਦੀ। ਬਹੁਤ ਜਿਸ ਕਿਸਮ ਦੀ ਉਸ ਸੋਚ ਨਾਲ ਉਹ ਚੱਲ ਰਹੇ ਹੈ, ਕਾਂਗਰਸ ਪਾਰਟੀ ਦੀ ਹੋਣ ਨੂੰ ਖਤਰਾ ਨਹੀਂ ਸਾਹਿਬ। ਅੱਜ ਦੇ ਦਿਨ ਸਾਡੀ ਵੈਰੀ ਡੈਮੋਕ੍ਰੇਸੀ ਨੂੰ ਖਤਰਾ ਹੈ ਸਾਹਿਬ। ਸਾਡੀ ਅੱਜ ਤਾਂ ਇੱਕੋ ਇੱਕ ਪਹੁੰਚ ਸੀ ਵੀ ਅਸੀਂ ਕੋਈ ਬਾੜੀ ਬੁੱਟੀ 19 ਕੀ ਗੱਲ ਹੋ ਗਈ, ਸੁਪਰੀਮ ਕੋਰਟ 'ਚ ਜਾ ਕੇ ਕੁੰਡਾ ਖੜਕਾ ਲਾਂਗੇ ਜੀ। ਮੈਂ ਅੱਜ ਤੁਹਾਡੇ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ, ਹੋ ਸਕਦਾ ਕਹਿੰਦਾ ਛੋਟਾ ਮੂੰਹ ਬੜੀ ਬਾਤ, ਇਟਸ ਨਾਟ ਅ ਸਿੰਪਲ ਇਸ਼ੂ ਜੀ। ਦ ਲॉर्डशिप्स ਇਨ देयर ਰਾਈਟ ਜਜਮੈਂਟ ਉਹਨਾਂ ਨੇ ਡਿਸਾਈਡ ਕੀਤਾ ਵੀ ਕੰਟੈਂਪਟ ਹੋਈ ਹੈ, ਸਜ਼ਾ ਦਿਓ। ਪਰ ਮੇਰੀ ਇੱਕ ਬੇਨਤੀ ਹੈ, ਇੱਕ ਇੰਸਟੀਟਿਊਸ਼ਨ ਦੀ ਕੰਟੈਂਪਟ ਵਾਸਤੇ ਐਡੀ ਵੱਡੀ ਸਜ਼ਾ ਨਾ ਦੇ ਦਿਓ ਵੀ ਕਿਤੇ ਅਸੀਂ ਲੋਕਤੰਤਰ ਦਾ ਕੰਟੈਂਪਟ ਕਰ ਜਾਈਏ। ਲੋਕਤੰਤਰ ਦਾ ਕੰਟੈਂਪਟ, ਲੋਕਤੰਤਰ ਦੀ ਅਵਮਾਨਨਾ, ਉਹਨਾਂ ਸ਼ਹੀਦਾਂ ਦੀ ਅਵਮਾਨਨਾ ਜਿਨ੍ਹਾਂ ਨੂੰ ਸਾਨੂੰ ਆ ਲੈ ਕੇ ਦਿੱਤੀ ਹੈ ਆਜ਼ਾਦੀ ਸਾਹਿਬ, ਵੀ ਅਸੀਂ ਆਪਣੀ ਗੱਲ ਰੱਖ ਸਕੀਏ ਜੀ। ਅਗਰ ਕਿਸੇ ਦੀ ਅਵਮਾਨਨਾ ਤੇ ਕਿਉਂਕਿ ਆ ਦਿਨ ਕਿਉਂ ਆਏ, these are basically symptoms ਸਾਹਿਬ। ਅਗਰ ਪ੍ਰਸ਼ਾਂਤ ਭੂਸ਼ਣ ਨੇ ਇਹ ਗੱਲ ਕਹਿਣੀ ਪਈ, this is not the problem, this is only a symptom of the problem। ਪ੍ਰੋਬਲਮ ਆਈ ਵੀ ਇੱਕ, ਜਿਸ ਤਰ੍ਹਾਂ ਪੋਲੀਟੀਸ਼ੀਅਨ ਦੀ ਛਵੀ ਵਿਗੜੀ, ਸਾਰੇ ਕਿਸੇ ਨੂੰ ਨੇਤਾ ਕਹਿ ਦਿਓ ਅੱਜ ਕੱਲ੍ਹ ਐਂ ਲੱਗਦਾ ਗਾਲ ਕੱਢੀ ਜਾਂਦਾ ਕੋਈ। ਜੁਡੀਸ਼ਰੀ ਤੇ ਸਾਨੂੰ ਹੋਪ ਸੀਗੀ, ਪਰ ਜਿਸ ਦਿਨ ਜੁਡੀਸ਼ਰੀ ਦਾ, ਉਹਨਾਂ ਨੂੰ ਜਾ ਕੇ ਪੁੱਛੋ ਸਾਹਿਬ ਜਿਨ੍ਹਾਂ ਨੇ ਆਪਣਾ ਜ਼ਮੀਰ ਵੇਚਤਾ ਇੱਕ ਰਾਜ ਸਭਾ ਮੈਂਬਰਸ਼ਿਪ ਵਾਸਤੇ, ਸਵਾਲ ਨਹੀਂ ਉੱਠਣਗੇ ਵੀ ਇਸ ਕਿਸਮ ਦੇ ਲੋਕ ਹੈ ਜਿਹੜੇ ਇੱਕ ਜ਼ਮੀਰ ਆਪਣਾ ਦੇ ਕੇ ਤੇ ਚਲੇ ਗਏ। ਮੈਂ ਕਹਿੰਦਾ ਉਹਨਾਂ ਦੇ ਇਕੱਲੇ ਉਹਦੇ ਤੇ ਵੀ ਅਵਮਾਨਨਾ ਨਹੀਂ ਬਣਦੀ, ਅਵਮਾਨਨਾ ਬਣਦੀ ਹੈ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਜ਼ਰੂਰਤ ਕੀਤੀ ਉਹਦੀ ਕੀਮਤ ਪਾਉਣ ਦੀ ਜੀ। ਦੈਟ ਇਜ਼ ਦਾ ਪ੍ਰੋਬਲਮ ਸਾਹਿਬ। ਵੀ ਅੱਜ ਦੇ ਦਿਨ ਉਹਨਾਂ ਦੀ ਐਡੀ ਹਿੰਮਤ ਹੋ ਗਈ, ਦੇ ਹੈਵ ਬਿਕਮ ਸੋ ਐਰੋਗੈਂਟ, ਡਰੰਕ, ਪਾਵਰ ਡਰੰਕ, ਵੀ ਅੱਜ ਉਹ ਹਰੇਕ ਬੰਦੇ ਦਾ ਮੁੱਲ ਪਾਉਣ ਲੱਗੇ ਵੀ ਕਿਸੇ ਦੇ 4 ਗਨਮੈਨ ਦੇਣੇ ਹੈ, ਕਿਸੇ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦੇਣੀ ਹੈ ਤੇ ਖਰੀਦ ਲਾਂਗੇ। ਸਭ ਤਾਂ ਸਾਰੇ ਹਿੰਦੁਸਤਾਨ ਨੂੰ ਬਿਕਾਊ ਕੱਢ ਲਿਆ ਇਹਨਾਂ ਨੇ ਸਭ। ਇਹਦੇ ਵਾਸਤੇ ਕਾਂਗਰਸ ਪਾਰਟੀ, ਦੇਖੋ ਮੈਂ ਇਸ ਕਰਕੇ ਨਹੀਂ, ਅਸੀਂ ਕਾਂਗਰਸ ਪਾਰਟੀ 'ਚ ਜੋ ਕੁਛ ਅੱਜ ਮੈਂ ਤੁਹਾਡੇ ਕੋਲ ਬੈਠਾ ਨਹੀਂ, ਮੈਨੂੰ ਨਹੀਂ ਸੀ ਬੁਲਾਉਣਾ ਇੱਥੇ ਕਿਸੇ ਨੂੰ, ਇਸ ਕਰਕੇ ਬੈਠਾ ਬਿਕੋਜ਼ ਕਾਂਗਰਸ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਮੈਂ ਇੱਥੇ ਤੁਹਾਡੇ ਕੋਲ ਬੈਠਾ। ਲੋਕਾਂ ਨੇ ਜੇ ਇੰਨੀ ਵਾਰੀ ਮੌਕਾ ਦਿੱਤਾ ਸੇਵਾ ਦਾ ਤਾਂ ਕਾਂਗਰਸ ਪਾਰਟੀ ਕਰਕੇ ਦਿੱਤਾ ਹੈ। ਬਟ ਹੋਰ ਪਾਰਟੀਆਂ, ਈਵਨ ਬੀਜੇਪੀ, ਕਾਮਰੇਡਸ, BSP, ਦੂਜੇ ਜਿਹੜੇ ਰੀਜਨਲ ਪਾਰਟੀ ਹੈ, ਸਾਰੀ ਪਾਰਟੀਆਂ ਕੋਈ ਕਿਸੇ ਇੱਕ ਖਿੱਤੇ ਨੂੰ, ਕੋਈ ਇੱਕ ਧਰਮ ਨੂੰ, ਕੋਈ ਇੱਕ ਕਿਸੇ ਸੋਚ ਨੂੰ, ਸਾਰੇ ਹਿੰਦੁਸਤਾਨ ਨੂੰ ਅਗਰ ਕੋਈ ਰਿਪਰੈਜ਼ੈਂਟ ਕਰਦੇ, ਹਰੇਕ ਧਰਮ ਨੂੰ, ਹਰੇਕ ਸੋਚ ਨੂੰ, ਹਰੇਕ ਖਿੱਤੇ ਨੂੰ, ਹਰੇਕ ਆਈਡੀਓਲੋਜੀ ਨੂੰ ਅਗਰ ਕੋਈ ਰਿਪਰੈਜ਼ੈਂਟ ਕਰਦਾ, ਕਾਂਗਰਸ ਪਾਰਟੀ ਕਰਦੀ ਹੈ ਸਾਹਿਬ। ਇਸ ਅਮਲਗਾਮੇਸ਼ਨ ਆਫ ਆਲ ਦੈਟ ਇੰਡੀਆ ਸਟੈਂਡਸ ਫॉर। ਹਿੰਦੁਸਤਾਨ ਇੱਕ ਸੁਪਨਾ ਸੀਗਾ ਸਾਹਿਬ, ਉਹ ਸਾਨੂੰ ਪਰੋ ਕੇ ਦਿੱਤਾ, ਲੱਖਾਂ ਨੇ ਕੁਰਬਾਨੀਆਂ ਦੇ ਕੇ ਇਸ ਲਾਇਕ ਬਣਾਇਆ। ਇਸ ਕਰਕੇ
ਅੱਜ ਸਾਨੂੰ ਸਾਹਮਣਾ ਪਊਗਾ। ਦਿਸ ਇਜ਼ ਅ ਬਰਡਨ, ਰਿਸਪੌਂਸਿਬਿਲਿਟੀ ਅੱਜ ਮੋਢਿਆਂ ਦੇ ਉੱਤੇ ਵਜਨ ਹੈ ਕਾਂਗਰਸ ਲੀਡਰਸ਼ਿਪ ਦੇ ਵੀ। ਇਸ ਹਿੰਦੁਸਤਾਨ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ। ਮੈਂ ਅੱਜ ਫਿਰ ਤੁਹਾਡੇ ਰਾਹੀਂ ਪੁੱਛਣਾ ਚਾਹੂੰਗਾ ਇੱਕ ਸਵਾਲ, ਤੁਹਾਡੇ ਰਾਹੀਂ ਮੈਂ ਬੀਜੇਪੀ ਦੇ ਜਿਹੜੇ ਸਾਥੀ ਤੁਹਾਡੇ ਕੋਲ ਜਦੋਂ ਆਉਣਗੇ ਪੁੱਛਿਓ। ਮੈਂ ਇੱਕ ਦਿਨ ਜਾਣਾ ਚਾਹੁੰਦਾ ਇਹਨਾਂ ਦੇ ਜਿਹੜਾ ਨਵਾਂ ਇਹਨਾਂ ਨੇ 800 ਕਰੋੜ ਰੁਪਈਆ ਲਾ ਕੇ ਦਿੱਲੀ 'ਚ ਜਿਹੜਾ ਹੈੱਡਕੁਆਟਰ ਬਣਾਇਆ ਬੀਜੇਪੀ ਨੇ, ਮੈਂ ਦੇਖਣਾ ਚਾਹੁੰਦਾ ਗੁਰਪ੍ਰੀਤ ਜੀ ਵੀ ਉਹਨਾਂ ਨੇ ਕਿਹੜੇ ਕਿਹੜੇ ਆਜ਼ਾਦੀ ਘੁਲਾਟੀਆਂ ਦੀ ਫੋਟੋਆਂ ਲਾਈਆਂ ਉੱਥੇ। ਕੋਈ ਤੁਹਾਨੂੰ ਯਾਦ ਆਉਂਦਾ ਨਾਮ ਕਿਸੇ ਬੀਜੇਪੀ ਵਾਲੇ ਦਾ? ਜੀ ਨਹੀਂ। ਮੰਗਵੇਂ ਆ ਸਾਰੇ ਜਿਹੜੇ ਬਾਜ਼ਾਰ ਚੋਂ ਕਈ ਲੈ ਜਾਂਦੇ ਨੇ ਖਰੀਦ ਕੇ, ਕਹਿੰਦਾ ਸਾਡੇ ਪੂਰਵਜ ਸੀਗੇ ਕੋਈ ਰਾਜੇ ਮਹਾਰਾਜੇ ਦੀ ਫੋਟੋਆਂ ਲਾ ਕੇ ਕੰਧਾਂ ਤੇ ਲਾ ਲੈਂਦੇ ਹੈ ਜਿਹਨੇ ਤਲਵਾਰ ਪਾ ਰੱਖੀ ਹੈ। ਉਸੇ ਤਰ੍ਹਾਂ ਇਹਨਾਂ ਨੇ ਕਿਹੜੇ ਕਿਹੜੇ ਦੀ ਫੋਟੋਆਂ ਲਾ ਰੱਖੀਆਂ ਸਨ। ਅੱਜ ਸਾਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਹੇ, ਕੋਈ ਇਹਨਾਂ ਨੂੰ ਗੱਲ ਕਰਦੇ ਹੋਏ ਕਹਿੰਦੇ ਜੀ ਆ ਹਿੰਦੁਸਤਾਨ ਕੀ ਰਾਸ਼ਟਰੀयता के खिलाफ बोल रहे हैं। ਸਭ ਲੋਕਾਂ ਨੂੰ ਝਾਕਣਾ ਪਊਗਾ ਸਾਹਿਬ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਟਵੀਟ ਪਾਤੀ ਇੱਕ ਦੂਜੇ ਨੂੰ ਕਰੀ ਜਾਂਦੇ ਹੈ। ਨਹੀਂ ਸਾਹਿਬ, ਨੌਜਵਾਨ ਪੀੜ੍ਹੀ ਦਾ ਫਰਜ਼ ਬਣਦਾ ਗੁਰਪ੍ਰੀਤ ਜੀ, ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ। ਰਾਹੁਲ ਗਾਂਧੀ ਸਟੈਂਡਸ ਫॉर ਐਨ ਆਈਡੀਆ ਆਫ ਇੰਡੀਆ ਜੀ। ਮੈਂ ਲੋਕਾਂ ਨਾਲ ਕਿਤੇ ਖੁੱਲ੍ਹ ਕੇ ਇੰਟਰੈਕਸ਼ਨ ਹੋਵੇ, ਪਤਾ ਲੱਗੇ ਵੀ ਕਿਹੜੇ ਸੋਚ ਤੇ ਖੜੇ ਹੈ, ਗਰੀਬਾਂ ਵਾਸਤੇ ਖੜੇ ਹੈ, ਹਿੰਦੁਸਤਾਨ ਵਾਸਤੇ ਖੜੇ ਹੈ, ਕਿਸਾਨਾਂ ਵਾਸਤੇ ਖੜੇ ਹੈ। ਜੋ ਕੁਛ ਗੱਲਾਂ ਤਾਂ ਬਹੁਤ ਕਰਨੀਆਂ ਸੀ, ਮੈਨੂੰ ਲੱਗਦਾ ਥੋੜਾ ਸਮਾਂ ਹੋ ਹੀ ਜਾਂਦਾ ਹੈ ਕਿਉਂਕਿ ਆ ਜਿਹੜਾ ਕਾਲਾ ਕਾਨੂੰਨ ਹੈ ਨਾ ਸਾਹਿਬ, ਮੈਨੂੰ ਇਹ ਖਤਰਾ ਸੀਗਾ ਅੱਜ ਆਉਣ ਲੱਗੇ। ਮੈਂ ਕਿਹਾ ਗੱਲ ਤੁਰ ਜੂਗੀ ਰਾਜਨੀਤੀ ਵਾਲੇ ਪਾਸੇ, ਗੱਲ ਕਰਨੀ ਸੀ ਪੰਜਾਬ ਦੀ। ਕਿਤੇ ਫੇਰ ਇੱਕ ਦਿਨ ਮੌਕਾ ਦਿਓ। ਆ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਨਾ, ਮੈਂ ਇਹ ਵੀ ਉਧੇੜਨੇ ਸੀਗੇ, ਗੱਲ ਤੁਹਾਡੇ ਨਾਲ ਕਰਨੀ ਸੀਗੀ। ਜਿਹੜੇ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਲੱਗੇ ਹੈ, ਸਾਡੇ ਤੇ ਬਿਹਾਰ 'ਚ ਫਰਕ ਨਹੀਂ ਰਹਿਣਾ ਕੋਈ। ਜਿਹੜੇ ਕਹਿੰਦੇ ਨੇ ਬਿਹਾਰੀ ਭਈਏ ਆ ਗਏ, ਉਹ ਕਹਿਣਗੇ ਉੱਥੋਂ ਆ ਗਏ, ਕਹਿੰਦਾ ਜਿਹੜੇ ਆ ਗਏ ਉੱਥੋਂ ਸਿੰਘ ਆ ਗਏ, ਕਹਿੰਦਾ ਪੰਜਾਬ 'ਚੋਂ, ਉੱਥੇ ਜਾ ਕੇ ਕਰਿਆ ਕਰਾਂਗੇ। ਸੋ ਦਿਸ ਇਜ਼ ਦਾ ਟ੍ਰੈਜਡੀ ਜਦੋਂ ਘਰ ਦੇ ਅੰਦਰ ਇਸ ਕਿਸਮ ਦਾ ਕੋਈ ਸੁਰਸਰਾ ਹੀ ਹੈ। ਦੇਖੋ ਬੀਜੇਪੀ ਹੈਜ਼ ਬਿਨ ਸਕਸੈਸਫੁਲ। ਉਹਨਾਂ ਨੇ ਸਾਰਾ ਜਿਹੜਾ ਡਿਸਕੋਰਸ ਸੀ ਉਹ ਹੀ ਕਨਵਰਟ ਕਰਤਾ। ਕਿਤੇ ਅਸੀਂ ਇਹਨਾਂ ਨੂੰ ਘੇਰ ਲਿਆ ਸੀਗਾ ਨਾ, ਇਹਨਾਂ ਕੋਲ ਦੇਖੋ ਅਕਾਲੀਆਂ ਦੀ ਹੋਂਦ ਸੀਗੀ, ਰਾਜ ਇਹਨਾਂ ਨੇ ਕੀਤਾ ਹੈ ਜਾਂ ਪੰਥ ਦੇ ਨਾਂ ਤੇ ਜਾਂ ਕਿਸਾਨੀ ਦੇ ਨਾਂ ਤੇ, ਦੋਨਾਂ 'ਚ ਇਹਨਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਸੀਗਾ। ਸਾਡੇ ਵਾਲੇ ਸ਼ੇਰਾਂ ਨੇ ਆ ਕੇ ਹੋਰ ਪਾਸੇ ਲੈ ਕੇ ਤੁਰ ਗਏ। ਅਸੀਂ ਤੁਹਾਨੂੰ ਜਵਾਬ ਦੇਈ ਜਾਣਾ ਵੀ ਤੁਹਾਡੇ ਘਰ ਦੇ ਅੰਦਰ ਕੀ ਕਲੇਸ਼ ਪਈ ਹੈ। ਨਹੀਂ, ਇਹਨਾਂ ਨੂੰ ਤਾਂ ਅਸੀਂ ਵੜ ਲਿਆ ਸੀਗਾ ਸਾਹਿਬ। ਮੈਂ ਤਾਂ ਇਹਨਾਂ ਦਾ ਨਿਬੇੜਾ ਦਾ ਲੋਕਾਂ ਦੀ ਅਦਾਲਤ 'ਚ ਪਹਿਲਾਂ ਹੀ ਕਰ ਦੇਣਾ ਸੀਗਾ। ਸੋ ਇਸ ਕਰਕੇ ਗੱਲਾਂ ਕਰਾਂਗੇ ਸਾਹਿਬ, ਬਟ ਮੁਲਕ ਸਾਰਿਆਂ ਦਾ, ਪੰਜਾਬ ਸਾਡਾ ਹੈ। ਪੰਜਾਬ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਘੋਖ ਕੇ ਸਾਹਿਬ, ਭਾਵੁਕ ਹੋ ਕੇ ਨਾ ਕਰ ਦਿਆ ਕਰੋ। ਸੁਨੀਲ ਮਾੜਾ ਤਾਂ ਬਿਲਕੁਲ ਮਾੜੇ ਨੂੰ ਕੱਢੋ, ਕਰਪਟ ਬੰਦੇ ਨੂੰ ਨੇੜੇ ਨਾ ਲੱਗਣ ਦਿਓ, ਬਟ ਲੋਕਾਂ ਦੇ ਇਸ ਤਰ੍ਹਾਂ ਸੋਸ਼ਲ ਮੀਡੀਆ ਦੇਖ ਕੇ ਨਹੀਂ, ਜਾਂਚ ਕਰੋ, ਪਰਖੋ, ਟੰਟਣਾ ਕੇ ਦੇਖੋ ਸਾਹਿਬ। ਆਪਾਂ ਤਾਂ ਪਸ਼ੂ ਲੈ ਕੇ ਆਉਂਦੇ ਸੀ ਤਾਂ ਉਹਦੇ ਦੇਖਦੇ ਸੀ ਪਿਛੋਕੜ, ਇੱਥੇ ਹੁਣ ਜਿਹੜਾ ਕੋਈ ਆ ਜਾਂਦਾ। ਸੋ ਮੇਰੀ ਬੇਨਤੀ ਹੈ ਸਾਹਿਬ, ਬਟ ਆਈ ਬਿਲੀਵ ਵੀ ਹੈਵ ਹੋਪ ਇਨ ਆਰ ਯੰਗ ਜਨਰੇਸ਼ਨ। ਤਗੜੇ ਹੋ ਕੇ ਕਰਨਗੇ ਸਾਡੇ ਵਰਗੇ ਲੋਕਾਂ ਤਾਂ ਹੀ ਅਸਲ ਆ ਜਿਹੜੀ ਅੱਜ ਕੱਲ੍ਹ ਤੂੰ ਮੈਂ ਹੋ ਗਈ ਨਾ ਚਾਲੂ। ਅੱਜ ਕੱਲ੍ਹ ਨਾ ਤਾਂ ਡਿਸਕਸ਼ਨਸ ਰਹੀਆਂ ਨਾ ਡਿਬੇਟ ਰਹੀਆਂ, ਤੂੰ ਮੈਂ। ਉਹ ਸਾਡੇ ਵਿਚਾਰੇ ਤਿਆਗੀ ਸਾਹਿਬ ਦੀ ਡੈਥ ਹੋ ਗਈ ਇਸੇ ਕਰਕੇ, ਬਲੱਡ ਪ੍ਰੈਸ਼ਰ ਕਰਕੇ। ਸੋ ਆਮ ਸੌਰੀ ਬਟ ਸਟਿਲ ਇੰਡੀਆ ਅਮਾਨਤ ਹੈ, ਧਰੋਹਰ ਹੈ ਸਾਡੇ ਕੋਲ, ਅਸੀਂ ਇਹਨੂੰ ਰੱਖੀਏ। ਸਾਡੀ ਫਰਜ਼ ਬਣਦਾ ਸਾਰਿਆਂ ਦਾ, ਵੈਦਰ ਵਿਚ ਐਵਰ ਪਾਰਟੀ, ਚਾਹੇ ਉਹ ਬੀਜੇਪੀ ਵਾਲੇ ਹੈ, ਚਾਹੇ ਅਕਾਲੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਰਲ ਮਿਲ ਕੇ ਪੰਜਾਬ ਦਾ ਸੋਚੀਏ, ਮੁਲਕ ਦਾ ਸੋਚੀਏ। ਥੈਂਕ ਯੂ ਜਾਖੜ ਸਾਹਿਬ, ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਸਰ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜਿਹੜੀਆਂ ਗੱਲਾਂ ਬਾਤਾਂ ਵੀ ਤੁਹਾਡੇ ਜ਼ਿਹਨ 'ਚ ਹੋਣਗੀਆਂ, ਬਹੁਤ ਹੱਦ ਤੱਕ ਜਾਖੜ ਸਾਹਿਬ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਹੋਣਗੇ। ਜੇ ਕੋਈ ਫਿਰ ਰਹਿ ਗਈ ਹੋਈ ਗੱਲ ਤਾਂ ਦੁਬਾਰਾ ਆਪਾਂ ਇਹਨਾਂ ਨੂੰ ਕਸ਼ਤੀ ਲਵਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਵੀ।